ਜੌਨ ਬੁਆਇਨ ਦੁਆਰਾ ਲਿਖਿਆ ਗੁਰਚਰਨ ਸਿੰਘ ਜੈਥੋਂ ਦੁਆਰਾ ਅਨੁਵਾਦਿਤ ਨਾਵਲ ਹੈ ਧਾਰੀਦਾਰ ਪਜਾਮੇ ਵਾਲਾ ਮੁੰਡਾ। 15ਵਾਂ ਅੰਗ। ਕੁਝ ਜੋ ਉਹਨੂੰ ਨਹੀਂ ਸੀ ਕਰਨਾ ਚਾਹੀਦਾ। ਕਈ ਹਫ਼ਤਿਆਂ ਤੱਕ ਮੀਂਹ ਪੈਂਦਾ ਰਿਹਾ ਸੀ। ਕਦੇ ਕਦੇ ਹਟ ਜਾਂਦਾ ਸੀ, ਫਿਰ ਪੈਣ ਲੱਗ ਜਾਂਦਾ ਸੀ। ਤਾਂ ਬਰੂਨੋ ਤੇ ਸ਼ਮੂਏਲ ਇੱਕ ਦੂਜੇ ਨਾਲ ਨਹੀਂ ਸੀ ਮਿਲ ਸਕੇ ਜਿਵੇਂ ਉਹਨਾਂ ਨੂੰ ਚੰਗਾ ਲੱਗਣਾ ਸੀ। ਜਦੋਂ ਵੀ ਉਹ ਮਿਲੇ ਤਾਂ ਬਰੂਨੋ ਨੇ ਦੇਖਿਆ ਕਿ ਉਹਦਾ ਦੋਸਤ ਦਿਨ ਬ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਸੀ ਤੇ ਇਹਦਾ ਬਰੂਨੋ ਨੂੰ ਫਿਕਰ ਸੀ। ਉਹਨੂੰ ਲੱਗਦਾ ਸੀ ਕਿ ਉਹਦਾ ਚਿਹਰਾ ਹੋਰ ਸਲੇਟੀ ਜਿਹੇ ਰੰਗ ਦਾ ਹੁੰਦਾ ਜਾ ਰਿਹਾ ਸੀ ਕਿਉਂਕਿ ਉਹ ਹੋਰ ਕਮਜ਼ੋਰ ਹੋਈ ਜਾ ਰਿਹਾ ਸੀ ਤੇ ਉਹਦਾ ਚਿਹਰਾ ਵੀ ਹੋਰ ਸਲੇਟੀ ਰੰਗ ਦਾ ਹੋਈ ਜਾ ਰਿਹਾ ਸੀ। ਕਦੇ ਕਦੇ ਉਹ ਹੋਰ ਡਬਲ ਰੋਟੀ ਤੇ ਪਨੀਰ ਸ਼ਮੂਏਲ ਨੂੰ ਦੇਣ ਲਈ ਲੈ ਆਉਂਦਾ ਸੀ ਤੇ ਕਦੇ ਕਦੇ ਉਹ ਕਿਸੇ ਕੇਕ ਦਾ ਟੁਕੜਾ ਆਪਣੀ ਜੇਬ 'ਚ ਪਾ ਲਿਆ ਕਰਦਾ ਸੀ। ਪਰ ਉਸਦੇ ਘਰ ਤੋਂ ਤਾਰ ਤੱਕ ਜਿੱਥੇ ਦੋਵੇਂ ਦੋਸਤ ਮਿਲਿਆ ਕਰਦੇ ਸਨ ਉਹ ਬੜਾ ਲੰਮਾ ਰਸਤਾ ਸੀ। ਇੰਜ ਬਰੂਨੋ ਲੰਮਾ ਸਮਾਂ ਤੁਰਦਿਆਂ ਨੂੰ ਰਾਹ 'ਚ ਭੁੱਖ ਲੱਗ ਜਾਇਆ ਕਰਦੀ ਸੀ ਤਾਂ ਉਹ ਕੇਕ ਦੀ ਇੱਕ ਬੁਰਕੀ ਖਾ ਲੈਂਦਾ ਸੀ। ਇੰਜ ਇੱਕ ਬੁਰਕੀ ਤੋਂ ਦੂਜੀ ਬੁਰਕੀ ਹੋ ਜਾਇਆ ਕਰਦੀ ਸੀ ਤੇ ਅਖੀਰ 'ਚ ਇੱਕੋ ਬੁਰਕੀ ਰਹਿ ਜਾਇਆ ਕਰਦੀ ਸੀ। ਤਾਂ ਉਹਨੂੰ ਲੱਗਦਾ ਕਿ ਸ਼ਮੂਏਲ ਨੂੰ ਇੰਨਾ ਛੋਟਾ ਟੁਕੜਾ ਦੇਣਾ ਠੀਕ ਨਹੀਂ ਸੀ ਲੱਗਦਾ ਕਿਉਂਕਿ ਇਹਦੀ ਭੁੱਖ ਹੋਰ ਚਮਕਾ ਦੇਗਾ ਤੇ ਇਸ ਨਾਲ ਉਹਦੀ ਭੁੱਖ ਨਹੀਂ ਮਿਟੇਗੀ। ਪਿਤਾ ਜੀ ਦਾ ਜਨਮ ਦਿਨ ਨੇੜੇ ਆ ਰਿਹਾ ਸੀ। ਭਾਵੇਂ ਉਹਨਾਂ ਨੇ ਕਿਹਾ ਸੀ ਕਿ ਉਹ ਕੋਈ ਲੰਮਾ ਚੌੜਾ ਪ੍ਰੋਗਰਾਮ ਨਹੀਂ ਚਾਹੁੰਦੇ। ਮਾਂ ਨੇ ਇੱਕ ਪਾਰਟੀ ਦਾ ਪ੍ਰੋਗਰਾਮ ਬਣਾ ਲਿਆ ਸੀ ਤੇ ਜਿਹੜੇ ਵੀ ਅਫਸਰ ਆਊਟਵੇਦ ਵਿੱਚ ਨੌਕਰੀ ਕਰਦੇ ਸਨ ਉਹਨਾਂ ਦੀ ਲਿਸਟ ਬਣਨੀ ਸ਼ੁਰੂ ਹੋ ਗਈ। ਹਰ ਵਾਰੀ ਜਦੋਂ ਵੀ ਮਾਂ ਲਿਸਟ ਪੂਰੀ ਕਰਨ ਲਈ ਬੈਠਦੀ ਸੀ ਤਾਂ ਲੈਫਟੀਨੈਂਟ ਕੋਟਲਰ ਉਹਦੀ ਮਦਦ ਕਰਨ ਲਈ ਉਹਦੇ ਨਾਲ ਬਹਿ ਜਾਇਆ ਕਰਦਾ ਸੀ। ਇੰਜ ਜਦੋਂ ਵੀ ਉਹ ਇਕੱਠੇ ਬੈਠਦੇ ਸਨ ਤਾਂ ਲਿਸਟ ਹੋਰ ਲੰਮੀ ਹੋ ਜਾਂਦੀ ਸੀ। ਇੰਜ ਲੱਗਦਾ ਸੀ ਕਿ ਹੋਰ ਲਿਸਟਾਂ ਬਣਾਉਣੀਆਂ ਪੈਣਗੀਆਂ। ਬਰੂਨੋ ਨੇ ਆਪਣੀ ਇੱਕ ਹੋਰ ਲਿਸਟ ਬਣਾਉਣ ਦਾ ਫੈਸਲਾ ਕਰ ਲਿਆ। ਉਸ ਲਿਸਟ 'ਚ ਉਹਨੇ ਕਾਰਨ ਲਿਖਣੇ ਸਨ ਜਿਨ੍ਹਾਂ ਕਰਕੇ ਉਸ ਨੂੰ ਲੈਫਟੀਨੈਂਟ ਕੋਟਲਰ ਚੰਗਾ ਨਹੀਂ ਸੀ ਲੱਗਦਾ। ਇੱਕ ਸੱਚਾਈ ਤਾਂ ਇਹ ਸੀ ਕਿ ਉਹ ਕਦੇ ਮੁਸਕਰਾਉਂਦਾ ਨਹੀਂ ਸੀ ਤੇ ਇੰਜ ਲੱਗਦਾ ਸੀ ਜਿਵੇਂ ਉਹ ਕਿਸੇ ਨੂੰ ਲੱਭ ਰਿਹਾ ਹੋਵੇ ਜਿਹਦੀ ਮਨਸ਼ਾ ਉਹਨੇ ਭੰਗ ਕਰਨੀ ਹੁੰਦੀ ਸੀ। ਬੜੇ ਘੱਟ ਮੌਕਿਆਂ ਤੇ ਜਦੋਂ ਵੀ ਉਹਨੇ ਬਰੂਨੋ ਨਾਲ ਗੱਲ ਕੀਤੀ ਸੀ ਉਹਨੇ ਉਹਨੂੰ ਛੋਟਾ ਬੰਦਾ ਕਿਹਾ ਸੀ, ਜਿਹੜੀ ਕਿ ਬਹੁਤ ਘਟੀਆ ਗੱਲ ਸੀ। ਜਿਵੇਂ ਮਾਂ ਕਿਹਾ ਕਰਦੀ ਸੀ ਕਿ ਉਹ ਅਜੇ ਸਿਆਣਾ ਨਹੀਂ ਸੀ ਹੋਇਆ। ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਉਹ ਹਮੇਸ਼ਾ ਵੱਡੇ ਕਮਰੇ 'ਚ ਆ ਵੜਦਾ ਸੀ ਤੇ ਮਾਂ ਨੂੰ ਲਤੀਫੇ ਸੁਣਾਉਣ ਦੀ ਕੋਸ਼ਿਸ਼ 'ਚ ਲੱਗਾ ਰਹਿੰਦਾ ਸੀ ਤੇ ਮਾਂ ਵੀ ਉਹਦੇ ਲਤੀਫਿਆਂ ਤੇ ਬਹੁਤ ਹੱਸਦੀ ਸੀ ਜਦਕਿ ਪਿਤਾ ਜੀ ਤੇ ਲਤੀਫਿਆਂ ਤੇ ਘੱਟ ਹੱਸਦੀ ਸੀ। ਇੱਕ ਵਾਰੀ ਜਦੋਂ ਬਰੂਨੋ ਆਪਣੇ ਕਮਰੇ ਦੀ ਖਿੜਕੀ 'ਚੋਂ ਕੈਂਪ ਵੱਲ ਵੇਖ ਰਿਹਾ ਸੀ ਤਾਂ ਉਹਨੇ ਵੇਖਿਆ ਕਿ ਤਾਰ ਕੋਲ ਆ ਕੇ ਇੱਕ ਕੁੱਤਾ ਭੌਂਕਣ ਲੱਗ ਪਿਆ ਤੇ ਜਦੋਂ ਲੈਫਟੀਨੈਂਟ ਕੋਟਲਰ ਨੇ ਦੇਖਿਆ ਤਾਂ ਉਹਨੇ ਕੁੱਤੇ ਕੋਲ ਆ ਕੇ ਉਹਨੂੰ ਗੋਲੀ ਮਾਰ ਦਿੱਤਾ ਸੀ। ਤਾਂ ਇੱਕ ਹੋਰ ਮਾੜੀ ਗੱਲ ਇਹ ਸੀ ਕਿ ਜਦੋਂ ਵੀ ਉਹ ਘਰ ਦੇ ਨੇੜੇ ਤੇੜੇ ਹੁੰਦਾ ਤਾਂ ਗ੍ਰੈਟਲ ਵੀ ਬਾਹਰ ਆ ਜਾਇਆ ਕਰਦੀ ਸੀ। ਬਰੂਨੋ ਨੂੰ ਅਜੇ ਵੀ ਉਸ ਸ਼ਾਮ ਦਾ ਹਾਦਸਾ ਯਾਦ ਸੀ ਜਦੋਂ ਪਾਵੇਲ ਵੇਟਰ, ਜਿਹੜਾ ਕਿ ਅਸਲ 'ਚ ਡਾਕਟਰ ਸੀ, ਉਸ ਤੇ ਉਹ ਜਵਾਨ ਲੈਫਟੀਨੈਂਟ ਕਿਵੇਂ ਬੁਰੀ ਤਰ੍ਹਾਂ ਨਾਰਾਜ਼ ਹੋ ਕੇ ਝਪਟਿਆ ਸੀ। ਜਦੋਂ ਵੀ ਪਿਤਾ ਜੀ ਨੂੰ ਬਰਲਿਨ ਕਿਸੇ ਜ਼ਰੂਰੀ ਕੰਮ ਕਰਨ ਲਈ ਬੁਲਾਇਆ ਜਾਂਦਾ ਸੀ ਤੇ ਉਹਨਾਂ ਨੂੰ ਉੱਥੇ ਰਹਿਣਾ ਪੈਂਦਾ ਸੀ ਤਾਂ ਲੈਫਟੀਨੈਂਟ ਘਰ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਸੀ ਜਿਵੇਂ ਉੱਥੋਂ ਦਾ ਮਾਲਕ ਹੋਵੇ। ਜਦੋਂ ਬਰੂਨੋ ਸੌਣ ਲੱਗਦਾ ਸੀ ਤਾਂ ਵੀ ਉੱਥੇ ਹੁੰਦਾ ਸੀ ਤੇ ਸਵੇਰੇ ਜਦੋਂ ਜਾਗਦਾ ਸੀ ਤਾਂ ਉਹ ਤੋਂ ਪਹਿਲਾਂ ਉਹ ਘਰ ਆ ਜਾਇਆ ਕਰਦਾ ਸੀ। ਹੋਰ ਵੀ ਕਾਫੀ ਕਾਰਨ ਸਨ ਜਿਨ੍ਹਾਂ ਕਰਕੇ ਬਰੂਨੋ ਲੈਫਟੀਨੈਂਟ ਕੋਟਲਰ ਨੂੰ ਪਸੰਦ ਨਹੀਂ ਸੀ ਕਰਦਾ, ਪਰ ਇਹ ਪਹਿਲੇ ਕਾਰਨ ਸਨ ਜਿਨ੍ਹਾਂ ਕਰਕੇ ਉਹਨੂੰ ਪਸੰਦ ਨਹੀਂ ਸੀ ਕਰਦਾ। ਜਨਮ ਦਿਨ ਵਾਲੀ ਪਾਰਟੀ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਹੈ ਕਿ ਦੁਪਹਿਰ ਤੋਂ ਪਿੱਛੋਂ ਆਪਣੇ ਕਮਰੇ 'ਚ ਹੀ ਸੀ ਤਾਂ ਉਹਨੇ ਲੈਫਟੀਨੈਂਟ ਕੋਟਲਰ ਦੇ ਘਰ 'ਚ ਆਉਣ ਦੀ ਆਵਾਜ਼ ਸੁਣੀ। ਉਹ ਕਿਸੇ ਨਾਲ ਗੱਲਾਂ ਕਰ ਰਿਹਾ ਸੀ, ਭਾਵੇਂ ਅੱਗੋਂ ਕੋਈ ਜਵਾਬ ਸੁਣਾਈ ਨਹੀਂ ਸੀ ਦੇ ਰਿਹਾ। ਕੁਝ ਪਲਾਂ ਮਗਰੋਂ ਜਦੋਂ ਬਰੂਨੋ ਪੌੜੀਆਂ ਉਤਰ ਕੇ ਹੇਠਾਂ ਆ ਰਿਹਾ ਸੀ ਤਾਂ ਮਾਂ ਨੇ ਕੀ ਕੰਮ ਕਰਨੇ ਨੇ ਉਹਨਾਂ ਬਾਰੇ ਲੈਫਟੀਨੈਂਟ ਕੋਟਲਰ ਨੂੰ ਹਦਾਇਤਾਂ ਦੇ ਰਹੀ ਸੀ ਤੇ ਅੱਗੋਂ ਲੈਫਟੀਨੈਂਟ ਕੋਟਲਰ ਕਹਿ ਰਿਹਾ ਸੀ, ਤੁਸੀਂ ਫਿਕਰ ਨਾ ਕਰੋ, ਉਹਨੂੰ ਪਤਾ ਹੈ ਕਿ ਕਿਹੜੇ ਪਾਸੇ ਉਹਦੀ ਰੋਟੀ ਚੋਪੜੀ ਹੋਈ ਹੈ। ਇਹ ਤੋਂ ਪਿੱਛੋਂ ਬੜਾ ਘਟੀਆ ਹਾਸਾ ਹੱਸਿਆ ਸੀ। ਬਰੂਨੋ ਦੇ ਹੱਥ 'ਚ ਇੱਕ ਨਵੀਂ ਕਿਤਾਬ ਸੀ ਜਿਹੜੀ ਉਹਦੇ ਪਿਤਾ ਨੇ ਉਹਨੂੰ ਤੋਹਫੇ ਵਜੋਂ ਦਿੱਤੀ ਸੀ, ਟ੍ਰਾਈਆ ਆਈਲੈਂਡ। ਉਹਦਾ ਇਰਾਦਾ ਸੀ ਕਿ ਉਹ 2 ਘੰਟੇ ਵੱਡੇ ਕਮਰੇ 'ਚ ਬਹਿ ਕੇ ਆਰਾਮ ਨਾਲ ਉਹ ਕਿਤਾਬ ਪੜ੍ਹੇਗਾ। ਪਰ ਜਦੋਂ ਵੱਡੇ ਕਮਰੇ ਵੱਲ ਜਾ ਰਿਹਾ ਸੀ ਤਾਂ ਅੱਗੇ ਲੈਫਟੀਨੈਂਟ ਕੋਟਲਰ ਮਿਲ ਪਿਆ ਜਿਹੜਾ ਰਸੋਈ 'ਚੋਂ ਬਾਹਰ ਆ ਰਿਹਾ ਸੀ। ਹਾਂ ਬਈ, ਕੀ ਹਾਲ ਹੈ ਛੋਟੇ ਬੰਦਿਆ, ਉਹਨੇ ਕਿਹਾ ਤੇ ਘੂਰੀ ਵੱਟ ਕੇ ਉਸ ਵੱਲ ਦੇਖਿਆ ਜਿਵੇਂ ਉਹ ਅਕਸਰ ਦੇਖਿਆ ਕਰਦਾ ਸੀ। ਹੈਲੋ, ਬਰੂਨੋ ਨੇ ਅੱਗੋਂ ਥੋੜਾ ਹੈਰਾਨ ਹੋ ਕੇ ਕਿਹਾ, ਤੂੰ ਕਰਨਾ ਕੀ ਚਾਹੁੰਦਾ ਹੈ? ਬਰੂਨੋ ਨੇ ਉਸ ਵੱਲ ਵੇਖਿਆ ਤੇ ਹੋਰ 7 ਕਾਰਨਾਂ ਬਾਰੇ ਸੋਚਣ ਲੱਗ ਪਿਆ ਜਿਸ ਕਰਕੇ ਉਹ ਉਹਨੂੰ ਪਸੰਦ ਨਹੀਂ ਸੀ ਕਰਦਾ। ਮੈਂ ਅੰਦਰ ਜਾ ਕੇ ਆਪਣੀ ਕਿਤਾਬ ਪੜ੍ਹਾਂਗਾ, ਉਹਨੇ ਵੱਡੇ ਕਮਰੇ ਅੰਦਰ ਇਸ਼ਾਰਾ ਕਰਦੇ ਹੋਏ ਕਿਹਾ। ਬਿਨਾਂ ਇੱਕ ਵੀ ਸ਼ਬਦ ਬੋਲਿਆਂ ਕੋਟਲਰ ਨੇ ਬਰੂਨੋ ਦੇ ਹੱਥੋਂ ਕਿਤਾਬ ਖੋਹ ਲਈ ਤੇ ਉਹਦੇ ਵਰਕੇ ਪਲਟ ਕੇ ਦੇਖਣ ਲੱਗ ਪਿਆ। ਟ੍ਰਾਈਆ ਆਈਲੈਂਡ, ਇਹ ਕਿਸ ਬਾਰੇ?
ਇੱਕ ਟਾਪੂ ਹੈ, ਬਰੂਨੋ ਨੇ ਹੌਲੀ ਜੀ ਕਿਹਾ ਤਾਂ ਕਿ ਉਹ ਉਹਦੀ ਗੱਲ ਚੰਗੀ ਤਰ੍ਹਾਂ ਸੁਣ ਸਕੇ, ਤੇ ਉਸ ਤੇ ਖਜ਼ਾਨਾ ਦੱਬਿਆ ਹੋਇਆ। ਮੈਨੂੰ ਇਹ ਸਮਝ ਜਾਣਾ ਚਾਹੀਦਾ ਸੀ, ਕੋਟਲਰ ਨੇ ਉਸ ਵੱਲ ਨੀਝ ਨਾਲ ਵੇਖਦਿਆਂ ਕਿਹਾ, ਜਿਵੇਂ ਸੋਚ ਰਿਹਾ ਹੋਵੇ ਕਿ ਜੇ ਉਹਦਾ ਆਪਣਾ ਪੁੱਤਰ ਹੁੰਦਾ ਤਾਂ ਉਸ ਨਾਲ ਕੀ ਕਰਦਾ, ਬਜਾਏ ਇਹਦੇ ਕਿ ਉਹ ਕਮਾਂਡੈਂਟ ਦਾ ਪੁੱਤਰ ਸੀ। ਮੈਨੂੰ ਇਸ ਬਾਰੇ ਉਹ ਦੱਸ ਜੋ ਮੈਂ ਜਾਣਦਾ ਨਹੀਂ। ਇਹਦੇ 'ਚ ਇੱਕ ਸਮੁੰਦਰੀ ਡਾਕੂ ਹੈ ਜਿਹਦਾ ਨਾਮ ਲੌਂਗ ਜੌਨ ਸਿਲਵਰ ਹੈ, ਤੇ ਇੱਕ ਮੁੰਡਾ ਹੈ ਜਿਹਨੂੰ ਜਿਮ ਹਾਕਿੰਸ ਕਹਿੰਦੇ ਨੇ। ਇੱਕ ਅੰਗਰੇਜ਼ ਮੁੰਡਾ? ਕੋਟਲਰ ਨੇ ਪੁੱਛਿਆ। ਹਾਂ, ਬਰੂਨੋ ਨੇ ਕਿਹਾ। ਕੋਟਲਰ ਨੇ ਆਪਣੇ ਗਲੇ ਵਿੱਚੋਂ ਅਜੀਬ ਜਿਹੀ ਆਵਾਜ਼ ਕੱਢੀ। ਬਰੂਨੋ ਉਸ ਵੱਲ ਵੇਖਣ ਲੱਗ ਪਿਆ ਤੇ ਹੈਰਾਨ ਹੋਣ ਲੱਗ ਪਿਆ ਕਿ ਉਹ ਕਿੰਨੀ ਦੇਰ ਪਿੱਛੋਂ ਉਹਦੀ ਕਿਤਾਬ ਵਾਪਸ ਕਰੇਗਾ। ਉਹਦੀ ਉਸ ਕਿਤਾਬ 'ਚ ਕੋਈ ਖਾਸ ਦਿਲਚਸਪੀ ਤਾਂ ਨਹੀਂ ਲੱਗਦੀ ਸੀ। ਬਰੂਨੋ ਨੇ ਆਪਣਾ ਹੱਥ ਵਧਾਇਆ ਤਾਂ ਕਿ ਉਹ ਕਿਤਾਬ ਲੈ ਸਕੇ। ਸੌਰੀ, ਉਹਨੇ ਕਿਤਾਬ ਫੇਰ ਅੱਗੇ ਕਰਦਿਆਂ ਕਿਹਾ। ਜਦੋਂ ਬਰੂਨੋ ਨੇ ਦੂਜੀ ਵਾਰੀ ਆਪਣਾ ਹੱਥ ਅੱਗੇ ਕੀਤਾ ਤਾਂ ਉਹਨੇ ਫੇਰ ਕਿਤਾਬ ਪਿੱਛੇ ਕਰ ਲਈ। ਓਹੋ, ਮੈਨੂੰ ਅਫਸੋਸ ਹੈ, ਉਹਨੇ ਦੁਬਾਰਾ ਕਿਹਾ ਤੇ ਇੱਕ ਵਾਰੀ ਫੇਰ ਕਿਤਾਬ ਅੱਗੇ ਕਰ ਦਿੱਤੀ, ਪਰ ਇਸ ਵਾਰ ਬਰੂਨੋ ਨੇ ਛੇਤੀ ਨਾਲ ਉਹਦੇ ਹੱਥੋਂ ਕਿਤਾਬ ਖੋਹ ਲਈ, ਇਸ ਤੋਂ ਪਹਿਲਾਂ ਕਿ ਉਹ ਤੀਜੀ ਵਾਰ ਕਿਤਾਬ ਪਿੱਛੇ ਕਰ ਲੈਂਦਾ। ਤੂੰ ਬੜਾ ਤੇਜ਼ ਹੈ, ਲੈਫਟੀਨੈਂਟ ਕੋਟਲਰ ਨੇ ਦੰਦ ਪੀਂਦਿਆਂ ਕਿਹਾ। ਬਰੂਨੋ ਨੇ ਕੋਸ਼ਿਸ਼ ਕੀਤੀ ਕਿ ਉਹ ਪਾਸੇ ਤੋਂ ਨਿਕਲ ਜਾਏ, ਪਰ ਪਤਾ ਨਹੀਂ ਕੁਝ ਕਾਰਨਾਂ ਕਰਕੇ ਲੈਫਟੀਨੈਂਟ ਕੋਟਲਰ ਉਸ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ ਸੀ। ਕੀ ਅਸੀਂ ਪਾਰਟੀ ਲਈ ਸਾਰਾ ਇੰਤਜ਼ਾਮ ਕਰ ਲਿਆ? ਉਹਨੇ ਪੁੱਛਿਆ। ਮੈਂ ਤਾਂ ਤਿਆਰ ਹਾਂ, ਬਰੂਨੋ ਨੇ ਕਿਹਾ। ਉਹ ਅੱਜ ਕੱਲ੍ਹ ਬਹੁਤਾ ਸਮਾਂ ਗ੍ਰੈਟਲ ਨਾਲ ਬਿਤਾ ਰਿਹਾ ਸੀ, ਜਿਸ ਕਰਕੇ ਉਹਨੇ ਕਟਾਕਸ਼ ਕਰਨਾ ਸਿੱਖ ਲਿਆ ਸੀ। ਮੈਂ ਤੁਹਾਡੇ ਬਾਰੇ ਕੁਝ ਨਹੀਂ ਕਹਿ ਸਕਦਾ। ਤੈਨੂੰ ਬੜੀਆਂ ਗੱਲਾਂ ਆਉਂਦੀਆਂ ਛੋਟੇ ਬੰਦਿਆ, ਕੋਟਲਰ ਨੇ ਕਿਹਾ। ਬਰੂਨੋ ਆਪਣੀਆਂ ਅੱਖਾਂ ਸੁੰਗੇੜ ਕੇ ਸੋਚਣ ਲੱਗਾ, ਜੇ ਉਹਦਾ ਕੱਦ ਥੋੜਾ ਉੱਚਾ ਹੁੰਦਾ ਤੇ ਉਮਰ ਹੋਰ 8 ਸਾਲ ਵੱਧ ਹੁੰਦੀ। ਇੱਕ ਗੁੱਸੇ ਵਾਲਾ ਧਮਾਕਾ ਜਿਹਾ ਉਹਦੇ ਅੰਦਰ ਹੋਇਆ ਤੇ ਉਹ ਸੋਚਣ ਲੱਗ ਪਿਆ ਕਿ ਉਸ 'ਚ ਇੰਨਾ ਹੌਸਲਾ ਆ ਜਾਏ ਕਿ ਜੋ ਕੁਝ ਉਹ ਕਹਿਣਾ ਚਾਹੁੰਦਾ ਸੀ ਉਹ ਕਹਿ ਸਕੇ। ਮਾਂ-ਬਾਪ ਜੇ ਕੁਝ ਕਰਨ ਲਈ ਕਹਿਣ ਤਾਂ ਇਹ ਇੱਕ ਗੱਲ ਸੀ, ਇਹ ਬਿਲਕੁਲ ਵਾਜਬ ਸੀ ਤੇ ਉਹਦੀ ਉਮੀਦ ਵੀ ਕੀਤੀ ਜਾ ਸਕਦੀ ਸੀ, ਪਰ ਕੋਈ ਹੋਰ ਆ ਕੇ ਕਹੇ ਤਾਂ ਇਹ ਬਿਲਕੁਲ ਵੱਖਰੀ ਗੱਲ ਸੀ, ਭਾਵੇਂ ਉਹ ਕੋਈ ਕਿੰਨੇ ਹੀ ਅਸਰਦਾਰ ਅਹੁਦੇ ਵਾਲਾ ਬੰਦਾ ਕਿਉਂ ਨਾ ਹੋਵੇ, ਜਿਵੇਂ ਲੈਫਟੀਨੈਂਟ। ਉਹ ਕਰਟ, ਤੁਸੀਂ ਅਜੇ ਵੀ ਇੱਥੇ ਹੀ ਹੋ? ਮਾਂ ਨੇ ਰਸੋਈ 'ਚੋਂ ਬਾਹਰ ਆਉਂਦਿਆਂ ਉਹਦੇ ਸਾਹਮਣੇ ਆ ਕੇ ਕਿਹਾ। ਮੇਰੇ ਕੁਝ ਖਾਲੀ ਸਮਾਂ ਸੀ ਹੁਣ। ਜਦੋਂ ਉਹਨੇ ਬਰੂਨੋ ਨੂੰ ਨਾਲ ਹੀ ਖੜੇ ਦੇਖਿਆ ਤਾਂ ਕਿਹਾ, ਬਰੂਨੋ ਤੂੰ ਇੱਥੇ ਕੀ ਕਰ ਰਿਹਾ? ਮੈਂ ਤਾਂ ਵੱਡੇ ਕਮਰੇ 'ਚ ਆਪਣੀ ਕਿਤਾਬ ਪੜ੍ਹਨ ਜਾ ਰਿਹਾ ਸੀ, ਬਰੂਨੋ ਨੇ ਕਿਹਾ, ਜਾਂ ਘੱਟੋ ਘੱਟ ਮੈਂ ਕੋਸ਼ਿਸ਼ ਕਰ ਰਿਹਾ ਸੀ। ਇਸ ਵੇਲੇ ਤੂੰ ਰਸੋਈ 'ਚ ਜਾ ਇੱਕ ਪਲ ਲਈ, ਮਾਂ ਨੇ ਕਿਹਾ। ਮੈਂ ਲੈਫਟੀਨੈਂਟ ਕੋਟਲਰ ਨਾਲ ਇੱਕ ਖਾਸ ਗੱਲ ਕਰਨੀ ਹੈ। ਜਿਉਂ ਹੀ ਉਹ ਦੋਵੇਂ ਵੱਡੇ ਕਮਰੇ ਅੰਦਰ ਆਏ ਤਾਂ ਲੈਫਟੀਨੈਂਟ ਕੋਟਲਰ ਨੇ ਝੱਟ ਬਰੂਨੋ ਦੇ ਮੂੰਹ ਤੇ ਹੀ ਬੂਹਾ ਬੰਦ ਕਰ ਦਿੱਤਾ। ਗੁੱਸੇ ਨਾਲ ਭਰਿਆ ਹੋਇਆ ਜਦੋਂ ਬਰੂਨੋ ਰਸੋਈ 'ਚ ਗਿਆ ਤਾਂ ਉਹਨੂੰ ਆਪਣੇ ਜੀਵਨ ਦੀ ਸਭ ਤੋਂ ਵੱਡੀ ਹੈਰਾਨੀ ਦਾ ਸਾਹਮਣਾ ਕਰਨਾ ਪਿਆ। ਉੱਥੇ ਮੇਜ਼ ਦੇ ਇੱਕ ਲੰਮੇ ਸਿਰੇ ਵੱਲ ਤਾਰ ਦੇ ਉਸ ਪਾਰੋਂ ਸ਼ਮੂਏਲ ਬੈਠਾ ਸੀ। ਬਰੂਨੋ ਨੂੰ ਆਪਣੀਆਂ ਅੱਖਾਂ ਤੇ ਭਰੋਸਾ ਨਹੀਂ ਸੀ ਹੋ ਰਿਹਾ। ਸ਼ਮੂਏਲ? ਉਹਨੇ ਕਿਹਾ, ਤੂੰ ਇੱਥੇ ਕੀ ਕਰ ਰਿਹਾ? ਸ਼ਮੂਏਲ ਨੇ ਉੱਪਰ ਵੱਲ ਦੇਖਿਆ ਤਾਂ ਉਹਦੇ ਡਰੇ ਹੋਏ ਚਿਹਰੇ ਤੇ ਮੁਸਕਰਾਹਟ ਆ ਗਈ ਜਦੋਂ ਉਹਨੇ ਆਪਣੇ ਦੋਸਤ ਨੂੰ ਸਾਹਮਣੇ ਖੜਾ ਦੇਖਿਆ। ਬਰੂਨੋ, ਉਹਨੇ ਕਿਹਾ, ਤੂੰ ਇੱਥੇ ਕੀ ਕਰ ਰਿਹਾ? ਬਰੂਨੋ ਨੇ ਕਿਹਾ। ਉਹਨੂੰ ਅਜੇ ਵੀ ਸਮਝ ਨਹੀਂ ਸੀ ਆ ਰਹੀ ਕਿ ਤਾਰ ਦੇ ਉਸ ਪਾਸੇ ਅਜਿਹਾ ਕੀ ਵਾਪਰ ਗਿਆ ਹੋਏਗਾ। ਕੁਝ ਉਸ ਪਾਸੋਂ ਵਾਲੇ ਲੋਕਾਂ ਕਰਕੇ ਅਜਿਹਾ ਲੱਗ ਰਿਹਾ ਸੀ ਜੋ ਉਹਨੂੰ ਸੋਚਣ ਲਈ ਮਜਬੂਰ ਕਰ ਰਿਹਾ ਸੀ ਕਿ ਉਹਨਾਂ ਨੂੰ ਉਹਨਾਂ ਦੇ ਘਰ 'ਚ ਨਹੀਂ ਹੋਣਾ ਚਾਹੀਦਾ। ਉਹ ਮੈਨੂੰ ਲੈ ਕੇ ਆਇਆ, ਸ਼ਮੂਏਲ ਨੇ ਕਿਹਾ। ਉਹ? ਬਰੂਨੋ ਨੇ ਕਿਹਾ, ਤੇਰਾ ਮਤਲਬ ਲੈਫਟੀਨੈਂਟ ਕੋਟਲਰ? ਹਾਂ, ਮੇਰੇ ਲਈ ਕੋਈ ਕੰਮ ਸੀ ਕਰਨ ਵਾਲਾ। ਜਦੋਂ ਬਰੂਨੋ ਨੇ ਹੇਠਾਂ ਵੱਲ ਦੇਖਿਆ ਤਾਂ ਮੇਜ਼ ਤੇ 64 ਛੋਟੇ ਗਲਾਸ ਪਏ ਸਨ। ਇਹ ਉਹ ਛੋਟੇ ਗਲਾਸ ਸਨ ਜਿਨ੍ਹਾਂ 'ਚ ਮਾਂ ਸ਼ੈਰੀ ਨਾਂ ਦੀ ਦਵਾਈ ਪੀਂਦੀ ਹੁੰਦੀ ਸੀ। ਉਹਨਾਂ ਗਲਾਸਾਂ ਦੇ ਨੇੜੇ ਮੇਜ਼ ਤੇ ਸ਼ਮੂਏਲ ਬੈਠਾ ਸੀ ਤੇ ਨਾਲ ਇੱਕ ਭਾਂਡੇ 'ਚ ਸਾਬਣ ਵਾਲਾ ਪਾਣੀ ਪਿਆ ਸੀ, ਜਿਹਦੇ ਕੋਲ ਕੁਝ ਪੇਪਰ ਨੈਪਕਿਨ ਪਏ ਸਨ। ਤੂੰ ਇੱਥੇ ਕਰ ਕੀ ਰਿਹਾ ਹੈ? ਬਰੂਨੋ ਨੇ ਪੁੱਛਿਆ। ਉਹਨਾਂ ਨੇ ਮੈਨੂੰ ਇਹ ਗਲਾਸ ਸਾਫ਼ ਕਰਨ ਲਈ ਦਿੱਤੇ ਨੇ, ਸ਼ਮੂਏਲ ਨੇ ਕਿਹਾ। ਉਹ ਕਹਿੰਦੇ ਨੇ ਕੋਈ ਛੋਟੀਆਂ ਤੇ ਪਤਲੀਆਂ ਉਂਗਲਾਂ ਵਾਲਾ ਹੀ ਇਹਨਾਂ ਗਲਾਸਾਂ ਨੂੰ ਸਾਫ਼ ਕਰ ਸਕਦਾ ਹੈ। ਜਿਵੇਂ ਕੋਈ ਸਬੂਤ ਹੋਵੇ ਕਿ ਜੋ ਕੁਝ ਵੀ ਬਰੂਨੋ ਨੂੰ ਪਤਾ ਸੀ। ਉਹਨੇ ਆਪਣਾ ਹੱਥ ਅੱਗੇ ਕੀਤਾ ਤੇ ਦੇਖਿਆ ਕਿ ਉਹਦੇ ਦੋਸਤ ਦਾ ਹੱਥ ਉਸ ਹੱਡੀਆਂ ਵਾਲੇ ਹੱਥ ਵਰਗਾ ਸੀ ਜਿਹੜਾ ਹੈਰ ਰਿਜ਼ਟ ਲੈ ਕੇ ਆਇਆ ਸੀ ਜਦੋਂ ਸਰੀਰ ਵਿਗਿਆਨ ਬਾਰੇ ਪੜ੍ਹਾ ਰਿਹਾ ਸੀ। ਮੈਂ ਪਹਿਲਾਂ ਇਹ ਕਦੇ ਦੇਖਿਆ ਹੀ ਨਹੀਂ, ਜਿਵੇਂ ਉਹਨੂੰ ਇਤਬਾਰ ਨਾ ਆ ਰਿਹਾ ਹੋਵੇ। ਉਹਨੇ ਅਜਿਹੀ ਆਵਾਜ਼ 'ਚ ਕਿਹਾ ਜਿਹੜੀ ਉਹਨੂੰ ਆਪਣੇ ਆਪ ਹੀ ਸੁਣੀ। ਪਹਿਲਾਂ ਕਦੇ ਕੀ ਨਹੀਂ ਸੀ ਦੇਖਿਆ? ਸ਼ਮੂਏਲ ਨੇ ਕਿਹਾ। ਉਹਦੇ ਜਵਾਬ 'ਚ ਬਰੂਨੋ ਨੇ ਆਪਣਾ ਹੱਥ ਅੱਗੇ ਕੀਤਾ ਕਿ ਦੋਵੇਂ ਹੱਥਾਂ ਦੀਆਂ ਵਿਚਕਾਰਲੀਆਂ ਉਂਗਲਾਂ ਛੋਹ ਰਹੀਆਂ ਸਨ। ਸਾਡੇ ਹੱਥ, ਉਹਨੇ ਕਿਹਾ, ਦੋਵੇਂ ਕਿੰਨੇ ਅਲੱਗ-ਅਲੱਗ ਨੇ, ਦੇਖ। ਦੋਵੇਂ ਮੁੰਡਿਆਂ ਨੇ ਜਦੋਂ ਹੇਠਾਂ ਨਜ਼ਰ ਮਾਰੀ ਤਾਂ ਫਰਕ ਸਾਫ਼ ਨਜ਼ਰ ਆ ਰਿਹਾ ਸੀ। ਭਾਵੇਂ ਬਰੂਨੋ ਦਾ ਕੱਦ ਉਹਦੀ ਉਮਰ ਅਨੁਸਾਰ ਥੋੜਾ ਛੋਟਾ ਸੀ ਤੇ ਉਹ ਕੋਈ ਮੋਟਾ ਵੀ ਨਹੀਂ ਸੀ। ਉਹਦਾ ਹੱਥ ਤੰਦਰੁਸਤ ਲੱਗ ਰਿਹਾ ਸੀ। ਚਮੜੀ 'ਚ ਕੋਈ
ਨਾੜਾਂ ਵੀ ਨਹੀਂ ਸਨ ਦਿਸਦੀਆਂ। ਉਹਦੀਆਂ ਉਂਗਲਾਂ ਕਿਸੇ ਸੁੱਕੇ ਲੱਕੜ ਦੇ ਕਾਨਿਆਂ ਵਰਗੀਆਂ ਵੀ ਨਹੀਂ ਸਨ ਲੱਗਦੀਆਂ, ਜਦ ਕਿ ਸ਼ਮੂਏਲ ਦਾ ਹੱਥ ਕੁਝ ਹੋਰ ਹੀ ਕਹਾਣੀ ਬਿਆਨ ਕਰ ਰਿਹਾ ਸੀ। ਇਹ ਕਿਸ ਤਰ੍ਹਾਂ ਕਿਵੇਂ ਹੋ ਗਿਆ? ਉਹਨੇ ਪੁੱਛਿਆ। ਮੈਨੂੰ ਨਹੀਂ ਪਤਾ, ਸ਼ਮੂਏਲ ਨੇ ਕਿਹਾ। ਇਹ ਪਹਿਲਾਂ ਤੇਰੇ ਹੱਥ ਵਰਗਾ ਹੀ ਸੀ, ਪਰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਿਵੇਂ ਬਦਲ ਗਿਆ। ਤਾਰ ਦੇ ਸਾਡੇ ਵਾਲੇ ਪਾਸੇ ਸਾਰੇ ਇਹੋ ਜਿਹੇ ਹੀ ਲੱਗਦੇ ਨੇ। ਬਰੂਨੋ ਹੈਰਾਨ ਹੋ ਗਿਆ। ਉਹ ਧਾਰੀਦਾਰ ਪਜਾਮਿਆਂ ਵਾਲੇ ਲੋਕਾਂ ਬਾਰੇ ਸੋਚਣ ਲੱਗ ਪਿਆ ਕਿ ਆਊਟਵਿਦ 'ਚ ਹੋ ਕੀ ਰਿਹਾ ਸੀ। ਇਹ ਕੋਈ ਚੰਗੀ ਗੱਲ ਨਹੀਂ ਸੀ ਕਿ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਸੀ। ਇਹਦਾ ਕੋਈ ਮਤਲਬ ਸਮਝ ਨਹੀਂ ਸੀ ਆ ਰਿਹਾ। ਬਰੂਨੋ ਸ਼ਮੂਏਲ ਦੇ ਹੱਥਾਂ ਵੱਲ ਵੇਖਣਾ ਵੀ ਨਹੀਂ ਸੀ ਚਾਹੁੰਦਾ। ਬਰੂਨੋ ਨਹੀਂ ਸੀ ਚਾਹੁੰਦਾ ਕਿ ਉਹਦਾ ਹੱਥ ਸ਼ਮੂਏਲ ਦੇ ਹੱਥ ਵਰਗਾ ਹੋ ਜਾਏ। ਉਹ ਮੁੜਿਆ ਤੇ ਜਾ ਕੇ ਫ੍ਰਿਜ ਖੋਲ੍ਹਿਆ ਤੇ ਉਸ ਵਿੱਚ ਖਾਣ ਲਈ ਕੁਝ ਲੱਭਣ ਲੱਗ ਪਿਆ। ਦੁਪਹਿਰ ਦੇ ਖਾਣੇ ਤੋਂ ਮਗਰੋਂ ਅੱਧਾ ਮੁਰਗਾ ਫ੍ਰਿਜ 'ਚ ਪਿਆ ਸੀ। ਦੇਖਦਿਆਂ ਬਰੂਨੋ ਦੀਆਂ ਅੱਖਾਂ 'ਚ ਚਮਕ ਆ ਗਈ। ਜੀਵਨ 'ਚ ਕੁਝ ਹੀ ਹੋਰ ਚੀਜ਼ਾਂ ਸਨ ਜਿਹੜੀਆਂ ਉਹਨੂੰ ਠੰਡੇ ਮੁਰਗੇ ਤੋਂ ਬਿਨਾਂ ਚੰਗੀਆਂ ਲੱਗਦੀਆਂ ਸਨ। ਉਹਦੇ ਖਾਨੇ 'ਚ ਇੱਕ ਚਾਕੂ ਚੁੱਕਿਆ ਤੇ ਆਪਣੇ ਲਈ ਉਹਨੇ ਕੁਝ ਟੁਕੜੇ ਕੱਟ ਲਏ। ਉਸ ਪਿੱਛੋਂ ਆਪਣੇ ਦੋਸਤ ਲਈ ਕੁਝ ਟੁਕੜੇ ਕੱਟੇ। ਮੈਂ ਖੁਸ਼ ਹਾਂ ਕਿ ਅਸੀਂ ਇੱਥੇ ਇਕੱਠੇ ਹਾਂ, ਉਹਨੇ ਕੁਝ ਟੁਕੜੇ ਆਪਣੇ ਮੂੰਹ 'ਚ ਪਾਉਂਦਿਆਂ ਕਿਹਾ। ਉਹਨੇ ਭਰੇ ਮੂੰਹ ਨਾਲ ਹੀ ਕਿਹਾ, ਜੇ ਤੂੰ ਇਹ ਗਲਾਸ ਨਾ ਸਾਫ਼ ਕਰਦਾ ਹੁੰਦਾ ਮੈਂ ਤੈਨੂੰ ਆਪਣਾ ਕਮਰਾ ਦਿਖਾਉਣਾ ਸੀ। ਉਹਨੇ ਮੈਨੂੰ ਕਿਹਾ ਸੀ ਕਿ ਇੱਥੋਂ ਉੱਠ ਕੇ ਮੈਂ ਕਿਧਰੇ ਵੀ ਨਹੀਂ ਜਾਣਾ, ਨਹੀਂ ਤਾਂ ਬਹੁਤ ਸ਼ਾਮਤ ਆ ਜਾਏਗੀ। ਮੈਨੂੰ ਕੋਈ ਪਰਵਾਹ ਨਹੀਂ, ਬਰੂਨੋ ਨੇ ਬਹਾਦਰੀ ਵਿਖਾਉਂਦਿਆਂ ਕਿਹਾ। ਇਹ ਕੋਈ ਉਹਦਾ ਘਰ ਨਹੀਂ, ਮੇਰਾ ਘਰ ਹੈ, ਤੇ ਜਦੋਂ ਪਿਤਾ ਜੀ ਇੱਥੇ ਨਾ ਹੋਣ ਤਾਂ ਮਾਲਕ ਮੈਂ ਹਾਂ। ਕੀ ਤੂੰ ਸੋਚ ਸਕਦਾ ਹੈ ਕਿ ਉਹਨੇ ਟ੍ਰੇਅਰ ਆਈਲੈਂਡ ਵਾਲੀ ਕਿਤਾਬ ਵੀ ਨਹੀਂ ਪੜ੍ਹੀ ਹੋਈ? ਸ਼ਮੂਏਲ ਨੇ ਉਸ ਵੱਲ ਦੇਖਿਆ ਜਿਵੇਂ ਉਹ ਉਹਦੀ ਗੱਲ ਨਾ ਸੁਣ ਰਿਹਾ ਹੋਵੇ। ਸਗੋਂ ਉਹਨੇ ਆਪਣੀਆਂ ਨਜ਼ਰਾਂ ਮੁਰਗੇ ਦੇ ਉਹਨਾਂ ਟੁਕੜਿਆਂ ਤੇ ਗੱਡੀਆਂ ਹੋਈਆਂ ਸਨ ਜਿਹੜੇ ਬਰੂਨੋ ਬੜੀ ਲਾਪਰਵਾਹੀ ਨਾਲ ਖਾਈ ਜਾ ਰਿਹਾ ਸੀ। ਕੁਝ ਦਿਨ ਮਗਰੋਂ ਬਰੂਨੋ ਨੇ ਜਦੋਂ ਇਹ ਦੇਖਿਆ ਤਾਂ ਆਪਣੇ ਆਪ ਨੂੰ ਕਸੂਰਵਾਰ ਸਮਝਣ ਲੱਗਾ। ਮੈਨੂੰ ਮਾਫ਼ ਕਰ ਦੇਈਂ ਸ਼ਮੂਏਲ, ਉਹਨੇ ਝੱਟ ਕਿਹਾ। ਮੈਨੂੰ ਕੁਝ ਟੁਕੜੇ ਤੈਨੂੰ ਵੀ ਦੇਣੇ ਚਾਹੀਦੇ ਸਨ। ਕੀ ਤੈਨੂੰ ਭੁੱਖ ਲੱਗੀ ਹੈ? ਇਹ ਸਵਾਲ ਤਾਂ ਕਦੇ ਵੀ ਤੂੰ ਮੈਨੂੰ ਨਹੀਂ ਪੁੱਛਿਆ, ਸ਼ਮੂਏਲ ਨੇ ਕਿਹਾ। ਭਾਵੇਂ ਉਹ ਆਪਣੇ ਜੀਵਨ 'ਚ ਕਦੇ ਵੀ ਗ੍ਰੈਟਲ ਨੂੰ ਨਹੀਂ ਮਿਲ ਸਕਿਆ, ਪਰ ਕਟਾਕਸ਼ ਬਾਰੇ ਉਹ ਵੀ ਕੁਝ ਨਾ ਕੁਝ ਜਾਣਦਾ ਸੀ। ਰੁਕ ਜ਼ਰਾ, ਕੁਝ ਮੈਂ ਤੇਰੇ ਲਈ ਕੱਟਦਾ, ਬਰੂਨੋ ਨੇ ਕਿਹਾ। ਬਰੂਨੋ ਨੇ ਫ੍ਰਿਜ ਖੋਲ੍ਹਿਆ, 3 ਟੁਕੜੇ ਕੱਟ ਲਏ। ਨਹੀਂ, ਜੇ ਉਹ ਅੰਦਰ ਆ ਗਿਆ, ਸ਼ਮੂਏਲ ਨੇ ਸਿਰ ਫੇਰਦਿਆਂ ਬੂਹੇ ਵੱਲ ਦੇਖਦਿਆਂ ਕਿਹਾ। ਜੇ ਕੌਣ ਅੰਦਰ ਆ ਗਿਆ? ਤੇਰਾ ਮਤਲਬ ਲੈਫਟੀਨੈਂਟ ਕੋਟਲਰ ਤੋਂ ਤਾਂ ਨਹੀਂ? ਮੈਂ ਤਾਂ ਸਿਰਫ ਗਲਾਸ ਹੀ ਸਾਫ਼ ਕਰਨੇ ਨੇ, ਉਹਨੇ ਕਿਹਾ। ਉਹ ਸਾਬਣ ਵਾਲੇ ਪਾਣੀ ਨਾਲ ਭਰੇ ਭਾਂਡੇ ਵੱਲ ਦੇਖਣ ਲੱਗ ਪਿਆ ਤੇ ਮੁੜ ਕੇ ਬਰੂਨੋ ਦੇ ਹੱਥ 'ਚ ਮੁਰਗੇ ਦੇ ਟੁਕੜਿਆਂ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਣ ਲੱਗ ਪਿਆ। ਉਹ ਗੁੱਸਾ ਨਹੀਂ ਕਰੇਗਾ, ਬਰੂਨੋ ਨੇ ਕਿਹਾ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਸ਼ਮੂਏਲ ਇੰਨਾ ਫਿਕਰਮੰਦ ਸੀ। ਇਹ ਸਿਰਫ ਖਾਣਾ ਹੀ ਤਾਂ ਹੈ। ਮੈਂ ਨਹੀਂ ਖਾ ਸਕਦਾ, ਸ਼ਮੂਏਲ ਨੇ ਕਿਹਾ, ਤੇ ਇੰਜ ਲੱਗ ਰਿਹਾ ਸੀ ਕਿ ਹੁਣੇ ਰੋ ਪਏਗਾ। ਉਹ ਆ ਜਾਏਗਾ, ਮੈਨੂੰ ਪਤਾ ਹੈ ਉਹ ਆਏਗਾ, ਤੇ ਉਹਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ। ਮੈਨੂੰ ਉਸ ਵੇਲੇ ਖਾ ਲੈਣਾ ਚਾਹੀਦਾ ਸੀ, ਪਹਿਲਾਂ ਜਦੋਂ ਤੂੰ ਮੈਨੂੰ ਦੇਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਬਹੁਤ ਦੇਰ ਹੋ ਚੁੱਕੀ ਹੈ। ਜੇ ਮੈਂ ਲੈ ਕੇ ਖਾਧਾ ਤੇ ਉੱਤੋਂ ਉਹ ਆ ਗਿਆ ਤਾਂ? ਆ ਲੈ ਸ਼ਮੂਏਲ, ਬਰੂਨੋ ਨੇ ਕਿਹਾ, ਤੇ ਕਦਮ ਅੱਗੇ ਵਧਾਉਂਦਿਆਂ ਉਹਨੇ ਮੁਰਗੇ ਦੇ ਸਾਰੇ ਟੁਕੜੇ ਉਹਦੇ ਹੱਥ 'ਤੇ ਰੱਖ ਦਿੱਤੇ। ਹੁਣ ਇਹਨਾਂ ਨੂੰ ਖਾ ਵੀ ਲੈ, ਸ਼ਾਮ ਦੀ ਚਾਹ ਵਾਸਤੇ ਹੋਰ ਬੜਾ ਕੁਝ ਬਾਕੀ ਹੈ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ। ਉਸ ਮੁੰਡੇ ਨੇ ਇੱਕ ਪਲ ਆਪਣੇ ਹੱਥ 'ਤੇ ਪਏ ਖਾਣੇ ਵੱਲ ਦੇਖਿਆ, ਫਿਰ ਉੱਪਰ ਵੱਲ ਬਰੂਨੋ ਨੂੰ ਹਸਰਤ ਭਰੀਆਂ ਤੇ ਧੰਨਵਾਦ ਭਰੀਆਂ ਨਿਗਾਹਾਂ ਨਾਲ ਦੇਖਿਆ। ਉਹਦੀਆਂ ਅੱਖਾਂ ਡਰੀਆਂ ਹੋਈਆਂ ਸਨ। ਉਹਨੇ ਇੱਕ ਨਜ਼ਰ ਬੂਹੇ ਵੱਲ ਦੇਖਿਆ ਤੇ ਲੱਗਦਾ ਸੀ ਕਿ ਉਹਨੇ ਮਨ 'ਚ ਇੱਕ ਫੈਸਲਾ ਕਰ ਲਿਆ, ਕਿਉਂਕਿ ਉਹਨੇ ਹੱਥ ਵਾਲੇ 3 ਟੁਕੜੇ ਇੱਕਦਮ ਆਪਣੇ ਮੂੰਹ 'ਚ ਪਾ ਲਏ ਤੇ ਕੋਈ 20 ਸਕਿੰਟਾਂ ਵਿੱਚ ਉਹਨਾਂ ਨੂੰ ਨਿਗਲ ਗਿਆ। ਤੈਨੂੰ ਇਹਨਾਂ ਨੂੰ ਇੰਨੀ ਜਲਦੀ ਖਾਣ ਦੀ ਕੋਈ ਲੋੜ ਨਹੀਂ, ਤੂੰ ਬਿਮਾਰ ਹੋ ਜਾਏਗਾ, ਬਰੂਨੋ ਨੇ ਕਿਹਾ। ਮੈਨੂੰ ਪਰਵਾਹ ਨਹੀਂ, ਕਮਜ਼ੋਰ ਜਿਹੀ ਮੁਸਕਰਾਹਟ ਨਾਲ ਉਹਨੇ ਕਿਹਾ। ਸ਼ੁਕਰੀਆ ਬਰੂਨੋ। ਬਰੂਨੋ ਮੁਸਕਰਾਇਆ ਤੇ ਉਹ ਕੁਝ ਹੋਰ ਖਾਣਾ ਉਹਨੂੰ ਦੇਣਾ ਚਾਹੁੰਦਾ ਸੀ ਕਿ ਅਚਾਨਕ ਲੈਫਟੀਨੈਂਟ ਕੋਟਲਰ ਰਸੋਈ 'ਚ ਵੜ ਆਇਆ ਤੇ ਉੱਥੇ ਆ ਖੜਾ ਜਿੱਥੇ ਦੋਵੇਂ ਮੁੰਡੇ ਗੱਲਾਂ ਕਰ ਰਹੇ ਸਨ। ਬਰੂਨੋ ਨੇ ਉਸ ਵੱਲ ਦੇਖਦਿਆਂ ਸੋਚਿਆ ਕਿ ਮਾਹੌਲ ਕਿੰਨਾ ਗਲ ਘੋਟੂ ਹੋਈ ਜਾ ਰਿਹਾ ਸੀ। ਉਹਨੇ ਦੇਖਿਆ ਸ਼ਮੂਏਲ ਦੇ ਮੋਢੇ ਹੋਰ ਨੀਵੇਂ ਹੋ ਗਏ ਸਨ ਜਦੋਂ ਉਹਨੇ ਸਾਫ਼ ਕਰਨ ਲਈ ਅਗਲਾ ਗਿਲਾਸ ਚੁੱਕ ਲਿਆ ਸੀ। ਬਰੂਨੋ ਨੂੰ ਛੱਡ ਕੇ ਲੈਫਟੀਨੈਂਟ ਕੋਟਲਰ ਗੁੱਸੇ 'ਚ ਸ਼ਮੂਏਲ ਵੱਲ ਵਧਿਆ ਤੇ ਉਹਦੇ ਨੇੜੇ ਜਾ ਖੜਾ ਹੋਇਆ। ਕੀ ਕਰ ਰਿਹਾ ਤੂੰ? ਉਹਨੇ ਖਰਵੀ ਆਵਾਜ਼ 'ਚ ਕਿਹਾ। ਤੈਨੂੰ ਮੈਂ ਗਲਾਸ ਧੋਣ ਲਈ ਨਹੀਂ ਸੀ ਕਿਹਾ? ਸ਼ਮੂਏਲ ਨੇ ਹਾਂ 'ਚ ਸਿਰ ਹਿਲਾਇਆ ਤੇ ਹੋਰ ਸਿਰ ਨੀਵਾਂ ਕਰਕੇ ਉਹਨੇ ਧੋਣ ਵਾਲੇ ਨੈਪਕਿਨ ਦਾ ਟੁਕੜਾ ਚੱਕਿਆ ਤੇ ਉਹਨੂੰ ਪਾਣੀ 'ਚ ਡੁਬੋਇਆ। ਤੈਨੂੰ ਕਿਹਨੇ ਕਿਹਾ ਸੀ ਕਿ ਤੈਨੂੰ ਇਸ ਘਰ 'ਚ ਗੱਲਾਂ ਕਰਨ ਦੀ ਖੁੱਲ੍ਹ ਹੈ? ਕੋਟਲਰ ਨੇ ਆਪਣੀ ਡਾਂਟ ਜਾਰੀ ਰੱਖੀ। ਮੇਰਾ ਕਹਿਣਾ ਨਾ ਮੰਨਣ ਦੀ ਤੇਰੇ 'ਚ ਹਿੰਮਤ ਹੈ? ਨਹੀਂ ਸਰ, ਸ਼ਮੂਏਲ ਨੇ ਹੌਲੀ ਜਿਹੀ ਕਿਹਾ। ਮੈਨੂੰ ਮਾਫ਼ ਕਰ ਦਿਓ ਸਰ। ਉਹਨੇ ਉੱਪਰ ਵੱਲ ਲੈਫਟੀਨੈਂਟ ਕੋਟਲਰ ਵੱਲ ਦੇਖਿਆ, ਜਿਹੜਾ ਹੋਰ ਗੁੱਸੇ ਨਾਲ ਉਸ ਵੱਲ ਹੇਠਾਂ ਦੇਖ ਰਿਹਾ ਸੀ। ਉਹਨੇ ਨੀਵਾਂ ਹੋ ਕੇ ਮੁੰਡੇ ਦੇ ਚਿਹਰੇ ਵੱਲ ਨੀਝ ਨਾਲ ਦੇਖਿਆ। ਕੀ ਤੂੰ ਕੁਝ ਖਾ ਰਿਹਾ ਸੀ? ਉਹਨੇ ਧੀਮੀ ਆਵਾਜ਼ 'ਚ ਪੁੱਛਿਆ, ਜਿਵੇਂ ਉਸ ਨੂੰ ਆਪਣੇ ਆਪ ਨੂੰ ਇਤਬਾਰ ਨਾ ਹੋਵੇ। ਸ਼ਮੂਏਲ ਨੇ ਨਾਂ 'ਚ ਸਿਰ ਮਾਰਿਆ।
ਤੂੰ ਜ਼ਰੂਰ ਕੁਝ ਨਾ ਕੁਝ ਖਾ ਰਿਹਾ ਸੀ। ਲੈਫਟੀਨੈਂਟ ਕੋਟਲਰ ਨੇ ਜ਼ਿੱਦ ਨਾਲ ਕਿਹਾ। ਕੀ ਤੂੰ ਉਸ ਫਰਿੱਜ 'ਚੋਂ ਕੁਝ ਚੋਰੀ ਕੀਤਾ ਸੀ? ਸ਼ਮੂਏਲ ਨੇ ਆਪਣਾ ਮੂੰਹ ਖੋਲ੍ਹਿਆ ਤੇ ਬੰਦ ਕਰ ਲਿਆ। ਉਹਨੇ ਦੁਬਾਰਾ ਮੂੰਹ ਇਸ ਲਈ ਖੋਲ੍ਹਿਆ ਸੀ ਕਿ ਕੋਈ ਸ਼ਬਦ ਲੱਭ ਸਕੇ, ਪਰ ਉਹਨੂੰ ਕੁਝ ਨਾ ਸੁਝਿਆ। ਉਹਨੇ ਬਰੂਨੋ ਵੱਲ ਦੇਖਿਆ। ਉਹਦੀਆਂ ਅੱਖਾਂ 'ਚ ਉੱਧਰੋਂ ਮਦਦ ਦੀ ਉਮੀਦ ਸੀ। ਮੈਨੂੰ ਜਵਾਬ ਦੇ, ਲੈਫਟੀਨੈਂਟ ਕੋਟਲਰ ਨੇ ਫਿਰ ਗੁੱਸੇ 'ਚ ਕਿਹਾ। ਕੀ ਤੂੰ ਉਸ ਫਰਿੱਜ 'ਚੋਂ ਚੋਰੀ ਕੀਤੀ ਸੀ? ਨਹੀਂ ਸਰ, ਉਹਨੇ ਮੈਨੂੰ ਖੁਦ ਹੀ ਦਿੱਤਾ ਸੀ। ਸ਼ਮੂਏਲ ਦੀਆਂ ਅੱਖਾਂ 'ਚ ਹੰਝੂ ਸਨ। ਉਹਨੇ ਨਿਗਾਹ ਪਾਸੇ ਕਰਦਿਆਂ ਬਰੂਨੋ ਵੱਲ ਦੇਖਿਆ। ਮੇਰਾ ਦੋਸਤ ਹੈ, ਉਹਨੇ ਕਿਹਾ। ਤੇਰਾ? ਲੈਫਟੀਨੈਂਟ ਕੋਟਲਰ ਨੇ ਹੈਰਾਨ ਜਿਹਾ ਹੋ ਕੇ ਬਰੂਨੋ ਵੱਲ ਦੇਖਿਆ। ਉਹ ਥੋੜਾ ਝਿਜਕਿਆ। ਕੀ ਮਤਲਬ ਹੈ ਤੇਰਾ? ਕਿ ਉਹ ਤੇਰਾ ਦੋਸਤ ਹੈ? ਬਰੂਨੋ, ਕੀ ਤੂੰ ਇਸ ਮੁੰਡੇ ਨੂੰ ਜਾਣਦਾ? ਬਰੂਨੋ ਨੇ ਆਪਣਾ ਅੱਧ ਖੁੱਲਾ ਜਿਹਾ ਮੂੰਹ ਬਣਾਇਆ ਤੇ ਉਹ ਯਾਦ ਕਰਨ ਲੱਗਾ ਕਿ ਜੇ ਹਾਂ ਕਹਿਣਾ ਹੋਵੇ ਤਾਂ ਕੀ ਕਿਹਾ ਜਾਏ। ਉਹਨੇ ਕਦੇ ਵੀ ਇੰਨਾ ਭੈ-ਭੀਤ ਹੋਇਆ ਕਿਸੇ ਨੂੰ ਅੱਜ ਤੱਕ ਨਹੀਂ ਸੀ ਦੇਖਿਆ ਜਿੰਨਾ ਉਹ ਸ਼ਮੂਏਲ ਨੂੰ ਦੇਖ ਰਿਹਾ ਸੀ। ਉਹ ਜੇ ਕੋਈ ਗੱਲ ਕਹਿਣਾ ਚਾਹੁੰਦਾ ਸੀ ਜਿਸ ਨਾਲ ਮਾਹੌਲ ਚੰਗੇਰਾ ਹੋ ਜਾਏ, ਪਰ ਉਸਨੂੰ ਲੱਗਾ ਕਿ ਉਹ ਨਹੀਂ ਕਹਿ ਸਕਦਾ ਕਿਉਂਕਿ ਉਹ ਖੁਦ ਡਰਿਆ ਹੋਇਆ ਸੀ। ਕੀ ਤੂੰ ਇਸ ਮੁੰਡੇ ਨੂੰ ਜਾਣਦਾ ਹੈ? ਕੋਟਲਰ ਨੇ ਹੋਰ ਉੱਚੀ ਆਵਾਜ਼ 'ਚ ਕਿਹਾ। ਕੀ ਤੂੰ ਕੈਦੀਆਂ ਨਾਲ ਗੱਲਾਂ ਕਰਦਾ? ਮੈਂ? ਉਹ ਇੱਥੇ ਹੀ ਸੀ ਜਦੋਂ ਮੈਂ ਅੰਦਰ ਆਇਆ, ਬਰੂਨੋ ਨੇ ਕਿਹਾ। ਉਹ ਗਲਾਸ ਸਾਫ਼ ਕਰੀ ਜਾ ਰਿਹਾ ਸੀ। ਮੈਂ ਤੈਨੂੰ ਇਹ ਤਾਂ ਨਹੀਂ ਪੁੱਛਿਆ, ਕੋਟਲਰ ਨੇ ਕਿਹਾ, ਕਿ ਤੂੰ ਪਹਿਲਾਂ ਕਦੇ ਇਸ ਨੂੰ ਦੇਖਿਆ? ਕੀ ਤੂੰ ਕਦੇ ਇਸ ਨਾਲ ਗੱਲ ਕੀਤੀ ਹੈ? ਇਹ ਕਿਉਂ ਇਹ ਕਹਿ ਰਿਹਾ ਕਿ ਤੂੰ ਉਹਦਾ ਦੋਸਤ ਹੈ? ਬਰੂਨੋ ਚਾਹੁੰਦਾ ਸੀ ਕਿ ਉੱਥੋਂ ਕਿਧਰੇ ਭੱਜ ਜਾਏ। ਉਹ ਲੈਫਟੀਨੈਂਟ ਕੋਟਲਰ ਨੂੰ ਨਫ਼ਰਤ ਕਰਦਾ ਸੀ, ਪਰ ਉਸ ਤੇ ਆਪਣੀ ਧੌਂਸ ਜਮਾ ਰਿਹਾ ਸੀ। ਬਰੂਨੋ ਸਿਰਫ ਉਸ ਦੁਪਹਿਰ ਪਿੱਛੋਂ ਵਾਲੇ ਸਮੇਂ ਨੂੰ ਯਾਦ ਕਰ ਰਿਹਾ ਸੀ ਜਦੋਂ ਉਹਨੇ ਉਹਨੂੰ ਕੁੱਤੇ ਨੂੰ ਗੋਲੀ ਮਾਰਦਿਆਂ ਵੇਖਿਆ ਸੀ ਤੇ ਉਸ ਦਿਨ ਸ਼ਾਮ ਨੂੰ ਜਦੋਂ ਪਾਵੇਲ ਤੇ ਬਹੁਤ ਗੁੱਸੇ ਹੋਇਆ ਸੀ। ਇਹ ਗੱਲ ਉਸਨੂੰ ਬੜਾ ਗੁੱਸਾ ਚੜ੍ਹਾ ਰਹੀ ਸੀ। ਬਰੂਨੋ, ਮੈਨੂੰ ਜਵਾਬ ਦੇ, ਕੋਟਲਰ ਨੇ ਗੁੱਸੇ ਨਾਲ ਕਿਹਾ ਸੀ। ਗੁੱਸੇ ਨਾਲ ਉਹਦਾ ਚਿਹਰਾ ਲਾਲ ਹੋ ਰਿਹਾ ਸੀ। ਮੈਂ ਤੀਜੀ ਵਾਰ ਤੈਨੂੰ ਨਹੀਂ ਪੁੱਛਾਂਗਾ। ਮੈਂ ਕਦੇ ਵੀ ਉਸ ਨਾਲ ਗੱਲ ਨਹੀਂ ਕੀਤੀ, ਬਰੂਨੋ ਨੇ ਝਟ ਕਿਹਾ। ਮੈਂ ਇਹਨੂੰ ਆਪਣੀ ਜ਼ਿੰਦਗੀ 'ਚ ਕਦੇ ਵੀ ਨਹੀਂ ਸੀ ਵੇਖਿਆ। ਮੈਂ ਇਹਨੂੰ ਜਾਣਦਾ ਤੱਕ ਨਹੀਂ। ਲੈਫਟੀਨੈਂਟ ਕੋਟਲਰ ਨੇ ਹਾਂ 'ਚ ਸਿਰ ਹਿਲਾਇਆ, ਜਿਵੇਂ ਉਸ ਜਵਾਬ ਨਾਲ ਉਹਦੀ ਤਸੱਲੀ ਹੋ ਗਈ ਹੋਵੇ। ਬੜੀ ਹੌਲੀ ਜਿਹੀ ਉਹਨੇ ਆਪਣਾ ਮੂੰਹ ਸ਼ਮੂਏਲ ਵੱਲ ਫੇਰਿਆ, ਜਿਹੜਾ ਉਸ ਵੇਲੇ ਰੋ ਨਹੀਂ ਸੀ ਰਿਹਾ। ਉਹ ਸਿਰਫ ਧਰਤੀ ਵੱਲ ਹੀ ਦੇਖ ਰਿਹਾ ਸੀ, ਜਿਵੇਂ ਆਪਣੀ ਆਤਮਾ ਨੂੰ ਇਹ ਤਸੱਲੀ ਦਿਵਾ ਰਿਹਾ ਹੋਵੇ ਕਿ ਉਹਨੂੰ ਉਹਦੇ ਸਰੀਰ ਵਿੱਚ ਹੋਰ ਸਮਾਂ ਨਹੀਂ ਰਹਿਣਾ ਚਾਹੀਦਾ। ਉਹਨੂੰ ਚਾਹੀਦਾ ਸੀ ਕਿ ਦਰਵਾਜ਼ੇ ਹੇਠੋਂ ਬਾਹਰ ਚਲੀ ਜਾਵੇ ਤੇ ਆਕਾਸ਼ 'ਚ ਉੱਚੇ ਬੱਦਲਾਂ ਤੋਂ ਵੀ ਉੱਪਰ ਦੂਰ ਚਲੀ ਜਾਵੇ। ਤੂੰ ਇਹ ਸਾਰੇ ਗਲਾਸਾਂ ਦੀ ਸਫਾਈ ਕਰੇਂਗਾ? ਲੈਫਟੀਨੈਂਟ ਕੋਟਲਰ ਨੇ ਬੜੀ ਧੀਮੀ ਤੇ ਸਹਿਜ ਆਵਾਜ਼ 'ਚ ਕਿਹਾ। ਆਵਾਜ਼ ਇੰਨੀ ਨੀਵੀਂ ਸੀ ਕਿ ਬਰੂਨੋ ਨੇ ਸੁਣ ਲਈ ਸੀ, ਜਿਵੇਂ ਉਹਦਾ ਗੁੱਸਾ ਹੁਣ ਕਿਧਰੇ ਗਾਇਬ ਹੋ ਗਿਆ ਹੋਵੇ। ਉਲਟ ਨਹੀਂ, ਸਗੋਂ ਜਿਵੇਂ ਕੁਝ ਭਿਆਨਕ ਜਿਹਾ ਵਰਤਣ ਵਾਲਾ ਹੋਵੇ। ਤੇ ਫਿਰ ਮੈਂ ਤੈਨੂੰ ਲੈਣ ਆਵਾਂਗਾ ਤੇ ਕੈਂਪ 'ਚ ਲੈ ਜਾਵਾਂਗਾ ਤੇ ਉੱਥੇ ਜਾ ਕੇ ਇਹ ਬਹਿਸ ਹੋਏਗੀ ਕਿ ਜਿਹੜੇ ਮੁੰਡੇ ਚੋਰੀ ਕਰਦੇ ਨੇ ਉਹਨਾਂ ਨਾਲ ਕਿਹੋ ਜਿਹਾ ਸਲੂਕ ਹੋਣਾ ਚਾਹੀਦਾ ਹੈ। ਕੀ ਇਹ ਗੱਲ ਸਮਝ ਆ ਗਈ? ਸ਼ਮੂਏਲ ਨੇ ਸਿਰ ਹਿਲਾਇਆ ਤੇ ਕੱਪੜਾ ਚੁੱਕ ਕੇ ਗਲਾਸ ਸਾਫ਼ ਕਰਨ ਲੱਗ ਪਿਆ। ਬਰੂਨੋ ਨੇ ਜਦੋਂ ਉਹਦੀਆਂ ਕੰਬਦੀਆਂ ਉਂਗਲਾਂ ਵੱਲ ਦੇਖਿਆ ਕਿ ਕਿਧਰੇ ਹੱਥੋਂ ਛੁੱਟ ਕੇ ਕੋਈ ਗਲਾਸ ਨਾ ਟੁੱਟ ਜਾਵੇ, ਉਹਦਾ ਦਿਲ ਡੁੱਬ ਰਿਹਾ ਸੀ ਕਿ ਉਹ ਉੱਧਰ ਨਾ ਦੇਖੇ, ਪਰ ਹੋਰ ਕਿਸੇ ਪਾਸੇ ਨਹੀਂ ਸੀ ਦੇਖ ਸਕਿਆ। ਆਓ ਛੋਟੇ ਬੰਦਿਆ, ਲੈਫਟੀਨੈਂਟ ਕੋਟਲਰ ਨੇ ਬਰੂਨੋ ਵੱਲ ਆਉਂਦਿਆਂ ਕਿਹਾ ਤੇ ਆਪਣਾ ਵੱਡਾ ਹੱਥ ਉਹਦੇ ਮੋਢੇ ਤੇ ਰੱਖ ਦਿੱਤਾ। ਹੁਣ ਤੂੰ ਵੱਡੇ ਕਮਰੇ 'ਚ ਚਲਾ ਜਾ ਤੇ ਇਸ ਛੋਟੇ ਨੂੰ ਆਪਣਾ ਕੰਮ ਖਤਮ ਕਰਨ ਦੇ। ਉਹਨੇ ਹੁਣ ਵੀ ਉਹੀ ਸ਼ਬਦ ਵਰਤੇ ਸਨ ਜਦੋਂ ਉਹਨੇ ਪਾਵੇਲ ਨੂੰ ਬਰੂਨੋ ਲਈ ਟਾਇਰ ਲੱਭ ਕੇ ਲਿਆਉਣ ਵੇਲੇ ਕਹੇ ਸਨ। ਬਰੂਨੋ ਨੇ ਹਾਂ 'ਚ ਸਿਰ ਹਿਲਾਇਆ। ਉਹ ਮੁੜਿਆ ਤੇ ਬਿਨਾਂ ਪਿੱਛੇ ਦੇਖਿਆ ਰਸੋਈ 'ਚੋਂ ਬਾਹਰ ਚਲਾ ਗਿਆ। ਉਹਦੇ ਢਿੱਡ 'ਚ ਕੁਝ ਗੜਬੜ ਜਿਹੀ ਹੋ ਰਹੀ ਸੀ। ਇੱਕ ਪਲ ਹੀ ਉਹਨੂੰ ਲੱਗਾ ਕਿ ਉਹ ਬਿਮਾਰ ਪੈ ਜਾਏਗਾ। ਉਹ ਜੀਵਨ 'ਚ ਕਦੇ ਵੀ ਇੰਨਾ ਸ਼ਰਮਸਾਰ ਨਹੀਂ ਸੀ ਹੋਇਆ। ਉਹਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਕਿਸੇ ਤਰ੍ਹਾਂ ਵੀ ਕਿਸੇ ਨਾਲ ਨਿਰਦਈਆਂ ਵਾਲਾ ਵਿਵਹਾਰ ਕਰ ਸਕਦਾ ਹੈ। ਉਹ ਹੈਰਾਨ ਸੀ ਕਿ ਜਿਹੜਾ ਮੁੰਡਾ ਆਪਣੇ ਆਪ ਨੂੰ ਚੰਗਾ ਸਮਝਦਾ ਹੋਵੇ, ਉਹ ਕਿਵੇਂ ਦੋਸਤ ਨਾਲ ਗੀਦੀਆਂ ਵਾਲਾ ਵਰਤਾਅ ਕਰ ਸਕਦਾ ਹੈ। ਉਹ ਹੇਠਾਂ ਵੱਡੇ ਕਮਰੇ 'ਚ ਕਈ ਘੰਟੇ ਬੈਠਾ ਰਿਹਾ, ਪਰ ਉਹ ਆਪਣੀ ਕਿਤਾਬ ਪੜ੍ਹ ਨਹੀਂ ਸਕਿਆ ਤੇ ਨਾ ਹੀ ਰਸੋਈ 'ਚ ਜਾਣ ਦੀ ਉਹਦੇ 'ਚ ਹਿੰਮਤ ਸੀ। ਜਦਕਿ ਸ਼ਾਮ ਪੈਣ ਤੱਕ ਲੈਫਟੀਨੈਂਟ ਕੋਟਲਰ ਵਾਪਸ ਆ ਕੇ ਸ਼ਮੂਏਲ ਨੂੰ ਆਪਣੇ ਨਾਲ ਲਿਜਾ ਚੁੱਕਾ ਸੀ। ਉਸ ਤੋਂ ਪਿੱਛੋਂ ਹਰ ਰੋਜ਼ ਦੁਪਹਿਰ ਪਿੱਛੋਂ ਬਰੂਨੋ ਉਸ ਥਾਂ ਮੁੜ-ਮੁੜ ਜਾਂਦਾ ਰਿਹਾ ਜਿੱਥੇ ਉਹ ਮਿਲੇ ਸਨ। ਉਹ ਰੋਜ਼ ਤਾਰ ਦੇ ਬਾਹਰ ਵਾਲੀ ਥਾਂ ਜਾ ਕੇ ਨਿਰਾਸ਼ ਹੋ ਕੇ ਮੁੜ ਆਉਂਦਾ ਰਿਹਾ, ਪਰ ਸ਼ਮੂਏਲ ਉੱਥੇ ਕਦੇ ਨਹੀਂ ਸੀ ਹੁੰਦਾ। ਲਗਭਗ ਇੱਕ ਹਫ਼ਤੇ ਪਿੱਛੋਂ ਉਹਨੂੰ ਤਸੱਲੀ ਹੋ ਗਈ ਕਿ ਉਹਨੇ ਜ਼ਰੂਰ ਕੁਝ ਅਜਿਹਾ ਮਾੜਾ ਕੰਮ ਕਰ ਦਿੱਤਾ ਹੋਏਗਾ ਕਿ ਉਹਨੂੰ ਕਦੇ ਵੀ ਮਾਫ਼ੀ ਨਹੀਂ ਮਿਲ ਸਕਦੀ। ਪਰ 7ਵੇਂ ਦਿਨ ਉਸ ਨੂੰ ਉਸ ਵੇਲੇ ਖੁਸ਼ੀ ਹੋਈ ਜਦੋਂ ਉਹਨੇ ਸ਼ਮੂਏਲ ਨੂੰ ਆਪਣੀ ਥਾਂ ਬੈਠਾ ਦੇਖਿਆ। ਸ਼ਮੂਏਲ ਚੌਂਕੜੀ ਮਾਰ ਕੇ ਉਸੇ ਤਰ੍ਹਾਂ ਹੀ ਮਿੱਟੀ ਵੱਲ ਹੇਠਾਂ ਵੇਖੀ ਜਾ ਰਿਹਾ ਸੀ। ਸ਼ਮੂਏਲ, ਉਹਨੇ ਉਸ ਵੱਲ ਭੱਜ ਕੇ ਆਉਂਦਿਆਂ ਕਿਹਾ ਤੇ ਤਾਰ ਦੇ ਆਪਣੇ ਵਾਲੇ ਪਾਸੇ ਬੈਠ ਗਿਆ। ਉਹ ਜਿਵੇਂ ਦੁੱਖ ਤੇ ਤਸੱਲੀ ਨਾਲ ਰੋਣ ਹਾਕਾ ਹੋਇਆ ਪਿਆ ਸੀ। ਮੈਨੂੰ ਬੜਾ ਅਫਸੋਸ ਹੈ ਸ਼ਮੂਏਲ, ਮੈਨੂੰ ਨਹੀਂ ਪਤਾ ਕਿ ਮੈਂ ਇਹ ਕਿਉਂ ਕੀਤਾ। ਕਹਿ ਦੇ ਕਿ ਮੈਂ ਤੈਨੂੰ ਮਾਫ਼ ਕਰ ਦਿੱਤਾ। ਚਲੋ ਠੀਕ ਹੈ, ਸ਼ਮੂਏਲ ਨੇ ਕਿਹਾ। ਇਸ ਵਾਰ
ਉਹਨੇ ਬਰੂਨੋ ਵੱਲ ਵੇਖ ਕੇ ਕਿਹਾ। ਉਹਦੇ ਚਿਹਰੇ ਤੇ ਬਹੁਤ ਸਾਰੀਆਂ ਝਰੀਟਾਂ ਪਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਬਰੂਨੋ ਨੂੰ ਚੰਗਾ ਨਾ ਲੱਗਾ ਤੇ ਇੱਕ ਪਲ ਲਈ ਉਹ ਆਪਣੀ ਮਾਫੀ ਬਾਰੇ ਵੀ ਭੁੱਲ ਗਿਆ। ਤੈਨੂੰ ਕੀ ਹੋ ਗਿਆ? ਉਹਨੇ ਪੁੱਛਿਆ ਤੇ ਉਸ ਨੇ ਉੱਤਰ 'ਚ ਉਡੀਕ ਵੀ ਨਾ ਕੀਤੀ। ਕੀ ਇਹ ਸਾਈਕਲ ਨਾਲ ਹੋ ਗਿਆ ਸੀ? ਕਿਉਂਕਿ ਅਜਿਹਾ ਬਰਲਿਨ 'ਚ ਕੁਝ ਸਾਲ ਪਹਿਲਾਂ ਮੇਰੇ ਨਾਲ ਵੀ ਹੋਇਆ ਸੀ। ਮੈਂ ਜਦੋਂ ਸਾਈਕਲ ਤੇਜ਼ ਚਲਾ ਰਿਹਾ ਸੀ ਤਾਂ ਉਹ ਤੋਂ ਡਿੱਗ ਪਿਆ ਸੀ ਤੇ ਕਈ ਹਫ਼ਤਿਆਂ ਤੱਕ ਮੇਰੀਆਂ ਸੱਟਾਂ ਦੁਖਦੀਆਂ ਰਹੀਆਂ ਸਨ। ਕੀ ਤੈਨੂੰ ਪੀੜ ਹੁੰਦੀ ਹੈ? ਮੈਨੂੰ ਹੁਣ ਕੁਝ ਵੀ ਮਹਿਸੂਸ ਨਹੀਂ ਹੁੰਦਾ, ਸ਼ਮੂਏਲ ਨੇ ਕਿਹਾ। ਲੱਗਦਾ ਹੈ ਤੈਨੂੰ ਪੀੜ ਹੁੰਦੀ ਹੋਏਗੀ। ਮੈਨੂੰ ਹੁਣ ਕੁਝ ਵੀ ਮਹਿਸੂਸ ਨਹੀਂ ਹੁੰਦਾ, ਸ਼ਮੂਏਲ ਨੇ ਫਿਰ ਕਿਹਾ। ਚੱਲ, ਮੈਨੂੰ ਪਿਛਲੇ ਹਫ਼ਤੇ ਬਾਰੇ ਬੜਾ ਅਫਸੋਸ ਹੈ, ਬਰੂਨੋ ਨੇ ਕਿਹਾ। ਮੈਂ ਲੈਫਟੀਨੈਂਟ ਕੋਟਲਰ ਨੂੰ ਨਫ਼ਰਤ ਕਰਦਾ। ਉਹ ਸੋਚਦਾ ਹੈ ਕਿ ਉਹ ਘਰ ਦਾ ਇੰਚਾਰਜ ਹੈ, ਪਰ ਉਹ ਹੈ ਨਹੀਂ। ਉਹਨੇ ਇੱਕ ਪਲ ਉਡੀਕਿਆ। ਉਹ ਨਹੀਂ ਸੀ ਚਾਹੁੰਦਾ ਕਿ ਉਹਦੀ ਗੱਲ ਇੱਥੇ ਹੀ ਖਤਮ ਹੋ ਜਾਏ। ਉਹਨੇ ਮਹਿਸੂਸ ਕੀਤਾ ਕਿ ਉਹਨੂੰ ਆਖਰੀ ਵਾਰ ਕਹਿ ਦੇਣਾ ਚਾਹੀਦਾ ਹੈ ਜੋ ਵੀ ਉਹ ਕਹਿਣਾ ਚਾਹੁੰਦਾ ਹੈ ਤੇ ਜੋ ਉਹ ਉਸ ਵੇਲੇ ਮਹਿਸੂਸ ਕਰ ਰਿਹਾ। ਸ਼ਮੂਏਲ, ਮੈਨੂੰ ਬੜਾ ਅਫਸੋਸ ਹੈ, ਉਹਨੇ ਸਾਫ਼ ਆਵਾਜ਼ 'ਚ ਕਿਹਾ। ਮੈਨੂੰ ਭਰੋਸਾ ਨਹੀਂ ਕਿ ਮੈਂ ਉਹਨੂੰ ਸੱਚੀ ਗੱਲ ਦੱਸੀ ਸੀ। ਮੈਂ ਕਦੇ ਵੀ ਕਿਸੇ ਦੋਸਤ ਨਾਲ ਪਹਿਲਾਂ ਕਦੇ ਨਹੀਂ ਸੀ ਕੀਤਾ। ਸ਼ਮੂਏਲ, ਮੈਨੂੰ ਆਪਣੇ ਆਪ 'ਤੇ ਬੜੀ ਸ਼ਰਮ ਆ ਰਹੀ ਹੈ। ਤੇ ਜਦੋਂ ਅਜਿਹਾ ਉਹਨੇ ਕਿਹਾ ਤਾਂ ਸ਼ਮੂਏਲ ਮੁਸਕਰਾਇਆ ਤੇ ਹਾਂ 'ਚ ਸਿਰ ਹਿਲਾਇਆ। ਬਰੂਨੋ ਨੂੰ ਪਤਾ ਸੀ ਕਿ ਉਹਨੇ ਉਹਨੂੰ ਮਾਫ਼ ਕਰ ਦਿੱਤਾ ਤਾਂ ਸ਼ਮੂਏਲ ਨੇ ਉਸ ਵੇਲੇ ਕੁਝ ਅਜਿਹਾ ਕੀਤਾ ਜਿਹੜਾ ਪਹਿਲਾਂ ਉਹਨੇ ਕਦੇ ਵੀ ਨਹੀਂ ਸੀ ਕੀਤਾ। ਉਹਨੇ ਹੇਠਲੀ ਤਾਰ ਨੂੰ ਉੱਪਰ ਚੁੱਕਿਆ, ਜਿਹੜਾ ਉਸ ਵੇਲੇ ਕਰਿਆ ਕਰਦਾ ਸੀ ਜਦੋਂ ਬਰੂਨੋ ਉਸ ਲਈ ਕੁਝ ਖਾਣ ਲਈ ਲੈ ਕੇ ਆਉਂਦਾ ਸੀ। ਪਰ ਇਸ ਵਾਰ ਉਹਨੇ ਆਪਣਾ ਹੱਥ ਬਾਹਰ ਕੱਢਿਆ ਤੇ ਉਸੇ ਤਰ੍ਹਾਂ ਕਿਹਾ। ਉਡੀਕ ਰਹੇ ਬਰੂਨੋ ਨੇ ਵੀ ਉਸੇ ਤਰ੍ਹਾਂ ਕੀਤਾ। ਫਿਰ ਦੋਵੇਂ ਦੋਸਤਾਂ ਨੇ ਹੱਥ ਮਿਲਾਏ ਤੇ ਇੱਕ ਦੂਜੇ ਵੱਲ ਦੇਖ ਕੇ ਮੁਸਕਰਾਏ। ਇਹ ਪਹਿਲੀ ਵਾਰ ਸੀ ਜਦੋਂ ਉਹਨਾਂ ਨੇ ਇੱਕ ਦੂਜੇ ਨੂੰ ਸਪਰਸ਼ ਕੀਤਾ ਸੀ। 16ਵਾਂ ਅੰਗ, ਹਜਾਮਤ। ਲਗਭਗ ਇਹਨਾਂ ਗੱਲਾਂ ਨੂੰ ਸਾਲ ਹੋ ਚੁੱਕਾ ਸੀ ਜਦੋਂ ਬਰੂਨੋ ਉਸ ਵੇਲੇ ਘਰ ਆਇਆ ਸੀ ਜਦੋਂ ਮਰੀਆ ਉਹਦੀਆਂ ਚੀਜ਼ਾਂ ਪੈਕ ਕਰ ਰਹੀ ਸੀ। ਬਰਲਿਨ ਵਾਲੀਆਂ ਯਾਦਾਂ ਹੁਣ ਤੱਕ ਵਿਸਰ ਰਹੀਆਂ ਸਨ। ਜਦੋਂ ਵੀ ਉਹ ਸੋਚਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹਨੂੰ ਕਾਰਲ ਮਾਰਟਿਨ ਦਾ ਨਾਂ ਹੀ ਯਾਦ ਆਉਂਦਾ ਸੀ। ਤੀਜੇ ਦੋਸਤ ਦਾ ਨਾਮ ਉਹਨੂੰ ਯਾਦ ਨਹੀਂ ਸੀ ਆ ਰਿਹਾ। ਕੁਝ ਅਜਿਹਾ ਵਾਪਰ ਗਿਆ ਕਿ ਉਹਨੂੰ ਵਾਪਸ ਬਰਲਿਨ ਵਾਲੇ ਘਰ ਜਾਣਾ ਪਿਆ। 2 ਦਿਨ ਲਈ ਸਾਰਾ ਪਰਿਵਾਰ ਆਊਟਵਿਦ ਛੱਡ ਕੇ ਬਰਲਿਨ ਜਾ ਰਿਹਾ ਸੀ। ਦਾਦੀ ਗੁਜ਼ਰ ਗਈ ਸੀ ਤੇ ਉਹਦੇ ਅੰਤਿਮ ਸੰਸਕਾਰਾਂ ਲਈ ਸਾਰੇ ਪਰਿਵਾਰ ਨੂੰ ਜਾਣਾ ਪਿਆ ਸੀ। ਜਦੋਂ ਬਰੂਨੋ ਬਰਲਿਨ ਵਾਲੇ ਘਰ ਰਹਿੰਦਾ ਸੀ ਤਾਂ ਉਸ ਵੇਲੇ ਅਜੇ ਛੋਟਾ ਸੀ, ਕਿਉਂਕਿ ਹੁਣ ਉਹ ਅਜਿਹੀਆਂ ਗੱਲਾਂ ਸਮਝ ਸਕਦਾ ਸੀ ਜਿਹੜੀਆਂ ਉਸ ਵੇਲੇ ਉਹਨੂੰ ਸਮਝ ਨਹੀਂ ਸੀ ਆ ਸਕਦੀਆਂ। ਜਦੋਂ ਬਰਲਿਨ ਵਾਲੇ ਘਰ 'ਚ ਰਹਿੰਦੇ ਸਨ ਤਾਂ ਉੱਪਰ ਵਾਲੇ ਕਮਰੇ 'ਚ ਖਿੜਕੀ ਵਿੱਚੋਂ ਸਾਰੇ ਬਰਲਿਨ ਨੂੰ ਵੇਖ ਸਕਦਾ ਸੀ। ਉਸ ਵੇਲੇ ਉਹਨੂੰ ਅੱਡੀਆਂ ਚੁੱਕ ਕੇ ਖਿੜਕੀ 'ਚੋਂ ਬਾਹਰ ਦੇਖਣ ਦੀ ਲੋੜ ਨਹੀਂ ਸੀ ਪੈਂਦੀ। ਬਰੂਨੋ ਜਦੋਂ ਤੋਂ ਬਰਲਿਨ ਤੋਂ ਇੱਥੇ ਆਇਆ ਸੀ ਤਾਂ ਉਹਨੇ ਆਪਣੀ ਦਾਦੀ ਨੂੰ ਨਹੀਂ ਸੀ ਦੇਖਿਆ। ਭਾਵੇਂ ਲਗਭਗ ਰੋਜ਼ ਹੀ ਉਹਨੂੰ ਯਾਦ ਕਰ ਲੈਂਦਾ ਸੀ। ਜਿਹੜੀਆਂ ਗੱਲਾਂ ਉਹਨੂੰ ਯਾਦ ਆਉਂਦੀਆਂ ਸੀ ਉਹ ਸਨ ਜਦੋਂ ਉਹ ਤੇ ਗ੍ਰੈਟਲ ਮਿਲ ਕੇ ਦਾਦੀ ਦੇ ਨਾਟਕ 'ਚ ਹਿੱਸਾ ਲਿਆ ਕਰਦੇ ਸਨ। ਹਰ ਕ੍ਰਿਸਮਸ ਵੇਲੇ ਜਾਂ ਜਨਮ ਦਿਨ ਵੇਲੇ ਦਾਦੀ ਹਮੇਸ਼ਾ ਇਹੋ ਜਿਹਾ ਲਿਬਾਸ ਉਸ ਲਈ ਬਣਾਉਂਦੀ ਸੀ ਜਿਹੜਾ ਉਹਨੂੰ ਖੂਬ ਜੱਚਦਾ ਸੀ, ਭਾਵੇਂ ਕੋਈ ਵੀ ਕਿਰਦਾਰ ਨਿਭਾ ਰਿਹਾ ਹੁੰਦਾ ਸੀ। ਤੇ ਜਿਹੜੇ 2 ਦਿਨ ਉਹਨਾਂ ਨੇ ਬਰਲਿਨ 'ਚ ਬਿਤਾਏ ਉਹ ਵੀ ਬੜੇ ਉਦਾਸੀ ਭਰੇ ਸਨ। ਅੰਤਿਮ ਸੰਸਕਾਰ ਵਾਲੇ ਦਿਨ ਬਰੂਨੋ, ਗ੍ਰੈਟਲ, ਪਿਤਾ ਜੀ, ਮਾਂ ਤੇ ਦਾਦਾ ਜੀ ਸਭ ਤੋਂ ਅਗਲੀ ਕਤਾਰ 'ਚ ਬੈਠੇ ਸਨ। ਪਿਤਾ ਜੀ ਬੜੀ ਸੋਹਣੀ ਅਸਰਦਾਰ ਵਰਦੀ 'ਚ ਸਨ। ਵਰਦੀ ਮਾਵਾ ਲਾਉਣ ਪਿੱਛੋਂ ਚੰਗੀ ਤਰ੍ਹਾਂ ਪ੍ਰੈਸ ਕੀਤੀ ਹੋਈ ਸੀ ਤੇ ਉੱਤੇ ਚਮਕਦਾਰ ਤਮਗੇ ਲੱਗੇ ਹੋਏ ਸਨ। ਮਾਂ ਨੇ ਬਰੂਨੋ ਨੂੰ ਦੱਸਿਆ ਸੀ ਕਿ ਪਿਤਾ ਜੀ ਉਸ ਦਿਨ ਖਾਸ ਬਹੁਤ ਉਦਾਸ ਸਨ ਕਿਉਂਕਿ ਦਾਦੀ ਨਾਲ ਉਹਨਾਂ ਦੀ ਅਣਬਣ ਹੋ ਗਈ ਸੀ ਤੇ ਦਾਦੀ ਦੇ ਮਰਨ ਤੋਂ ਪਹਿਲਾਂ ਤੱਕ ਉਹਨਾਂ ਦੀ ਸੁਲ੍ਹਾ ਨਹੀਂ ਸੀ ਹੋ ਸਕੀ। ਚਰਚ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਫੁੱਲਾਂ ਲੱਦੀਆਂ ਮਾਲਾਵਾਂ ਭੇਜੀਆਂ ਗਈਆਂ ਸਨ। ਪਿਤਾ ਜੀ ਨੂੰ ਇਸ ਗੱਲ ਦਾ ਮਾਣ ਸੀ ਕਿ ਉਹਨਾਂ ਵਿੱਚੋਂ ਇੱਕ ਖਾਸ ਫੁੱਲਾਂ ਲੱਦੀ ਮਾਲਾ ਫਿਊਰੀ ਵੱਲੋਂ ਭੇਜੀ ਗਈ ਸੀ। ਪਰ ਜਦੋਂ ਮਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਦਾ ਵਿਚਾਰ ਸੀ ਕਿ ਜੇ ਦਾਦੀ ਨੂੰ ਇਹਦਾ ਪਤਾ ਹੁੰਦਾ ਤਾਂ ਦਾਦੀ ਨੇ ਆਪਣੀ ਕਬਰ ਵਿੱਚੋਂ ਹੀ ਕਰਵਟ ਬਦਲ ਲੈਣੀ ਸੀ। ਜਦੋਂ ਮੁੜ ਕੇ ਆਊਟਵਿਦ ਵਿੱਚ ਪਹੁੰਚ ਗਏ ਤਾਂ ਬਰੂਨੋ ਖੁਸ਼ ਸੀ। ਉਹ ਘਰ ਹੁਣ ਉਹਦਾ ਘਰ ਬਣ ਚੁੱਕਾ ਸੀ। ਹੁਣ ਉਹਨੇ ਇਹ ਫਿਕਰ ਬੰਦ ਕਰ ਦਿੱਤਾ ਸੀ ਕਿ ਉਹਦੀਆਂ ਸਿਰਫ 3 ਮੰਜ਼ਲਾਂ ਹੀ ਸਨ, ਨਾ ਕਿ 5। ਤੇ ਹੁਣ ਉਹਨੂੰ ਇਹ ਵੀ ਫਿਕਰ ਨਹੀਂ ਸੀ ਕਿ ਸਾਰਾ ਦਿਨ ਸਿਪਾਹੀ ਆਉਂਦੇ ਜਾਂਦੇ ਰਹਿੰਦੇ ਸਨ, ਜਿਵੇਂ ਇਹ ਥਾਂ ਉਹਨਾਂ ਨੇ ਖਰੀਦ ਲਈ ਹੋਵੇ। ਹੌਲੀ ਹੌਲੀ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਮਾਹੌਲ ਇੰਨਾ ਵੀ ਖਰਾਬ ਨਹੀਂ ਸੀ, ਖਾਸ ਕਰਕੇ ਜਦੋਂ ਤੋਂ ਸ਼ਮੂਏਲ ਨੂੰ ਮਿਲਿਆ ਸੀ। ਉਹਨੂੰ ਪਤਾ ਸੀ ਕਿ ਕਈ ਇਹੋ ਜਿਹੀਆਂ ਗੱਲਾਂ ਸਨ ਜਿਨ੍ਹਾਂ ਲਈ ਉਹਨੂੰ ਖੁਸ਼ ਹੋਣਾ ਚਾਹੀਦਾ ਸੀ, ਜਿਵੇਂ ਪਿਤਾ ਜੀ ਤੇ ਮਾਂ ਆਪਸ 'ਚ ਖੁਸ਼ ਰਹਿੰਦੇ ਸਨ। ਮਾਂ ਨੂੰ ਹੁਣ ਦੁਪਹਿਰ ਪਿੱਛੋਂ ਸੌਣਾ ਨਹੀਂ ਸੀ ਪੈਂਦਾ ਤੇ ਨਾ ਹੀ ਉਹਨੂੰ ਲਾਲ ਸ਼ਹਿਰੀ ਵਾਲੀ ਦਵਾਈ ਲੈਣੀ ਪੈਂਦੀ ਸੀ। ਗ੍ਰੈਟਲ ਵੀ ਮਾਂ ਦੇ ਕਹੇ ਅਨੁਸਾਰ ਇੱਕ ਖਾਸ ਸਮੇਂ ਵਿੱਚੋਂ ਲੰਘ ਰਹੀ ਸੀ ਤੇ ਮਾਂ ਨੇ ਕਿਹਾ ਸੀ ਕਿ ਉਸ ਤੋਂ ਦੂਰ ਹੀ ਰਿਹਾ ਕਰੇ। ਇੱਕ ਇਹ ਵੀ ਸੱਚਾਈ ਸੀ ਕਿ ਲੈਫਟੀਨੈਂਟ ਕੋਟਲਰ ਦੀ ਬਦਲੀ ਆਊਟਵਿਦ ਤੋਂ ਬਾਹਰ ਕਿਧਰੇ ਹੋ ਗਈ ਸੀ। ਹੁਣ ਉਹ ਬਰੂਨੋ ਨੂੰ ਗੁੱਸਾ ਦਿਵਾਉਣ ਲਈ ਆਲੇ ਦੁਆਲੇ ਨਹੀਂ ਸੀ ਘੁੰਮਦਾ।
ਉਹਦਾ ਜਾਣਾ ਅਚਾਨਕ ਹੀ ਸੀ। ਮਾਂ ਤੇ ਪਿਤਾ ਜੀ ਵਿਚਕਾਰ ਕਈ ਵਾਰ ਉਹਨੂੰ ਲੈ ਕੇ ਬੜੀ ਤਕਰਾਰ ਹੁੰਦੀ ਰਹੀ ਸੀ ਤੇ ਉਹ ਵੀ ਦੇਰ ਰਾਤ ਨੂੰ, ਪਰ ਉਹ ਚਲਾ ਗਿਆ ਸੀ। ਇਹ ਗੱਲ ਪੱਕੀ ਸੀ, ਹੁਣ ਉਹਨੇ ਵਾਪਸ ਨਹੀਂ ਸੀ ਆ ਸਕਣਾ। ਗ੍ਰੈਟਲ ਖੁਸ਼ ਨਹੀਂ ਸੀ। ਇਹ ਖੁਸ਼ੀ ਵਾਲੀ ਗੱਲ ਸੀ ਕਿ ਹੁਣ ਉਹਨੂੰ ਛੋਟਾ ਬੰਦਾ ਕਹਿਣ ਵਾਲਾ ਕੋਈ ਨਹੀਂ ਸੀ। ਸਭ ਤੋਂ ਵਧੀਆ ਗੱਲ ਸੀ ਕਿ ਸ਼ਮੂਏਲ ਉਹਦਾ ਦੋਸਤ ਸੀ। ਉਹ ਹਰ ਰੋਜ਼ ਦੁਪਹਿਰ ਪਿੱਛੋਂ ਆਪਣੇ ਦੋਸਤ ਨੂੰ ਮਿਲ ਕੇ ਖੁਸ਼ ਹੋ ਜਾਂਦਾ ਸੀ। ਸ਼ਮੂਏਲ ਵੀ ਅੱਜ-ਕੱਲ੍ਹ ਖੁਸ਼ ਲੱਗਦਾ ਸੀ। ਉਹਦੀਆਂ ਅੱਖਾਂ ਪਹਿਲਾਂ ਜਿੰਨੀਆਂ ਡੂੰਘੀਆਂ ਨਹੀਂ ਸੀ ਲੱਗਦੀਆਂ, ਭਾਵੇਂ ਉਹਦਾ ਸਰੀਰ ਅਜੇ ਵੀ ਕਮਜ਼ੋਰ ਤੇ ਪਤਲਾ ਸੀ ਤੇ ਉਹਦਾ ਚਿਹਰਾ ਅਜੇ ਵੀ ਸਲੇਟੀ ਰੰਗ ਦਾ ਸੀ। ਇੱਕ ਦਿਨ ਉਹਦੇ ਸਾਹਮਣੇ ਬੈਠਿਆਂ ਬਰੂਨੋ ਨੇ ਕਿਹਾ, ਇਹ ਦੋਸਤੀ ਸਭ ਤੋਂ ਅਜੀਬ ਹੈ। ਜਿੰਨੀਆਂ ਵੀ ਦੋਸਤੀਆਂ ਕੀਤੀਆਂ ਉਹਨਾਂ ਵਿੱਚੋਂ ਇਹ ਸਭ ਤੋਂ ਅਜੀਬ ਹੈ। ਕਿਉਂ? ਸ਼ਮੂਏਲ ਨੇ ਪੁੱਛਿਆ। ਕਿਉਂਕਿ ਇਹ ਤੋਂ ਪਹਿਲਾਂ ਮੇਰਾ ਹਰ ਦੋਸਤ ਅਜਿਹਾ ਹੁੰਦਾ ਸੀ ਜਿਸ ਨਾਲ ਮੈਂ ਖੇਡ ਸਕਦਾ ਸੀ, ਉਹਨੇ ਜਵਾਬ 'ਚ ਕਿਹਾ। ਤੇ ਇੱਥੇ ਆਪਾਂ ਨੂੰ ਕਦੇ ਵੀ ਇਕੱਠੇ ਖੇਡਣ ਦਾ ਮੌਕਾ ਨਹੀਂ ਮਿਲਿਆ। ਆਪਾਂ ਕਦੇ ਵੀ ਇਕੱਠੇ ਨਹੀਂ ਖੇਡੇ। ਸਿਰਫ ਇੱਥੇ ਬਹਿ ਕੇ ਅਸੀਂ ਇੱਕ ਦੂਜੇ ਨਾਲ ਗੱਲਾਂ ਕਰ ਸਕਦੇ ਹਾਂ। ਮੈਨੂੰ ਇੱਥੇ ਬਹਿ ਕੇ ਗੱਲਾਂ ਕਰਨੀਆਂ ਚੰਗਾ ਲੱਗਦਾ ਹੈ, ਸ਼ਮੂਏਲ ਨੇ ਕਿਹਾ। ਮੈਨੂੰ ਵੀ ਤਾਂ ਚੰਗਾ ਲੱਗਦਾ ਹੈ, ਬਰੂਨੋ ਨੇ ਕਿਹਾ, ਪਰ ਇਹ ਵੀ ਠੀਕ ਨਹੀਂ ਲੱਗਦਾ ਕਿ ਅਸੀਂ ਕੁਝ ਹੋਰ ਉਤਸ਼ਾਹਿਤ ਕਰ ਸਕੀਏ। ਕੋਈ ਮਾੜੀ ਮੋਟੀ ਖੋਜ ਸ਼ਾਇਦ, ਜਾਂ ਫੁੱਟਬਾਲ ਖੇਡ ਸਕਦੇ ਹਾਂ। ਅਸੀਂ ਇੱਕ ਦੂਜੇ ਨੂੰ ਇਸ ਤਾਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸਾਂ ਕਰ ਸਕਦੇ ਜਿਹੜੀ ਸਾਡੇ ਵਿਚਕਾਰ ਹੈ। ਬਰੂਨੋ ਅਕਸਰ ਇਹੋ ਜਿਹੀਆਂ ਗੱਲਾਂ ਕਰਦਾ ਰਹਿੰਦਾ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਕੁਝ ਮਹੀਨੇ ਪਹਿਲਾਂ ਵਾਪਰਿਆ ਉਹ ਹਾਦਸਾ ਜਦੋਂ ਉਹਨੇ ਸ਼ਮੂਏਲ ਨਾਲ ਆਪਣੀ ਦੋਸਤੀ ਤੋਂ ਇਨਕਾਰ ਕੀਤਾ ਸੀ, ਇਹ ਗੱਲ ਅਜੇ ਉਹਨੂੰ ਤੰਗ ਕਰਦੀ ਰਹਿੰਦੀ ਸੀ ਤੇ ਉਹਨੂੰ ਬੁਰਾ ਲੱਗਦਾ ਸੀ ਜਦੋਂ ਕਿ ਸ਼ਮੂਏਲ ਨੂੰ ਇਹਦਾ ਲਾਭ ਜਾਂਦਾ ਸੀ ਕਿ ਉਹ ਇਸ ਗੱਲ ਨੂੰ ਭੁੱਲ ਚੁੱਕਾ ਸੀ। ਹੋ ਸਕਦਾ ਇੱਕ ਦਿਨ ਆਪਾਂ ਕਰਾਂਗੇ, ਸ਼ਮੂਏਲ ਨੇ ਕਿਹਾ, ਜੇ ਉਹਨਾਂ ਨੇ ਸਾਨੂੰ ਕਰਨ ਦਿੱਤਾ, ਸਾਨੂੰ ਬਾਹਰ ਕੱਢ ਕੇ। ਬਰੂਨੋ ਨੇ ਤਾਰ ਦੇ ਦੋਹਾਂ ਪਾਸਿਆਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਉਹਦਾ ਪਹਿਲਾ ਕਾਰਨ ਤਾਂ ਇਹ ਸੀ ਕਿ ਇਹ ਤਾਰ ਮੌਜੂਦ ਸੀ। ਉਹਨੇ ਸੋਚਿਆ ਉਹ ਪਿਤਾ ਜੀ ਨਾਲ ਇਸ ਬਾਰੇ ਗੱਲ ਕਰੇਗਾ ਜਾਂ ਮਾਂ ਨਾਲ ਗੱਲ ਕਰੇਗਾ, ਪਰ ਉਹ ਹੋ ਸਕਦਾ ਗੁੱਸੇ ਹੋ ਜਾਣ ਤੇ ਉਹਨੂੰ ਸ਼ਮੂਏਲ ਦੇ ਪਰਿਵਾਰ ਬਾਰੇ ਕੁਝ ਬੁਰਾ ਵੀ ਕਹਿ ਸਕਦੇ ਨੇ। ਸੋ ਉਹਨੇ ਕੁਝ ਅਜਿਹਾ ਕੀਤਾ ਜਿਹਦੀ ਉਮੀਦ ਨਹੀਂ ਸੀ। ਉਹਨੇ ਫੈਸਲਾ ਕੀਤਾ ਕਿ ਉਹ ਲਾਇਲਾਜ ਕੇਸ ਨਾਲ ਗੱਲ ਕਰੇਗਾ। ਪਿਛਲੀ ਵਾਰ ਤੋਂ ਮਗਰੋਂ ਗ੍ਰੈਟਲ ਦਾ ਕਮਰਾ ਕਾਫੀ ਬਦਲ ਚੁੱਕਾ ਸੀ। ਜਦੋਂ ਉਹਨੇ ਪਿਛਲੀ ਵਾਰ ਉਹ ਕਮਰਾ ਦੇਖਿਆ ਸੀ, ਇੱਕ ਤਾਂ ਉਸ ਕਮਰੇ 'ਚ ਇੱਕ ਵੀ ਗੁੱਡੀ ਇੱਧਰ ਉੱਧਰ ਨਜ਼ਰ ਨਹੀਂ ਸੀ ਆਉਂਦੀ। ਕੋਈ ਇੱਕ ਦਿਨ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ ਲੈਫਟੀਨੈਂਟ ਕੋਟਲਰ ਆਊਟਵਿਦ ਤੋਂ ਜਾ ਚੁੱਕਾ ਸੀ। ਗ੍ਰੈਟਲ ਨੇ ਫੈਸਲਾ ਕਰ ਲਿਆ ਸੀ ਕਿ ਹੁਣ ਗੁੱਡੀਆਂ ਉਹਨੂੰ ਪਸੰਦ ਨਹੀਂ। ਉਹਨਾਂ ਨੂੰ ਉਹਨੇ 4 ਵੱਡੇ ਥੈਲਿਆਂ 'ਚ ਬੰਦ ਕਰਕੇ ਕਿਧਰੇ ਸੁੱਟ ਦਿੱਤਾ ਸੀ। ਉਹਨਾਂ ਦੀ ਥਾਂ ਤੇ ਉਹਨੇ ਯੂਰਪ ਦਾ ਨਕਸ਼ਾ ਟੰਗ ਦਿੱਤਾ ਸੀ। ਹਰ ਰੋਜ਼ ਉਸ ਨਕਸ਼ੇ ਤੋਂ ਛੋਟੀਆਂ ਪਿੰਨਾਂ ਗੱਡ ਦਿੱਤੀਆਂ ਸਨ ਜਿਨ੍ਹਾਂ ਨੂੰ ਉਹ ਹਰ ਰੋਜ਼ ਅਖਬਾਰ ਪੜ੍ਹ ਕੇ ਇੱਧਰ ਉੱਧਰ ਕਰਦੀ ਰਹਿੰਦੀ ਸੀ। ਬਰੂਨੋ ਨੇ ਸੋਚਿਆ ਸ਼ਾਇਦ ਉਹਦਾ ਦਿਮਾਗ ਹਿੱਲ ਗਿਆ ਹੋਵੇਗਾ, ਪਰ ਫਿਰ ਉਹ ਉਹਨੂੰ ਪਹਿਲਾਂ ਵਾਂਗ ਧੱਕਾ ਮੁੱਕੀ ਨਹੀਂ ਸੀ ਕਰਦੀ ਜਿਵੇਂ ਪਹਿਲਾਂ ਕਰਿਆ ਕਰਦੀ ਸੀ, ਜਿਸ ਕਰਕੇ ਉਹਨੇ ਸੋਚਿਆ ਕਿ ਉਸ ਨਾਲ ਗੱਲ ਕਰਨ 'ਚ ਹੁਣ ਕੋਈ ਹਰਜ਼ ਨਹੀਂ ਸੀ। ਹੈਲੋ, ਉਹਨੇ ਬੂਹੇ ਤੇ ਹੌਲੀ ਜਿਹੀ ਦਸਤਕ ਦੇ ਕੇ ਕਿਹਾ, ਕਿਉਂਕਿ ਉਹਨੂੰ ਪਤਾ ਸੀ ਕਿ ਦਰਵਾਜ਼ਾ ਖੜਕਾਏ ਬਿਨਾਂ ਜਦੋਂ ਅੰਦਰ ਜਾਂਦਾ ਸੀ ਤਾਂ ਉਹਨੂੰ ਬੜਾ ਗੁੱਸਾ ਚੜ੍ਹ ਜਾਇਆ ਕਰਦਾ ਸੀ। ਕੀ ਚਾਹੀਦਾ ਤੈਨੂੰ? ਗ੍ਰੈਟਲ ਨੇ ਪੁੱਛਿਆ। ਉਹ ਸ਼ੀਸ਼ੇ ਅੱਗੇ ਬੈਠੀ ਆਪਣੇ ਵਾਲਾਂ ਨੂੰ ਕਈ ਤਰ੍ਹਾਂ ਸਵਾਰ ਕੇ ਦੇਖੀ ਜਾਂਦੀ ਸੀ। ਕੁਛ ਨਹੀਂ, ਬਰੂਨੋ ਨੇ ਕਿਹਾ। ਤਾਂ ਫਿਰ ਇੱਥੋਂ ਜਾ। ਬਰੂਨੋ ਨੇ ਸਿਰ ਹਿਲਾਇਆ, ਪਰ ਜਦੋਂ ਅੰਦਰ ਆ ਹੀ ਚੁੱਕਾ ਸੀ ਤਾਂ ਮੰਜੇ ਤੇ ਇੱਕ ਪਾਸੇ ਬੈਠ ਗਿਆ। ਗ੍ਰੈਟਲ ਨੇ ਟੇਢੀ ਅੱਖ ਨਾਲ ਉਹਨੂੰ ਵੇਖਿਆ ਪਰ ਕਿਹਾ ਕੁਛ ਨਹੀਂ। ਗ੍ਰੈਟਲ, ਉਹਨੇ ਅਖੀਰ ਕਿਹਾ, ਕੀ ਮੈਂ ਤੈਨੂੰ ਕੁਝ ਪੁੱਛ ਸਕਦਾ? ਜੇ ਛੇਤੀ ਪੁੱਛ ਲੈ ਤਾਂ, ਉਹਨੇ ਕਿਹਾ। ਹਰ ਚੀਜ਼ ਇੱਥੇ ਆਊਟਵਿਦ, ਉਹਨੇ ਕਹਿਣਾ ਸ਼ੁਰੂ ਕੀਤਾ, ਪਰ ਉਹਨੇ ਵਿੱਚੋਂ ਹੀ ਝੱਟ ਟੋਕਦਿਆਂ ਕਿਹਾ, ਇਹਨੂੰ ਆਊਟਵਿਦ ਨਹੀਂ ਕਹਿੰਦੇ ਬਰੂਨੋ, ਉਹਨੇ ਗੁੱਸੇ ਨਾਲ ਕਿਹਾ, ਜਿਵੇਂ ਕਿਸੇ ਨੇ ਦੁਨੀਆ ਦੇ ਇਤਿਹਾਸ 'ਚ ਬਹੁਤ ਵੱਡੀ ਗਲਤੀ ਕਰ ਦਿੱਤੀ ਹੋਵੇ। ਤੂੰ ਇਹਨੂੰ ਠੀਕ ਤਰ੍ਹਾਂ ਕਿਉਂ ਨਹੀਂ ਬੋਲ ਸਕਦਾ? ਇਹਨੂੰ ਆਊਟਵਿਦ ਹੀ ਤਾਂ ਆਖਦੇ ਨੇ, ਉਹਨੇ ਇਤਰਾਜ਼ ਕੀਤਾ। ਨਹੀਂ, ਉਹਨੇ ਜ਼ਿੱਦ ਨਾਲ ਕਿਹਾ, ਤੇ ਉਹਨੇ ਕੈਂਪ ਦਾ ਨਾਂ ਠੀਕ ਤਰ੍ਹਾਂ ਬੋਲ ਕੇ ਦੱਸਿਆ। ਬਰੂਨੋ ਨੇ ਉਸੇ ਵੇਲੇ ਆਪਣੇ ਮੋਢੇ ਛੰਡੇ ਤੇ ਕਿਹਾ, ਪਰ ਮੈਂ ਇਹੀ ਤਾਂ ਕਿਹਾ ਸੀ, ਉਹਨੇ ਕਿਹਾ। ਨਹੀਂ, ਅਜਿਹਾ ਨਹੀਂ। ਖੈਰ ਕੁਝ ਵੀ ਹੋਵੇ, ਮੈਂ ਤੇਰੇ ਨਾਲ ਬਹਿਸ 'ਚ ਨਹੀਂ ਪੈਣਾ ਚਾਹੁੰਦੀ, ਗ੍ਰੈਟਲ ਨੇ ਆਪਣਾ ਆਪਾ ਖੋਂਦਿਆਂ ਕਿਹਾ। ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸ ਕੋਲ ਬਹੁਤ ਕੁਝ ਨਹੀਂ ਸੀ। ਇਹ ਕੀ ਹੈ? ਤੈਨੂੰ ਚਾਹੀਦਾ ਕੀ ਹੈ? ਮੈਂ ਤਾਰ ਬਾਰੇ ਜਾਣਨਾ ਚਾਹੁੰਦਾ, ਉਹਨੇ ਜ਼ੋਰ ਦੇ ਕੇ ਕਿਹਾ। ਉਹਨੇ ਫੈਸਲਾ ਕੀਤਾ ਕਿ ਸ਼ੁਰੂ ਕਰਨ ਲਈ ਇਹੀ ਜ਼ਰੂਰੀ ਹੈ। ਮੈਂ ਜਾਣਨਾ ਚਾਹੁੰਦਾ ਕਿ ਇਹ ਉੱਥੇ ਕਿਉਂ ਹੈ। ਗ੍ਰੈਟਲ ਆਪਣੀ ਕੁਰਸੀ ਤੇ ਬੈਠੀ ਘੁੰਮੀ ਤੇ ਬੜੀ ਉਤਸੁਕਤਾ ਨਾਲ ਉਸ ਵੱਲ ਦੇਖਿਆ। ਤੇਰਾ ਮਤਲਬ ਹੈ ਤੈਨੂੰ ਪਤਾ ਨਹੀਂ? ਉਹਨੇ ਪੁੱਛਿਆ। ਨਹੀਂ, ਬਰੂਨੋ ਨੇ ਕਿਹਾ, ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਤਾਰ ਦੇ ਦੂਜੇ ਪਾਸੇ ਕਿਉਂ ਨਹੀਂ ਜਾ ਸਕਦੇ। ਸਾਡੀ ਕੀ ਗਲਤੀ ਹੈ? ਅਸੀਂ ਉੱਧਰ ਜਾ ਕੇ ਕਿਉਂ ਨਹੀਂ ਖੇਡ ਸਕਦੇ? ਗ੍ਰੈਟਲ ਨੇ ਉਸ ਵੱਲ ਦੇਖਿਆ ਤੇ ਅਚਾਨਕ ਹੱਸਣ ਲੱਗ ਪਈ ਤੇ ਉਸ ਵੇਲੇ ਹੱਸਣੋਂ ਹਟੀ ਜਦੋਂ ਉਹਨੇ ਦੇਖਿਆ ਕਿ ਬਰੂਨੋ ਬੜੀ ਗੰਭੀਰਤਾ ਨਾਲ ਉਸ ਵੱਲ ਵੇਖ ਰਿਹਾ ਸੀ। ਬਰੂਨੋ ਨੇ ਬੱਚਿਆਂ ਵਾਲੀ ਆਵਾਜ਼ ਕੱਢਦਿਆਂ ਕਿਹਾ, ਜਿਵੇਂ ਦੁਨੀਆ ਵਿੱਚ ਇਹ ਆਮ ਜਿਹੀ ਗੱਲ ਹੋਵੇ। ਇਹ ਤਾਰ ਸਾਨੂੰ ਉੱਥੇ ਜਾਣ ਤੋਂ ਰੋਕਣ ਲਈ ਨਹੀਂ, ਇਹ ਉਹਨਾਂ ਨੂੰ ਬਾਹਰ ਆਉਣ ਤੋਂ ਰੋਕਣ ਲਈ ਹੈ।
ਬਰੂਨੋ ਨੇ ਇਸ ਬਾਰੇ ਸੋਚਿਆ, ਪਰ ਫਿਰ ਵੀ ਉਹਨੂੰ ਪੂਰੀ ਗੱਲ ਨਹੀਂ ਸੀ ਜੱਚ ਰਹੀ। ਪਰ ਕਿਉਂ? ਬਰੂਨੋ ਨੇ ਪੁੱਛਿਆ। ਕਿਉਂਕਿ ਇਹਨਾਂ ਨੂੰ ਇਕੱਠੇ ਕਰਕੇ ਰੱਖਣਾ ਜ਼ਰੂਰੀ ਹੈ। ਗ੍ਰੈਟਲ ਨੇ ਗੱਲ ਸਾਫ਼ ਕੀਤੀ। ਤੇਰਾ ਮਤਲਬ ਹੈ ਸਾਰੇ ਲੋਕਾਂ ਨੂੰ? ਉਹਨਾਂ ਦੇ ਪਰਿਵਾਰਾਂ ਨਾਲ? ਹਾਂ, ਉਹਨਾਂ ਦੇ ਪਰਿਵਾਰਾਂ ਨਾਲ, ਪਰ ਉਹਨਾਂ ਦੀ ਕਿਸਮ ਵਾਲੇ ਲੋਕਾਂ ਨਾਲ ਹੀ। ਤੇਰਾ ਕੀ ਮਤਲਬ ਹੈ ਕਿ ਉਹਨਾਂ ਦੀ ਕਿਸਮ ਦੇ ਲੋਕਾਂ ਨਾਲ ਹੀ? ਗ੍ਰੈਟਲ ਨੇ ਲੰਮਾ ਸਾਹ ਲਿਆ ਤੇ ਸਿਰ ਹਿਲਾਇਆ। ਦੂਜੇ ਬਾਕੀ ਯਹੂਦੀਆਂ ਨਾਲ ਬਰੂਨੋ, ਤੈਨੂੰ ਕੀ ਇਹ ਪਤਾ ਨਹੀਂ ਸੀ? ਇਸੇ ਕਰਕੇ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਰੱਖਿਆ ਹੋਇਆ ਹੈ। ਇਹ ਸਾਡੇ ਨਾਲ ਮਿਲ ਕੇ ਨਹੀਂ ਰਹਿ ਸਕਦੇ। ਯਹੂਦੀ, ਬਰੂਨੋ ਨੇ ਕਿਹਾ। ਸ਼ਬਦਾਂ ਨੂੰ ਉਹਨੇ ਸਮਝਣ ਦੀ ਕੋਸ਼ਿਸ਼ ਕੀਤੀ। ਉਹਨੂੰ ਇਹਦੀ ਆਵਾਜ਼ ਚੰਗੀ ਲੱਗੀ। ਤਾਰ ਦੇ ਉਸ ਪਾਸੇ ਵਾਲੇ ਸਾਰੇ ਲੋਕ ਯਹੂਦੀ ਹੀ ਨੇ। ਹਾਂ, ਬਿਲਕੁਲ ਠੀਕ, ਗ੍ਰੈਟਲ ਨੇ ਕਿਹਾ। ਕਿ ਆਪਾਂ ਵੀ ਯਹੂਦੀ ਹਾਂ? ਗ੍ਰੈਟਲ ਨੇ ਆਪਣਾ ਪੂਰਾ ਮੂੰਹ ਖੋਲ ਕੇ ਹੈਰਾਨੀ ਨਾਲ ਉਸ ਵੱਲ ਦੇਖਿਆ, ਜਿਵੇਂ ਕਿਸੇ ਨੇ ਉਹਦੇ ਚਪੇੜ ਮਾਰਤੀ ਹੋਵੇ। ਨਹੀਂ ਬਰੂਨੋ, ਆਪਾਂ ਬਿਲਕੁਲ ਵੀ ਯਹੂਦੀ ਨਹੀਂ ਹਾਂ, ਤੇ ਸਾਨੂੰ ਅਜਿਹਾ ਕੁਝ ਕਦੇ ਵੀ ਨਹੀਂ ਕਹਿਣਾ ਚਾਹੀਦਾ। ਕਿਉਂ ਨਹੀਂ? ਫਿਰ ਆਪਾਂ ਕੀ ਹਾਂ? ਅਸੀਂ, ਗ੍ਰੈਟਲ ਨੇ ਕਹਿਣਾ ਹੀ ਸੀ, ਪਰ ਉਹ ਰੁਕ ਗਈ ਤਾਂ ਕਿ ਸੋਚ ਸਕੇ। ਅਸੀਂ, ਉਹਨੇ ਫੇਰ ਦੁਹਰਾਇਆ, ਪਰ ਉਹਨੂੰ ਪੱਕਾ ਪਤਾ ਨਹੀਂ ਸੀ ਕਿ ਇਸ ਸਵਾਲ ਦਾ ਸਹੀ ਉੱਤਰ ਕੀ ਹੈ। ਚਲੋ, ਆਪਾਂ ਯਹੂਦੀ ਨਹੀਂ ਹਾਂ, ਉਹਨੇ ਅਖੀਰ 'ਚ ਕਿਹਾ। ਆਪਾਂ ਨਹੀਂ ਹਾਂ, ਬਰੂਨੋ ਨੇ ਨਿਰਾਸ਼ ਹੋ ਕੇ ਕਿਹਾ। ਮੈਂ ਤੈਨੂੰ ਪੁੱਛ ਰਿਹਾ ਕਿ ਜੇ ਆਪਾਂ ਯਹੂਦੀ ਨਹੀਂ ਤਾਂ ਫਿਰ ਹੋਰ ਕੀ ਆ? ਆਪਾਂ ਉਲਟਾ, ਗ੍ਰੈਟਲ ਨੇ ਕਿਹਾ। ਉਹਨੇ ਝੱਟ ਜਵਾਬ ਦੇ ਕੇ ਆਪਣੀ ਤਸੱਲੀ ਪ੍ਰਗਟਾਈ ਕਿ ਉਹ ਇਸ ਜਵਾਬ ਨਾਲ ਸਹਿਮਤ ਸੀ। ਹਾਂ, ਇਹੋ ਠੀਕ ਹੈ, ਆਪਾਂ ਉਲਟਾ। ਚਲੋ ਠੀਕ ਹੈ, ਬਰੂਨੋ ਨੇ ਕਿਹਾ। ਕਿ ਯਹੂਦੀ ਆਪਣੇ ਤੋਂ ਉਲਟ ਲੋਕਾਂ ਨੂੰ ਪਸੰਦ ਨਹੀਂ ਕਰਦੇ? ਨਹੀਂ, ਇਹ ਅਸੀਂ ਹਾਂ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਕਰਦੇ, ਬੇਵਕੂਫਾ। ਬਰੂਨੋ ਹੈਰਾਨ ਹੋ ਗਿਆ। ਗ੍ਰੈਟਲ ਨੂੰ ਬਾਰ-ਬਾਰ ਇਹ ਗੱਲ ਕਹੀ ਜਾ ਚੁੱਕੀ ਸੀ ਕਿ ਉਹਨੂੰ ਕਦੇ ਵੀ ਬੇਵਕੂਫ ਨਹੀਂ ਕਹੇਗੀ, ਪਰ ਫਿਰ ਵੀ ਉਹ ਕਹਿ ਰਹੀ ਸੀ। ਤੇ ਫਿਰ ਆਪਾਂ ਕਿਉਂ ਨਹੀਂ ਉਹਨਾਂ ਨੂੰ ਪਸੰਦ ਕਰਦੇ? ਉਹਨੇ ਪੁੱਛਿਆ। ਕਿਉਂਕਿ ਉਹ ਯਹੂਦੀ ਨੇ, ਗ੍ਰੈਟਲ ਨੇ ਕਿਹਾ। ਹਾਂ, ਇਹ ਗੱਲ ਹੈ। ਉਲਟ ਤੇ ਯਹੂਦੀ ਇੱਕ ਦੂਜੇ ਨਾਲ ਰਹਿ ਕੇ ਰਾਜ਼ੀ ਨਹੀਂ। ਨਹੀਂ ਬਰੂਨੋ, ਗ੍ਰੈਟਲ ਨੇ ਕਿਹਾ। ਪਰ ਇਹ ਉਹਨੇ ਹੌਲੀ ਜਿਹੀ ਕਿਹਾ, ਕਿਉਂਕਿ ਉਹਨੂੰ ਆਪਣੇ ਵਾਲਾਂ ਵਿੱਚ ਕੁਝ ਅਜੀਬ ਜਿਹਾ ਦਿਖ ਪਿਆ ਸੀ ਜਦੋਂ ਉਹ ਆਪਣੇ ਵਾਲ ਬੜੇ ਧਿਆਨ ਨਾਲ ਫਰੋਲ ਰਹੀ ਸੀ। ਕਿ ਇਹਨਾਂ ਨੂੰ ਕੋਈ ਇਕੱਠੇ ਕਰਕੇ ਤੇ ਬਰੂਨੋ ਨੂੰ ਗ੍ਰੈਟਲ ਦੀ ਵੱਡੀ ਸਾਰੀ ਚੀਕ ਨੇ ਅਚਾਨਕ ਰੋਕ ਦਿੱਤਾ। ਉਸ ਨਾਲ ਸੁੱਤੀ ਪਈ ਮਾਂ ਦੀ ਜਾਗ ਵੀ ਖੁੱਲ੍ਹ ਗਈ ਤੇ ਉਹ ਭੱਜੀ ਕਮਰੇ 'ਚ ਪਹੁੰਚ ਗਈ ਕਿ ਦੇਖੇ ਤਾਂ ਸੀ ਕਿ ਦੋਵਾਂ ਬੱਚਿਆਂ 'ਚੋਂ ਕਿਸ ਨੇ ਦੂਜੇ ਦਾ ਕਤਲ ਕਰ ਦਿੱਤਾ ਹੈ। ਜਦੋਂ ਗ੍ਰੈਟਲ ਆਪਣੇ ਵਾਲਾਂ ਨਾਲ ਕੁਝ ਤਜਰਬੇ ਕਰ ਰਹੀ ਸੀ ਤਾਂ ਉਹਨੂੰ ਵਾਲਾਂ 'ਚ ਇੱਕ ਛੋਟਾ ਜਿਹਾ ਆਂਡਾ ਦਿਸ ਪਿਆ, ਜਿਹੜਾ ਕਿਸੇ ਪਿੰਨ ਦੇ ਸਿਰੇ ਤੋਂ ਵੱਡਾ ਨਹੀਂ ਸੀ। ਉਹਨੇ ਜਦੋਂ ਮਾਂ ਨੂੰ ਦਿਖਾਇਆ ਤਾਂ ਮਾਂ ਗ੍ਰੈਟਲ ਦਾ ਸਿਰ ਫਰੋਲਣ ਲੱਗ ਪਈ, ਇਸ ਤੋਂ ਪਹਿਲਾਂ ਕਿ ਬਰੂਨੋ ਦਾ ਸਿਰ ਵੀ ਫਰੋਲ ਕੇ ਦੇਖਣ ਲੱਗ ਪਵੇ। ਹਾਏ, ਮੈਨੂੰ ਇਤਬਾਰ ਨਹੀਂ ਆ ਰਿਹਾ, ਮਾਂ ਨੇ ਗੁੱਸੇ ਨਾਲ ਕਿਹਾ। ਮੈਨੂੰ ਪਹਿਲਾਂ ਹੀ ਪਤਾ ਸੀ ਇਹੋ ਜਿਹਾ ਹੀ ਕੁਝ ਹੋਏਗਾ। ਇਹੋ ਜਿਹੀ ਥਾਂ ਤੇ ਪਤਾ ਲੱਗਾ ਕਿ ਗ੍ਰੈਟਲ ਤੇ ਬਰੂਨੋ ਦੇ ਸਿਰਾਂ 'ਚ ਜੂਆਂ ਪੈ ਚੁੱਕੀਆਂ ਸਨ। ਗ੍ਰੈਟਲ ਨੂੰ ਹੁਣ ਕੋਈ ਸਪੈਸ਼ਲ ਸ਼ੈਂਪੂ ਵਰਤਣਾ ਪੈਣਾ ਸੀ, ਜਿਹਦੀ ਬੋ ਚੰਗੀ ਨਹੀਂ ਸੀ, ਤੇ ਉਸ ਨੂੰ ਲਗਾ ਕੇ ਕਈ ਘੰਟਿਆਂ ਤੱਕ ਉਹਨੂੰ ਆਪਣੇ ਕਮਰੇ 'ਚ ਬੈਠੇ ਰਹਿਣਾ ਪੈਣਾ ਸੀ। ਉਹਨੇ ਰੋ ਕੇ ਆਪਣੀਆਂ ਅੱਖਾਂ ਲਾਲ ਕਰ ਲਈਆਂ ਸੀ। ਬਰੂਨੋ ਕੋਲ ਆਪਣਾ ਵੱਖਰਾ ਸ਼ੈਂਪੂ ਸੀ, ਪਰ ਪਿਤਾ ਜੀ ਨੇ ਫੈਸਲਾ ਕੀਤਾ ਕਿ ਉਹਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਏਗਾ। ਤਾਂ ਉਹਨਾਂ ਨੇ ਉਸ ਤਰ੍ਹਾਂ ਨਾਲ ਬਰੂਨੋ ਦੇ ਸਾਰੇ ਸਿਰ ਦੇ ਵਾਲ ਲਾਉਣੇ ਸ਼ੁਰੂ ਕਰ ਦਿੱਤੇ। ਬਰੂਨੋ ਰੋਣ ਲੱਗ ਪਿਆ। ਇਸ 'ਚ ਕੋਈ ਬਹੁਤੀ ਦੇਰ ਨਾ ਲੱਗੀ ਜਦੋਂ ਬਰੂਨੋ ਨੇ ਆਪਣੇ ਸਿਰ ਦੇ ਵਾਲ ਹੇਠਾਂ ਫਰਸ਼ ਤੇ ਉਹਦੇ ਪੈਰਾਂ ਕੋਲ ਡਿੱਗਦੇ ਦੇਖੇ। ਪਰ ਪਿਤਾ ਜੀ ਨੇ ਕਿਹਾ ਕਿ ਇਹ ਤਾਂ ਕਰਨਾ ਹੀ ਪੈਣਾ ਸੀ। ਉਸ ਪਿੱਛੋਂ ਬਰੂਨੋ ਨੇ ਆਪ ਹੀ ਬਾਥਰੂਮ ਵਾਲੇ ਸ਼ੀਸ਼ੇ ਵੱਲ ਦੇਖਿਆ ਤਾਂ ਉਹਨੂੰ ਬਹੁਤ ਬੁਰਾ ਲੱਗਾ ਸੀ। ਉਹਨੂੰ ਆਪਣਾ ਸਿਰ ਕਿਸੇ ਹੋਰ ਹੀ ਸ਼ਕਲ ਦਾ ਲੱਗਿਆ, ਕਿਉਂਕਿ ਹੁਣ ਉਹ ਗੰਜਾ ਹੋ ਚੁੱਕਾ ਸੀ ਤੇ ਉਹਦੀਆਂ ਅੱਖਾਂ ਉਹਦੇ ਚਿਹਰੇ ਤੇ ਹੋਰ ਵੱਡੀਆਂ ਲੱਗਣ ਲੱਗ ਪਈਆਂ ਸੀ। ਉਹਨੂੰ ਸ਼ੀਸ਼ੇ 'ਚ ਆਪਣੀ ਸ਼ਕਲ ਤੋਂ ਡਰ ਆਉਣ ਲੱਗ ਪਿਆ ਸੀ। ਫਿਕਰ ਨਾ ਕਰ, ਕੁਝ ਹਫ਼ਤਿਆਂ 'ਚ ਵਾਲ ਉੱਗ ਪੈਣਗੇ, ਪਿਤਾ ਜੀ ਨੇ ਉਹਨੂੰ ਤਸੱਲੀ ਕਰਵਾਈ। ਇਹ ਆਲੇ ਦੁਆਲੇ ਜਿਹੜੀ ਗੰਦਗੀ ਫੈਲੀ ਹੋਈ ਹੈ, ਇਸ ਨਾਲ ਹੀ ਹੋਇਆ ਹੈ, ਮਾਂ ਨੇ ਕਿਹਾ। ਜੇ ਕੋਈ ਦੇਖ ਸਕਦਾ ਹੋਵੇ ਤਾਂ ਇਸ ਥਾਂ ਨੇ ਸਾਡੇ ਤੇ ਕੀ ਅਸਰ ਕੀਤਾ ਹੈ। ਜਦੋਂ ਬਰੂਨੋ ਨੇ ਆਪਣੀ ਸ਼ਕਲ ਸ਼ੀਸ਼ੇ 'ਚ ਦੇਖੀ ਤਾਂ ਸੋਚਣ ਲੱਗ ਪਿਆ ਕਿ ਉਹ ਤਾਂ ਸ਼ਮੂਏਲ ਵਰਗਾ ਲੱਗਦਾ ਹੈ, ਤੇ ਉਹ ਹੈਰਾਨ ਹੋ ਕੇ ਸੋਚਣ ਲੱਗ ਪਿਆ ਕਿ ਤਾਰ ਦੇ ਉਸ ਪਾਸੇ ਵਾਲੇ ਸਾਰੇ ਲੋਕਾਂ ਦੇ ਸਿਰਾਂ 'ਚ ਜੂਆਂ ਪੈ ਗਈਆਂ ਹੋਣਗੀਆਂ। ਇਸੇ ਕਰਕੇ ਉਹਨਾਂ ਸਾਰਿਆਂ ਦੇ ਸਿਰ ਗੰਜੇ ਕਰ ਦਿੱਤੇ ਹੋਣਗੇ। ਤੇ ਜਦੋਂ ਅਗਲੇ ਦਿਨ ਆਪਣੇ ਦੋਸਤ ਸ਼ਮੂਏਲ ਨੂੰ ਮਿਲਿਆ ਤਾਂ ਹੱਸਣ ਲੱਗ ਪਿਆ ਜਦੋਂ ਉਹਨੇ ਬਰੂਨੋ ਦੀ ਸ਼ਕਲ ਦੇਖੀ, ਜਿਹਨੇ ਉਹਦੇ ਘਟ ਰਹੇ ਆਤਮ ਵਿਸ਼ਵਾਸ 'ਚ ਕੋਈ ਵਾਧਾ ਨਹੀਂ ਸੀ ਕੀਤਾ। ਮੈਂ ਹੁਣ ਤੇਰੇ ਵਰਗਾ ਹੀ ਲੱਗਦਾ, ਬਰੂਨੋ ਨੇ ਉਦਾਸ ਹੋ ਕੇ ਕਿਹਾ, ਜਿਵੇਂ ਮੰਨਣਾ ਕੋਈ ਵੱਡੀ ਭਿਆਨਕ ਗੱਲ ਹੋਵੇ। ਸਿਰਫ ਤੂੰ ਮੋਟਾ ਲੱਗਦਾ ਹੈ, ਸ਼ਮੂਏਲ ਨੇ ਮੰਨ ਕੇ ਕਿਹਾ। ਧੰਨਵਾਦ। ਅੰਗ 17ਵਾਂ। ਮਾਂ ਨੇ ਆਪਣਾ ਰਾਹ ਚੁਣਿਆ। ਕੁਝ ਹਫ਼ਤਿਆਂ ਤੱਕ ਮਾਂ ਖੁਸ਼ ਨਹੀਂ ਸੀ। ਉਹਨੂੰ ਆਊਟਵਿਦ 'ਚ ਚੰਗਾ ਨਹੀਂ ਸੀ ਲੱਗ ਰਿਹਾ, ਪਰ ਬਰੂਨੋ ਨੂੰ ਇਹਦਾ ਕਾਰਨ ਚੰਗੀ ਤਰ੍ਹਾਂ ਪਤਾ ਸੀ। ਜਦੋਂ ਇੱਥੇ ਆਏ ਸਨ ਤਾਂ ਉਹਨੂੰ ਇੱਥੋਂ ਦਾ ਕੁਝ ਵੀ ਨਹੀਂ ਸੀ ਚੰਗਾ ਲੱਗਦਾ। ਅਸਲ ਗੱਲ ਇਹ ਸੀ ਕਿ ਇੱਥੇ ਕੁਝ ਵੀ ਘਰ ਵਰਗਾ ਨਹੀਂ ਸੀ ਲੱਗਦਾ।
ਜਿਵੇਂ ਇੱਥੇ ਜੀਵਨ ਭਰ ਵਾਲੇ 3 ਦੋਸਤ ਨਹੀਂ ਸਨ, ਪਰ ਸਮਾਂ ਪਾ ਕੇ ਹੌਲੀ-ਹੌਲੀ ਸਭ ਕੁਝ ਬਦਲ ਗਿਆ ਸੀ। ਇਹਦਾ ਮੁੱਖ ਕਾਰਨ ਸੀ ਸ਼ਮੂਏਲ, ਜਿਹੜਾ ਉਸ ਲਈ ਉਹਦੇ ਪੁਰਾਣੇ ਦੋਸਤ ਕਾਰਲ, ਡੈਨੀਅਲ ਤੇ ਮਾਰਟਿਨ ਤੋਂ ਵੀ ਉਹ ਬਹੁਤ ਮਹੱਤਵਪੂਰਨ ਹੋ ਗਿਆ ਸੀ। ਪਰ ਮਾਂ ਕੋਲ ਉਹਦਾ ਆਪਣਾ ਸ਼ਮੂਏਲ ਕੋਈ ਨਹੀਂ ਸੀ। ਉਸ ਲਈ ਗੱਲ ਕਰਨ ਲਈ ਘਰ 'ਚ ਕੋਈ ਵੀ ਨਹੀਂ ਸੀ। ਇੱਕੋ ਜਿਹਾ ਬੰਦਾ ਸੀ ਜਿਸ ਨਾਲ ਦੂਰੋਂ ਜੁੜੀ ਹੋਈ ਸੀ, ਤੇ ਉਹ ਸੀ ਲੈਫਟੀਨੈਂਟ ਕੋਟਲਰ। ਪਰ ਹੁਣ ਤਾਂ ਉਹਦੀ ਵੀ ਬਦਲੀ ਹੋ ਚੁੱਕੀ ਸੀ ਤੇ ਉਹ ਕਿਧਰੇ ਦੂਰ ਜਾ ਚੁੱਕਾ ਸੀ। ਭਾਵੇਂ ਉਹਨੇ ਕੋਸ਼ਿਸ਼ ਕੀਤੀ ਸੀ ਕਿ ਉਹ ਉਹੋ ਜਿਹੇ ਮੁੰਡਿਆਂ ਵਰਗਾ ਬਣ ਜਾਏ ਜਿਨ੍ਹਾਂ ਨੂੰ ਘਰਾਂ 'ਚ ਚਾਬੀਆਂ ਵਾਲੀ ਮੋਰੀ ਵਿੱਚੋਂ ਗੱਲਾਂ ਸੁਣਨ ਦੀ ਆਦਤ ਹੁੰਦੀ ਹੈ ਜਾਂ ਚਿਮਨੀਆਂ ਦੇ ਖੋਲਾਂ ਵਿੱਚੋਂ ਸੁਣਦੇ ਸਨ। ਪਰ ਇੱਕ ਦਿਨ ਬਰੂਨੋ ਜਦੋਂ ਪਿਤਾ ਜੀ ਦੇ ਦਫ਼ਤਰ ਅੱਗੋਂ ਲੰਘ ਰਿਹਾ ਸੀ ਤਾਂ ਮਾਂ ਤੇ ਪਿਤਾ ਜੀ ਅੰਦਰ ਸਨ ਤੇ ਗੱਲਾਂ ਕਰ ਰਹੇ ਸਨ। ਉਹਨਾਂ ਦੀਆਂ ਭਾਵੇਂ ਗੱਲਾਂ ਸੁਣਨੀਆਂ ਨਹੀਂ ਸੀ ਚਾਹੁੰਦਾ, ਪਰ ਉਹ ਇੰਨੀ ਉੱਚੀ ਆਵਾਜ਼ 'ਚ ਗੱਲਾਂ ਕਰ ਰਹੇ ਸਨ ਕਿ ਉਹਨੂੰ ਸਾਫ਼ ਸੁਣਾਈ ਦੇ ਰਿਹਾ ਸੀ। ਇਹ ਬੜਾ ਖਤਰਨਾਕ, ਮਾਂ ਕਹਿ ਰਹੀ ਸੀ। ਇੰਨਾ ਖਤਰਨਾਕ ਹੋ ਚੁੱਕਾ ਹੈ ਕਿ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। ਇਹ ਸਾਡੀ ਨੌਕਰੀ ਤੇ ਜ਼ਿੰਮੇਵਾਰੀ ਦਾ ਸਵਾਲ ਹੈ, ਪਿਤਾ ਜੀ ਕਹਿ ਰਹੇ ਸਨ। ਨਹੀਂ, ਇਹ ਤੁਹਾਡੀ ਨੌਕਰੀ ਹੈ, ਮਾਂ ਨੇ ਕਿਹਾ। ਤੁਹਾਡੀ ਨੌਕਰੀ? ਸਾਡੀ ਨਹੀਂ। ਤੁਸੀਂ ਰਹੋ ਜੇ ਤੁਸੀਂ ਚਾਹੁੰਦੇ ਹੋ ਤਾਂ। ਤੇ ਲੋਕ ਕੀ ਸੋਚਣਗੇ? ਪਿਤਾ ਜੀ ਨੇ ਪੁੱਛਿਆ। ਜੇ ਮੈਂ ਤੈਨੂੰ ਤੇ ਬੱਚਿਆਂ ਨੂੰ ਵਾਪਸ ਬਰਲਿਨ ਜਾਣ ਦਿੱਤਾ ਤਾਂ ਉਹ ਮੇਰੀ ਜ਼ਿੰਮੇਵਾਰੀ ਬਾਰੇ ਸਵਾਲ ਪੁੱਛਣਗੇ ਤੇ ਕੰਮ ਬਾਰੇ। ਇੱਥੇ ਕੰਮ? ਮਾਂ ਨੇ ਚੀਕ ਕੇ ਕਿਹਾ। ਤੁਸੀਂ ਇਹਨੂੰ ਕੰਮ ਕਹਿੰਦੇ ਹੋ? ਬਰੂਨੋ ਨੇ ਇਹ ਤੋਂ ਵੱਧ ਕੁਝ ਹੋਰ ਨਹੀਂ ਸੁਣਿਆ ਕਿਉਂਕਿ ਆਵਾਜ਼ਾਂ ਬੂਹੇ ਦੇ ਨੇੜਿਓਂ ਆ ਰਹੀਆਂ ਸਨ। ਹੋ ਸਕਦਾ ਸੀ ਮਾਂ ਕਿਸੇ ਵੇਲੇ ਵੀ ਬਾਹਰ ਆ ਸਕਦੀ ਸੀ, ਕਿਉਂਕਿ ਹੁਣ ਉਹਨੂੰ ਲਾਲ ਸ਼ਹਿਰੀ ਵਾਲੀ ਦਵਾਈ ਦੀ ਲੋੜ ਪੈਣੀ ਸੀ। ਸੋ ਬਜਾਏ ਉੱਥੇ ਹੀ ਖੜਾ ਰਹਿਣ ਦੇ, ਉਹ ਛੇਤੀ ਨਾਲ ਆਪਣੇ ਕਮਰੇ 'ਚ ਜਾਣ ਲਈ ਪੌੜੀਆਂ ਚੜ੍ਹਨ ਲੱਗ ਪਿਆ ਸੀ। ਪਰ ਫਿਰ ਵੀ ਉਹਨੇ ਇੰਨਾ ਤਾਂ ਸੁਣ ਲਿਆ ਸੀ ਕਿ ਜੇ ਲੋੜ ਪਈ ਤਾਂ ਹੋ ਸਕਦਾ ਉਹਨਾਂ ਨੂੰ ਵਾਪਸ ਬਰਲਿਨ ਜਾਣਾ ਪਵੇ। ਹੁਣ ਉਹ ਹੈਰਾਨ ਸੀ ਕਿ ਉਹਨੂੰ ਇਸ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ। ਇਹਦਾ ਇੱਕ ਹਿੱਸਾ ਤਾਂ ਇਹ ਸੀ ਕਿ ਉੱਥੇ ਉਹਨੂੰ ਆਪਣਾ ਜੀਵਨ ਚੰਗਾ ਲੱਗਦਾ, ਪਰ ਹੁਣ ਤੱਕ ਪਤਾ ਨਹੀਂ ਉੱਥੇ ਕਿੰਨਾ ਕੁਝ ਬਦਲ ਚੁੱਕਾ ਹੋਏਗਾ। ਕਾਰਲ ਤੇ ਦੂਜੇ 2 ਦੋਸਤ ਜਿਨ੍ਹਾਂ ਦਾ ਨਾਮ ਵੀ ਉਹ ਭੁੱਲ ਚੁੱਕਾ ਸੀ, ਹੁਣ ਤੱਕ ਉਹਨੂੰ ਵੀ ਭੁੱਲ ਚੁੱਕੇ ਹੋਣਗੇ। ਦਾਦੀ ਦੀ ਤਾਂ ਮੌਤ ਹੋ ਚੁੱਕੀ ਸੀ ਤੇ ਦਾਦਾ ਜੀ ਦੀ ਕੋਈ ਖਬਰ ਨਹੀਂ ਸੀ। ਪਿਤਾ ਜੀ ਨੇ ਦੱਸਿਆ ਸੀ ਕਿ ਉਹਨਾਂ ਨੂੰ ਭੁੱਲਣ ਵਾਲੀ ਕੋਈ ਅਜੀਬ ਬਿਮਾਰੀ ਹੋ ਗਈ ਸੀ। ਪਰ ਦੂਜੇ ਪਾਸੇ ਉਹ ਆਊਟ ਵਿਦ ਬੀਤ ਰਹੇ ਜੀਵਨ ਨਾਲ ਸਹਿਮਤ ਵੀ ਸੀ। ਉਸ ਨੂੰ ਹੁਣ ਹੈਰ ਲਿਜ਼ਟ ਤੋਂ ਕੋਈ ਸ਼ਿਕਾਇਤ ਵੀ ਨਹੀਂ ਸੀ ਰਹੀ। ਉਹ ਮਰੀਆ ਨਾਲ ਗੱਲਬਾਤ ਕਰਦਾ ਰਹਿੰਦਾ ਸੀ, ਜਦੋਂ ਕਿ ਬਰਲਿਨ 'ਚੋਂ ਗੱਲ ਹੀ ਨਹੀਂ ਸੀ ਕਰਦਾ। ਗ੍ਰੈਟਲ ਹੁਣ ਵੀ ਆਪਣੇ ਸਮੇਂ ਵਿੱਚ ਗੁਜ਼ਰ ਰਹੀ ਸੀ ਤੇ ਉਹਦੀ ਦੁਪਹਿਰ ਪਿੱਛੋਂ ਸ਼ਮੂਏਲ ਨਾਲ ਗੱਲਬਾਤ ਉਹਨੂੰ ਖਾਸ ਖੁਸ਼ੀ ਦਿੰਦੀ ਸੀ। ਬਰੂਨੋ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜੇ ਕੋਈ ਫੈਸਲਾ ਹੋਇਆ ਤਾਂ ਉਹ ਕੀ ਕਰੇਗਾ। ਉਹਨੇ ਫੈਸਲਾ ਕੀਤਾ ਕਿ ਜੋ ਵੀ ਫੈਸਲਾ ਹੋਇਆ ਤਾਂ ਉਹ ਬਿਨਾਂ ਕਿਸੇ ਸ਼ਿਕਾਇਤ ਦੇ ਉਹਨੂੰ ਪ੍ਰਵਾਨ ਕਰ ਲਏਗਾ। ਕੁਝ ਹਫ਼ਤਿਆਂ ਤੱਕ ਕੁਝ ਵੀ ਨਹੀਂ ਸੀ ਬਦਲਿਆ ਤੇ ਸਭ ਕੁਝ ਸਧਾਰਨ ਹੋਈ ਜਾ ਰਿਹਾ ਸੀ। ਪਿਤਾ ਜੀ ਬਹੁਤ ਸਮਾਂ ਆਪਣੇ ਦਫ਼ਤਰ 'ਚ ਰਹਿੰਦੇ ਸਨ ਤੇ ਜਾਂ ਉਹ ਤਾਰ ਦੇ ਉਸ ਪਾਸੇ ਚਲੇ ਜਾਇਆ ਕਰਦੇ ਸਨ। ਮਾਂ ਦਿਨ ਵੇਲੇ ਸ਼ਾਂਤ ਰਿਹਾ ਕਰਦੀ ਸੀ ਤੇ ਦੁਪਹਿਰ ਪਿੱਛੋਂ ਬੇਚੈਨ ਹੋ ਜਾਇਆ ਕਰਦੀ ਸੀ ਤੇ ਦੁਪਹਿਰ ਪਿੱਛੋਂ ਉਹਦਾ ਸੌਣਾ ਜਾਰੀ ਰਿਹਾ ਸੀ। ਕੁਝ ਸੌਣਾ ਦੁਪਹਿਰ ਪਿੱਛੋਂ ਛੱਡ ਕੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਵੀ ਹੋ ਗਿਆ ਸੀ। ਬਰੂਨੋ ਨੂੰ ਆਪਣੀ ਮਾਂ ਦੀ ਸਿਹਤ ਬਾਰੇ ਫਿਕਰ ਹੋਣ ਲੱਗ ਪਿਆ ਸੀ, ਕਿਉਂਕਿ ਉਸ ਨੇ ਆਪਣੇ ਜੀਵਨ 'ਚ ਇੰਨੀ ਲਾਲ ਸ਼ਹਿਰੀ ਵਾਲੀ ਦਵਾਈ ਪੀਂਦੇ ਨਹੀਂ ਸੀ ਦੇਖਿਆ। ਗ੍ਰੈਟਲ ਹੁਣ ਆਪਣੇ ਕਮਰੇ 'ਚ ਹੀ ਰਹਿੰਦੀ ਸੀ। ਉਹਨੇ ਆਪਣੇ ਕਮਰੇ 'ਚ ਜਿਹੜੇ ਕਦੇ ਨਕਸ਼ੇ ਟੰਗੇ ਸਨ ਉਹਨਾਂ ਤੋਂ ਅਖਬਾਰਾਂ ਪੜ੍ਹਨ ਤੋਂ ਮਗਰੋਂ ਉਹ ਪਿੰਨਾਂ ਬਦਲਦੀ ਰਹਿੰਦੀ ਸੀ ਤੇ ਬਰੂਨੋ ਨੂੰ ਹੁਣ ਜੋ ਵੀ ਕਿਹਾ ਜਾਂਦਾ ਉਹ ਬਿਨਾਂ ਕਿਸੇ ਸ਼ਿਕਾਇਤ ਤੋਂ ਕਰਦਾ ਰਹਿੰਦਾ ਸੀ। ਉਹਨੂੰ ਇਸ ਗੱਲ ਦੀ ਬੜੀ ਤਸੱਲੀ ਤੇ ਖੁਸ਼ੀ ਸੀ ਕਿ ਉਹਦਾ ਇੱਕੋ ਗੁਪਤ ਦੋਸਤ ਹੈ ਜਿਹਦਾ ਕਿਸੇ ਨੂੰ ਵੀ ਪਤਾ ਨਹੀਂ। ਤੇ ਇੱਕ ਦਿਨ ਪਿਤਾ ਜੀ ਨੇ ਬਰੂਨੋ ਨੂੰ ਆਪਣੇ ਦਫ਼ਤਰ 'ਚ ਬੁਲਾਇਆ ਤਾਂ ਕਿ ਉਹ ਤਬਦੀਲੀਆਂ ਬਾਰੇ ਦੱਸ ਸਕਣ। ਬੈਠ ਜਾਓ ਬੱਚਿਓ, ਪਿਤਾ ਜੀ ਨੇ 2 ਵੱਡੀਆਂ ਕੁਰਸੀਆਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਦੀਆਂ ਸੀਟਾਂ ਚਮੜੇ ਦੀਆਂ ਸਨ। ਆਮ ਤੌਰ ਤੇ ਉਹਨਾਂ ਕੁਰਸੀਆਂ ਤੇ ਬੈਠਣ ਦੀ ਮਨਾਹੀ ਸੀ। ਜਦੋਂ ਵੀ ਕਦੇ ਉਹ ਉਹਨਾਂ ਦੇ ਦਫ਼ਤਰ ਆਉਂਦੇ ਸਨ, ਪਿਤਾ ਜੀ ਵੱਡੇ ਮੇਜ਼ ਦੇ ਪਿੱਛੇ ਵਾਲੀ ਕੁਰਸੀ ਤੇ ਬੈਠ ਗਏ। ਅਸੀਂ ਫੈਸਲਾ ਕੀਤਾ ਕਿ ਕੁਝ ਤਬਦੀਲੀਆਂ ਕੀਤੀਆਂ ਜਾਣ। ਇਹ ਕਹਿੰਦੇ ਉਹ ਕੁਝ ਉਦਾਸ ਲੱਗ ਰਹੇ ਸਨ। ਮੈਨੂੰ ਤੁਸੀਂ ਇਹ ਦੱਸੋ ਕਿ ਇੱਥੋਂ ਤੁਸੀਂ ਖੁਸ਼ ਹੋ? ਹਾਂਜੀ ਪਿਤਾ ਜੀ, ਬਿਲਕੁਲ, ਗ੍ਰੈਟਲ ਨੇ ਕਿਹਾ। ਬਿਲਕੁਲ ਪਿਤਾ ਜੀ, ਬਰੂਨੋ ਨੇ ਕਿਹਾ। ਤੁਹਾਨੂੰ ਬਰਲਿਨ ਤਾਂ ਬਿਲਕੁਲ ਯਾਦ ਨਹੀਂ ਆਉਂਦਾ? ਬੱਚਿਆਂ ਨੇ ਕੁਝ ਪਲ ਚੁੱਪ ਧਾਰੀ ਰੱਖੀ ਤੇ ਇੱਕ ਦੂਜੇ ਵੱਲ ਵੇਖਿਆ ਤੇ ਹੈਰਾਨ ਜਿਹੇ ਹੋਏ ਕਿ ਪਹਿਲਾਂ ਕੌਣ ਜਵਾਬ ਦੇਗਾ। ਅੱਛਾ ਜੀ, ਮਾਂ ਤਾਂ ਬਰਲਿਨ ਨੂੰ ਬਹੁਤ ਯਾਦ ਕਰਦੀ ਹੈ। ਮੈਨੂੰ ਕੁਝ ਦੋਸਤਾਂ ਨਾਲ ਦੋਸਤੀ ਕਰਨ 'ਚ ਵੀ ਕੋਈ ਹਰਜ਼ ਨਹੀਂ। ਬਰੂਨੋ ਆਪਣੇ ਗੁਪਤ ਦੋਸਤ ਬਾਰੇ ਸੋਚ ਕੇ ਮੁਸਕਰਾ ਰਿਹਾ ਸੀ। ਦੋਸਤ? ਹਾਂ, ਮੈਂ ਇਸ ਬਾਰੇ ਸੋਚ ਰਿਹਾ ਸਾਂ ਕਿ ਦੋਸਤਾਂ ਬਿਨਾਂ ਤੁਸੀਂ ਇਕੱਲੇ ਮਹਿਸੂਸ ਕਰਦੇ ਹੋਵੋਗੇ। ਹਾਂਜੀ, ਇਕੱਲੇ ਮਹਿਸੂਸ ਕਰਦੇ ਹਾਂ, ਗ੍ਰੈਟਲ ਨੇ ਪੱਕੀ ਆਵਾਜ਼ 'ਚ ਕਿਹਾ। ਤੇ ਤੂੰ ਬਰੂਨੋ? ਪਿਤਾ ਜੀ ਨੇ ਪੁੱਛਿਆ। ਇਸ ਵਾਰ
ਉਹ ਬਰੂਨੋ ਵੱਲ ਦੇਖ ਰਹੇ ਸਨ। ਤੈਨੂੰ ਆਪਣੇ ਦੋਸਤ ਯਾਦ ਆਉਂਦੇ ਨੇ? ਹਾਂਜੀ, ਉਹਨੇ ਆਪਣਾ ਜਵਾਬ ਸਮਝ ਸੋਚ ਕੇ ਦਿੱਤਾ। ਮੇਰਾ ਖਿਆਲ ਹੈ ਜਿੱਥੇ ਵੀ ਮੈਂ ਜਾਵਾਂ ਦੋਸਤ ਤਾਂ ਯਾਦ ਆਉਣਗੇ ਹੀ। ਉਹ ਇੱਕ ਗੁਪਤ ਇਸ਼ਾਰਾ ਸ਼ਮੂਏਲ ਵੱਲ ਸੀ ਤੇ ਇਸ ਤੋਂ ਵੱਧ ਕੁਝ ਹੋਰ ਕਹਿਣਾ ਵੀ ਨਹੀਂ ਸੀ ਚਾਹੁੰਦਾ। ਪਰ ਕੀ ਤੂੰ ਵਾਪਸ ਬਰਲਿਨ ਜਾਣਾ ਚਾਹੇਂਗਾ? ਪਿਤਾ ਜੀ ਨੇ ਪੁੱਛਿਆ। ਜੇ ਕੋਈ ਅਜਿਹਾ ਮੌਕਾ ਆ ਜਾਏ ਤਾਂ? ਅਸੀਂ ਸਾਰੇ? ਬਰੂਨੋ ਨੇ ਪੁੱਛਿਆ। ਪਿਤਾ ਜੀ ਨੇ ਡੂੰਘਾ ਸਾਹ ਲਿਆ ਤੇ ਸਿਰ ਫੇਰ ਦਿੱਤਾ। ਮਾਂ, ਗ੍ਰੈਟਲ ਤੇ ਤੂੰ ਪੁਰਾਣੇ ਆਪਣੇ ਬਰਲਿਨ ਵਾਲੇ ਘਰ 'ਚ ਕੀ ਤੈਨੂੰ ਪਸੰਦ ਹੈ? ਬਰੂਨੋ ਨੇ ਇਸ ਬਾਰੇ ਸੋਚਿਆ। ਮੈਨੂੰ ਪਸੰਦ ਨਹੀਂ, ਜੇ ਤੁਸੀਂ ਨਾ ਹੋਏ ਉੱਥੇ ਤਾਂ। ਉਹਨੇ ਕਿਹਾ, ਇਹ ਸੱਚ ਤਾਂ ਸੀ। ਸੋ ਤੂੰ ਇੱਥੇ ਮੇਰੇ ਨਾਲ ਰਹਿਣਾ ਪਸੰਦ ਕਰੇਗਾ? ਮੈਂ ਵੀ ਚਾਹਾਂਗਾ ਕਿ ਆਪਾਂ ਸਾਰੇ ਇਕੱਠੇ ਰਹੀਏ, ਉਹਨੇ ਕਿਹਾ। ਤੇ ਉਹਨੇ ਨਾ ਚਾਹੁੰਦਿਆਂ ਵੀ ਗ੍ਰੈਟਲ ਨੂੰ ਵਿੱਚ ਸ਼ਾਮਲ ਕਰ ਲਿਆ, ਭਾਵੇਂ ਉਹ ਬਰਲਿਨ 'ਚ ਹੋਵੇ ਜਾਂ ਆਊਟਵਿਦ 'ਚ ਹੋਵੇ। ਉਹ ਹੋ ਬਰੂਨੋ, ਗ੍ਰੈਟਲ ਨੇ ਤੰਗ ਜਿਹੀ ਆਵਾਜ਼ 'ਚ ਕਿਹਾ। ਉਹਨੂੰ ਪਤਾ ਨਹੀਂ ਸੀ ਕਿ ਉਹਨਾਂ ਦੇ ਵਾਪਸ ਜਾਣ ਵੇਲੇ ਫੈਸਲੇ 'ਚ ਕੋਈ ਵਿਘਨ ਤਾਂ ਨਹੀਂ ਸੀ ਪਾ ਰਿਹਾ। ਗ੍ਰੈਟਲ ਦੇਖ ਰਹੀ ਸੀ ਕਿ ਉਹ ਉਹਨਾਂ ਦੇ ਘਰ ਦਾ ਨਾਮ ਸਹੀ ਤਰੀਕੇ ਨਾਲ ਨਹੀਂ ਸੀ ਬੋਲ ਰਿਹਾ। ਚਲੋ, ਇਸ ਵੇਲੇ ਤਾਂ ਅਸੰਭਵ ਨਹੀਂ, ਪਿਤਾ ਜੀ ਨੇ ਕਿਹਾ। ਮੈਨੂੰ ਡਰ ਹੈ ਕਿ ਇਹ ਅਸੰਭਵ ਹੀ ਹੈ, ਪਿਤਾ ਜੀ ਨੇ ਕਿਹਾ। ਮੈਨੂੰ ਡਰ ਹੈ ਕਿ ਫਿਊਰੀ ਮੈਨੂੰ ਮੇਰੀ ਕਮਾਂਡ ਤੋਂ ਫਾਰਗ ਨਹੀਂ ਕਰਨਗੇ। ਪਰ ਮਾਂ ਦੂਜੇ ਪਾਸੇ ਸੋਚਦੀ ਹੈ ਕਿ ਤੁਸੀਂ ਤਿੰਨੋਂ ਜਾ ਕੇ ਉਹ ਘਰ ਮੁੜ ਖੋਲੋ। ਪਰ ਜਦੋਂ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਕੁਝ ਦੇਰ ਲਈ ਰੁਕੇ। ਉਹਨਾਂ ਦੇ ਖੱਬੇ ਹੱਥ ਵੱਲ ਖਿੜਕੀ 'ਚੋਂ ਦੇਖਿਆ। ਉਸ ਖਿੜਕੀ ਵਿੱਚੋਂ ਤਾਰ ਦੇ ਦੂਜੇ ਪਾਸੇ ਤੱਕ ਨਜ਼ਰ ਜਾਂਦੀ ਸੀ। ਮੈਂ ਜਦੋਂ ਇਸ ਬਾਰੇ ਸੋਚਦਾ, ਸ਼ਾਇਦ ਤੁਹਾਡੀ ਮਾਂ ਠੀਕ ਹੀ ਹੈ। ਸ਼ਾਇਦ ਇਹ ਥਾਂ ਬੱਚਿਆਂ ਵਾਸਤੇ ਨਹੀਂ ਹੈ। ਇੱਥੇ ਤਾਂ ਸੈਂਕੜੇ ਬੱਚੇ ਨੇ, ਬਰੂਨੋ ਨੇ ਕਿਹਾ। ਉਹਨੇ ਇਹ ਕਹਿਣ ਤੋਂ ਪਹਿਲਾਂ ਇਹਨਾਂ ਸ਼ਬਦਾਂ ਬਾਰੇ ਨਹੀਂ ਸੋਚਿਆ। ਸਿਰਫ ਉਸ ਤਾਰ ਦੇ ਦੂਜੇ ਪਾਸੇ ਰਹਿੰਦੇ ਨੇ। ਇਹਨਾਂ ਸ਼ਬਦਾਂ ਪਿੱਛੋਂ ਚੁੱਪ ਚਾਂਚ ਛਾ ਗਈ। ਪਰ ਇਹ ਚੁੱਪ-ਚਾਪ ਆਮ ਚੁੱਪ ਵਰਗੀ ਨਹੀਂ ਸੀ, ਜਿੱਥੇ ਅਜਿਹਾ ਹੁੰਦਾ ਕਿ ਕੋਈ ਵੀ ਗੱਲ ਨਹੀਂ ਕਰ ਰਿਹਾ ਹੁੰਦਾ। ਇਸ ਚੁੱਪ ਵਿੱਚ ਬੜਾ ਸ਼ੋਰ ਸੀ। ਪਿਤਾ ਜੀ ਤੇ ਗ੍ਰੈਟਲ ਨੇ ਉਸ ਵੱਲ ਦੇਖਿਆ ਤੇ ਉਹਨਾਂ ਅੱਖਾਂ ਝਪਕੀਆਂ ਤੇ ਹੈਰਾਨ ਜਿਹਾ ਹੋ ਗਿਆ। ਤੇਰਾ ਮਤਲਬ ਕੀ ਹੈ ਕਿ ਇੱਥੇ ਸੈਂਕੜੇ ਬੱਚੇ ਨੇ? ਪਿਤਾ ਜੀ ਨੇ ਪੁੱਛਿਆ। ਉੱਥੇ ਕੀ ਹੋ ਰਿਹਾ, ਕੀ ਤੈਨੂੰ ਪਤਾ? ਬਰੂਨੋ ਨੇ ਕੁਝ ਕਹਿਣ ਲਈ ਆਪਣਾ ਮੂੰਹ ਖੋਲ੍ਹਿਆ, ਪਰ ਉਹ ਫਿਕਰਮੰਦ ਹੋ ਗਿਆ ਕਿ ਜੇ ਉਹਨੇ ਕੁਝ ਵੀ ਕਿਹਾ ਤਾਂ ਫਸ ਜਾਏਗਾ, ਫਿਰ ਬਹੁਤ ਗੜਬੜ ਹੋ ਜਾਏਗੀ। ਮੈਂ ਉਹਨਾਂ ਨੂੰ ਆਪਣੇ ਕਮਰੇ ਦੀ ਖਿੜਕੀ 'ਚੋਂ ਦੇਖ ਸਕਦਾ, ਉਹਨੇ ਪਿਕਨਿਕ ਵਿੱਚ ਕਿਹਾ। ਉਹ ਭਾਵੇਂ ਬਹੁਤ ਦੂਰ ਨਹੀਂ, ਪਰ ਲੱਗਦਾ ਹੈ ਕਈ 100 ਹੋਣਗੇ। ਸਭ ਨੇ ਧਾਰੀਦਾਰ ਪਜਾਮੇ ਪਾਏ ਹੁੰਦੇ ਨੇ। ਧਾਰੀਦਾਰ ਪਜਾਮੇ? ਹਾਂ, ਪਿਤਾ ਜੀ ਨੇ ਕਿਹਾ ਤੇ ਆਪਣਾ ਸਿਰ ਹਿਲਾਇਆ। ਤੇ ਤੂੰ ਉਹਨਾਂ ਨੂੰ ਦੇਖਦਾ ਰਹਿੰਦਾ? ਹਾਂਜੀ, ਮੈਂ ਉਹਨੂੰ ਵੇਖਿਆ, ਬਰੂਨੋ ਨੇ ਕਿਹਾ, ਪਰ ਮੈਨੂੰ ਨਹੀਂ ਪਤਾ ਕਿ ਇਹ ਉਹੀ ਚੀਜ਼ ਨੇ। ਪਿਤਾ ਜੀ ਮੁਸਕਰਾਏ। ਬਹੁਤ ਅੱਛੇ ਬਰੂਨੋ, ਉਹਨਾਂ ਨੇ ਫੇਰ ਕਿਹਾ। ਤੂੰ ਠੀਕ ਉਹੀ ਚੀਜ਼, ਤੂੰ ਠੀਕ ਕਿਹਾ, ਇਹ ਉਹੀ ਚੀਜ਼ ਨਹੀਂ ਹੈ। ਉਹ ਥੋੜ੍ਹਾ ਝਿਜਕੇ ਤੇ ਫਿਰ ਉਹਨਾਂ ਨੇ ਆਪਣਾ ਸਿਰ ਹਿਲਾਇਆ, ਜਿਵੇਂ ਉਹਨੇ ਆਖਰੀ ਫੈਸਲਾ ਕਰਕੇ ਕਿਹਾ ਹੋਵੇ। ਨਹੀਂ, ਉਹ ਠੀਕ ਨਹੀਂ ਰਹਿੰਦੀ, ਉਹਨੇ ਕਿਹਾ। ਉਹਨੇ ਜ਼ੋਰ ਦੇ ਕੇ ਉੱਚੀ ਆਵਾਜ਼ 'ਚ ਕਿਹਾ, ਪਰ ਉਹਨੇ ਗ੍ਰੈਟਲ ਤੇ ਬਰੂਨੋ ਵੱਲ ਨਹੀਂ ਵੇਖਿਆ। ਉਹ ਬਿਲਕੁਲ ਠੀਕ ਰਹਿੰਦੀ ਹੈ। ਤੈਨੂੰ ਵੀ ਇੱਥੇ ਬਹੁਤ ਦੇਰ ਹੋ ਚੁੱਕੀ ਹੈ ਤੇ ਹੁਣ ਤੈਨੂੰ ਘਰ ਚਲੇ ਜਾਣਾ ਚਾਹੀਦਾ। ਇੰਝ ਇਹ ਫੈਸਲਾ ਹੋ ਗਿਆ। ਸੁਨੇਹਾ ਭੇਜ ਦਿੱਤਾ ਗਿਆ ਕਿ ਘਰ ਦੀ ਸਾਫ਼ ਸਫਾਈ ਹੋ ਜਾਏ, ਖਿੜਕੀਆਂ ਧੋ ਦਿੱਤੀਆਂ ਜਾਣ, ਫੜਿਆਂ ਵਾਲੀ ਰੇਲਿੰਗ ਤੇ ਮੁੜ ਵਾਰਨਿਸ਼ ਕੀਤਾ ਜਾਵੇ, ਚਾਦਰਾਂ ਸਾਫ਼ ਕੀਤੀਆਂ ਜਾਣ, ਬਿਸਤਰੇ ਵਿਛਾ ਦਿੱਤੇ ਜਾਣ। ਪਿਤਾ ਜੀ ਨੇ ਐਲਾਨ ਕੀਤਾ ਗਿਆ ਕਿ ਮਾਂ, ਗ੍ਰੈਟਲ ਤੇ ਬਰੂਨੋ ਇੱਕ ਹਫ਼ਤੇ ਤੱਕ ਬਰਲਿਨ ਚਲੇ ਜਾਣਗੇ। ਬਰੂਨੋ ਨੂੰ ਸਮਝ ਨਾ ਆਈ ਕਿ ਇਹਦੀ ਉਮੀਦ ਨਹੀਂ ਸੀ ਤੇ ਉਹਨੂੰ ਇਹ ਵੀ ਡਰ ਲੱਗ ਰਿਹਾ ਸੀ ਕਿ ਉਹ ਇਹ ਖਬਰ ਸ਼ਮੂਏਲ ਨੂੰ ਕਿਵੇਂ ਦੇਗਾ, ਜਿਸ ਗੱਲ ਤੋਂ ਉਹਨੂੰ ਡਰ ਲੱਗਦਾ ਸੀ। ਧੰਨਵਾਦ। ਅਗਲਾ ਅੰਗ ਹੈ 18ਵਾਂ, ਆਖਰੀ ਖੋਜ ਲਈ ਸੋਚ। ਜਿਹੜੇ ਦਿਨ ਪਿਤਾ ਜੀ ਨੇ ਬਰੂਨੋ ਨੂੰ ਕਿਹਾ ਸੀ ਕਿ ਉਹਨੂੰ ਬਰਲਿਨ ਵਾਪਸ ਜਾਣਾ ਪਏਗਾ, ਸ਼ਮੂਏਲ ਰੋਜ਼ ਵਾਂਗ ਤਾਰ ਦੇ ਉਸ ਪਾਸੇ ਨਹੀਂ ਸੀ ਆਇਆ ਤੇ ਨਾ ਹੀ ਉਹ ਤੋਂ ਅਗਲੇ ਦਿਨ ਵੀ ਆਇਆ ਸੀ। ਜਦੋਂ ਤੀਜੇ ਦਿਨ ਬਰੂਨੋ ਉੱਥੇ ਆਇਆ ਤਾਂ ਕੋਈ ਵੀ ਚੌਕੜੀ ਮਾਰ ਕੇ ਤਾਰ ਦੇ ਉਸ ਪਾਸੇ ਬੈਠਿਆ ਹੋਇਆ ਨਹੀਂ ਸੀ। ਉਹਨੇ 10 ਮਿੰਟ ਉਡੀਕ ਕੀਤੀ। ਅਖੀਰ ਉਹ ਬੜਾ ਫਿਕਰਮੰਦ ਹੋ ਕੇ ਘਰ ਵੱਲ ਮੁੜਨ ਹੀ ਲੱਗਾ ਸੀ ਕਿ ਉਹਨੂੰ ਫਿਕਰ ਇਹ ਸੀ ਕਿ ਉਹ ਆਪਣੇ ਦੋਸਤ ਨੂੰ ਮਿਲੇ ਬਿਨਾਂ ਹੀ ਆਊਟਵਿਦ ਤੋਂ ਚਲਾ ਜਾਏਗਾ। ਤਾਂ ਉਸ ਵੇਲੇ ਦੂਰ ਉਹਨੂੰ ਇੱਕ ਟਿਮਕਣਾ ਨਜ਼ਰੀ ਪਿਆ, ਜਿਹੜਾ ਹੌਲੀ-ਹੌਲੀ ਵੱਡਾ ਹੋ ਕੇ ਇੱਕ ਧੱਬਾ ਬਣ ਗਿਆ ਤੇ ਫਿਰ ਉਹ ਧੱਬਾ ਇੱਕ ਮੁੰਡੇ ਦੀ ਸ਼ਕਲ 'ਚ ਬਦਲ ਗਿਆ, ਜਿਹਨੇ ਧਾਰੀਦਾਰ ਪਜਾਮਾ ਪਾਇਆ ਹੋਇਆ ਸੀ। ਬਰੂਨੋ ਮੁਸਕਰਾ ਪਿਆ ਜਦੋਂ ਉਸ ਵੱਲ ਆਉਂਦਾ ਉਹਨੂੰ ਦਿਸ ਪਿਆ ਤੇ ਉਹ ਹੇਠਾਂ ਧਰਤੀ ਤੇ ਬਹਿ ਗਿਆ ਤੇ ਉਹਨੇ ਆਪਣੀ ਜੇਬ 'ਚੋਂ ਡਬਲ ਰੋਟੀ ਦਾ ਟੁਕੜਾ ਤੇ ਇੱਕ ਸੇਬ ਕੱਢਿਆ, ਜਿਹੜਾ ਉਹ ਸ਼ਮੂਏਲ ਲਈ ਘਰੋਂ
ਚੋਰੀ ਲੈ ਕੇ ਆਇਆ ਸੀ। ਉਹਨੇ ਉਹ ਖਾਣ ਵਾਲੀਆਂ ਚੀਜ਼ਾਂ ਕੱਢ ਲਈਆਂ ਸਨ, ਪਰ ਉਹ ਦੂਰੋਂ ਹੀ ਦੇਖ ਸਕਦਾ ਸੀ ਕਿ ਉਹਦਾ ਦੋਸਤ ਅੱਗੇ ਨਾਲੋਂ ਵੀ ਬਹੁਤਾ ਨਾਖੁਸ਼ ਨਜ਼ਰ ਆ ਰਿਹਾ ਸੀ। ਤੇ ਜਦੋਂ ਉਹ ਤਾਰ ਕੋਲ ਆਇਆ ਤਾਂ ਉਹਨੇ ਖਾਣ ਵਾਲੀਆਂ ਚੀਜ਼ਾਂ ਨੂੰ ਪਹਿਲਾਂ ਵਰਗੀ ਉਤਸੁਕਤਾ ਨਾਲ ਨਹੀਂ ਸੀ ਫੜਿਆ। ਮੈਂ ਸੋਚਿਆ ਹੁਣ ਤੂੰ ਕਦੇ ਵੀ ਨਹੀਂ ਆਏਗਾ, ਬਰੂਨੋ ਨੇ ਕਿਹਾ। ਮੈਂ ਕੱਲ ਵੀ ਆਇਆ ਸੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਵੀ ਆਇਆ ਸੀ, ਪਰ ਤੂੰ ਇੱਥੇ ਹੈ ਨਹੀਂ ਸੀ। ਮੈਨੂੰ ਮਾਫ਼ ਕਰੀ, ਸ਼ਮੂਏਲ ਨੇ ਕਿਹਾ। ਕੁਝ ਹੋ ਗਿਆ। ਬਰੂਨੋ ਨੇ ਇਸ ਵੱਲ ਵੇਖਿਆ ਤੇ ਆਪਣੀਆਂ ਅੱਖਾਂ ਸੁੰਗੇੜ ਲਈਆਂ। ਉਹ ਅੰਦਾਜ਼ਾ ਲਾ ਰਿਹਾ ਸੀ ਕਿ ਕੀ ਹੋਇਆ ਹੋਵੇਗਾ। ਉਹ ਇਸ ਗੱਲ ਤੇ ਹੈਰਾਨ ਸੀ ਕਿ ਹੋ ਸਕਦਾ ਹੈ ਕਿ ਸ਼ਮੂਏਲ ਨੂੰ ਵੀ ਘਰ ਜਾਣ ਵਾਸਤੇ ਕਹਿ ਦਿੱਤਾ ਹੋਵੇਗਾ। ਅਕਸਰ ਇਹੋ ਜਿਹੇ ਇਤਫਾਕ ਹੋ ਜਾਇਆ ਕਰਦੇ ਨੇ, ਜਿਵੇਂ ਸੱਚਾਈ ਹੈ ਕਿ ਬਰੂਨੋ ਤੇ ਸ਼ਮੂਏਲ ਦਾ ਜਨਮ ਦਿਨ ਇੱਕੋ ਦਿਨ ਸੀ। ਹਾਂ, ਕੀ ਹੋ ਗਿਆ? ਬਰੂਨੋ ਨੇ ਪੁੱਛਿਆ। ਪਾਪਾ, ਸ਼ਮੂਏਲ ਨੇ ਕਿਹਾ। ਸਾਨੂੰ ਲੱਭ ਨਹੀਂ ਰਹੇ ਸੀ। ਪਾਪਾ ਲੱਭ ਨਹੀਂ ਰਹੇ? ਇਹ ਬੜੀ ਅਜੀਬ ਗੱਲ ਹੈ। ਤੇਰਾ ਮਤਲਬ ਹੈ ਕਿ ਉਹ ਗੁੰਮ ਹੋ ਗਏ? ਮੇਰਾ ਖਿਆਲ ਇਹੋ ਹੈ, ਸ਼ਮੂਏਲ ਨੇ ਕਿਹਾ। ਉਹ ਸੋਮਵਾਰ ਨੂੰ ਇੱਥੇ ਸਨ, ਫਿਰ ਉਹ ਦੂਜੇ ਬੰਦਿਆਂ ਨਾਲ ਕੰਮ ਕਰਨ ਚਲੇ ਗਏ। ਉਹਨਾਂ 'ਚੋਂ ਕੋਈ ਵੀ ਮੁੜ ਕੇ ਨਹੀਂ ਆਇਆ। ਉਹਨਾਂ ਨੇ ਕੋਈ ਚਿੱਠੀ ਵੀ ਨਹੀਂ ਲਿਖੀ, ਬਰੂਨੋ ਨੇ ਕਿਹਾ, ਜਾਂ ਕੋਈ ਕਾਗਜ਼ ਜਿਸ 'ਤੇ ਲਿਖਿਆ ਹੋਵੇ ਕਿ ਉਹ ਕਦੋਂ ਮੁੜ ਕੇ ਆਉਣਗੇ? ਨਹੀਂ, ਸ਼ਮੂਏਲ ਨੇ ਕਿਹਾ। ਕਿੰਨੀ ਅਜੀਬ ਗੱਲ ਹੈ, ਬਰੂਨੋ ਨੇ ਕਿਹਾ। ਕੀ ਤੁਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ? ਕੁਝ ਦੇਰ ਮਗਰੋਂ ਉਹਨੇ ਪੁੱਛਿਆ। ਹਾਂ, ਮੈਂ ਕੀਤੀ, ਸ਼ਮੂਏਲ ਨੇ ਹੌਕਾ ਭਰ ਕੇ ਕਿਹਾ। ਮੈਂ ਉਹ ਕੀਤਾ ਜਿਸ ਬਾਰੇ ਤੂੰ ਗੱਲਾਂ ਕਰਦਾ ਰਹਿੰਦਾ। ਮੈਂ ਕੁਝ ਖੋਜ ਕੀਤੀ ਤੇ ਕੋਈ ਨਿਸ਼ਾਨ ਨਹੀਂ ਮਿਲਿਆ। ਕੋਈ ਵੀ ਨਹੀਂ। ਇਹ ਤਾਂ ਬੜੀ ਅਜੀਬ ਗੱਲ ਹੈ। ਕੋਈ ਤਾਂ ਇਸ ਬਾਰੇ ਜਵਾਬ ਹੋਏਗਾ, ਪਰ ਮੈਂ ਸੋਚਦਾ ਕਿ ਇਹਦਾ ਜਵਾਬ ਬੜਾ ਸਾਦਾ ਹੈ। ਉਹ ਕੀ ਹੈ? ਸ਼ਮੂਏਲ ਨੇ ਪੁੱਛਿਆ। ਮੇਰੇ ਖਿਆਲ 'ਚ ਉਹਨਾਂ ਨੂੰ ਕੰਮ ਕਰਨ ਲਈ ਦੂਜੇ ਸ਼ਹਿਰ 'ਚ ਲਿਜਾਇਆ ਗਿਆ ਹੋਏਗਾ। ਕੁਝ ਦਿਨਾਂ 'ਚ ਕੰਮ ਖਤਮ ਹੋ ਜਾਏਗਾ, ਪਰ ਇੱਥੇ ਕੋਈ ਖਬਰ ਨਹੀਂ। ਮੇਰਾ ਖਿਆਲ ਹੈ ਕਿ ਉਹ ਛੇਤੀ ਵਾਪਸ ਆ ਜਾਣਗੇ। ਮੈਨੂੰ ਵੀ ਉਮੀਦ ਹੈ, ਸ਼ਮੂਏਲ ਨੇ ਕਿਹਾ। ਇਉਂ ਲੱਗ ਰਿਹਾ ਕਿ ਉਹ ਹੁਣ ਰੋ ਪਏਗਾ। ਮੈਨੂੰ ਨਹੀਂ ਪਤਾ ਕਿ ਉਹਨਾਂ ਤੋਂ ਬਿਨਾਂ ਅਸੀਂ ਕੀ ਕਰ ਸਕਦੇ ਹਾਂ। ਜੇ ਤੂੰ ਪੁੱਛੇ ਤਾਂ ਮੈਂ ਪਿਤਾ ਜੀ ਤੋਂ ਪੁੱਛ ਲਵਾਂਗਾ, ਬਰੂਨੋ ਨੇ ਗੰਭੀਰਤਾ ਨਾਲ ਕਿਹਾ। ਉਹਨੂੰ ਉਮੀਦ ਸੀ ਕਿ ਸ਼ਮੂਏਲ ਇਹ ਗੱਲ ਮੰਨੇਗਾ ਨਹੀਂ। ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਚੰਗਾ ਵਿਚਾਰ ਹੈ, ਸ਼ਮੂਏਲ ਨੇ ਕਿਹਾ। ਜਿਹੜਾ ਬਰੂਨੋ ਅਨੁਸਾਰ ਜੇ ਉਹਨੂੰ ਕਿਹਾ ਸੀ ਤੇ ਉਹਦਾ ਹੀ ਹਾਂ ਪੱਖੀ ਹੁੰਗਾਰਾ ਸੀ। ਕਿਉਂ ਨਹੀਂ? ਉਹਨੇ ਪੁੱਛਿਆ। ਪਿਤਾ ਜੀ, ਜੀਵਨ 'ਚ ਬਹੁਤ ਵੱਡਾ ਤਜਰਬਾ ਹੈ ਕਿ ਤਾਰ ਦੇ ਉਸ ਪਾਸੇ ਕੀ ਹੋ ਰਿਹਾ। ਮੈਂ ਨਹੀਂ ਸਮਝਦਾ ਕਿ ਸਿਪਾਹੀ ਮੈਨੂੰ ਚੰਗਾ ਸਮਝਦੇ ਨੇ, ਸ਼ਮੂਏਲ ਨੇ ਕਿਹਾ। ਚਲੋ ਚੰਗਾ ਹੈ, ਜਿਵੇਂ ਉਹਨੇ ਹਿੰਮਤ ਕਰਕੇ ਆਪਣੇ ਪਾਸੇ 'ਚੋਂ ਕੁਝ ਲੱਭ ਲਿਆ ਸੀ। ਮੈਨੂੰ ਪਤਾ ਹੈ ਕਿ ਉਹ ਸਾਨੂੰ ਪਸੰਦ ਨਹੀਂ ਕਰਦੇ, ਸਾਨੂੰ ਨਫ਼ਰਤ ਕਰਦੇ ਨੇ। ਬਰੂਨੋ ਹੈਰਾਨ ਹੋ ਕੇ ਬੈਠ ਗਿਆ। ਮੈਨੂੰ ਪੱਕਾ ਪਤਾ ਹੈ ਕਿ ਤੁਹਾਨੂੰ ਨਫ਼ਰਤ ਨਹੀਂ ਕਰਦੇ, ਉਹਨੇ ਕਿਹਾ। ਉਹ ਕਰਦੇ ਨੇ, ਸਮੁੰਦਰ ਨੇ ਜਦ ਕਿਹਾ। ਅੱਖਾਂ ਸੁੰਗੇੜ ਕੇ ਅੱਗੋਂ ਹੋ ਕੇ ਕਿਹਾ। ਉਹਦੇ ਬੁੱਲ੍ਹ ਟੇਰੇ ਹੋਏ ਸਨ ਤੇ ਉਹਨੂੰ ਗੁੱਸਾ ਸੀ। ਪਰ ਇਹੋ ਜਿਹੀ ਕੋਈ ਗੱਲ ਨਹੀਂ। ਮੈਂ ਵੀ ਉਹਨਾਂ ਨੂੰ ਨਫ਼ਰਤ ਕਰਦਾ। ਮੈਂ ਉਹਨਾਂ ਨੂੰ ਨਫ਼ਰਤ ਕਰਦਾ, ਉਹਨੇ ਜ਼ੋਰ ਦੇ ਕੇ ਆਪਣੀ ਗੱਲ ਕਹੀ। ਤੂੰ ਪਿਤਾ ਜੀ ਨੂੰ ਨਫ਼ਰਤ ਨਹੀਂ ਕਰਦਾ, ਹੈ ਕਿ ਨਹੀਂ? ਬਰੂਨੋ ਨੇ ਪੁੱਛਿਆ। ਸ਼ਮੂਏਲ ਨੇ ਆਪਣਾ ਬੁੱਲ੍ਹ ਟੁੱਕ ਲਿਆ, ਪਰ ਉਹਨੇ ਕਿਹਾ ਕੁਝ ਨਹੀਂ। ਉਹਨੇ ਬਰੂਨੋ ਦੇ ਪਿਤਾ ਜੀ ਨੂੰ ਕਈ ਮੌਕਿਆਂ 'ਤੇ ਦੇਖਿਆ ਸੀ, ਪਰ ਉਹਨੂੰ ਗੱਲ ਸਮਝ ਨਹੀਂ ਸੀ ਆ ਰਹੀ ਕਿ ਇਹ ਕਿਵੇਂ ਹੋ ਸਕਦਾ ਹੈ ਉਸ ਬੰਦੇ ਦਾ ਪੁੱਤਰ ਇੰਨਾ ਦੋਸਤੀ ਕਰਨ ਵਾਲਾ ਤੇ ਦਿਆਲੂ ਹੋਵੇ। ਕੋਈ ਗੱਲ ਨਹੀਂ, ਬਰੂਨੋ ਨੇ ਕੁਝ ਰੁਕ ਕੇ ਕਿਹਾ। ਉਹ ਇਹ ਨਹੀਂ ਸੀ ਚਾਹੁੰਦਾ ਕਿ ਇਸ ਵਿਸ਼ੇ 'ਤੇ ਅੱਗੇ ਹੋਰ ਗੱਲ ਕੀਤੀ ਜਾਵੇ। ਮੈਂ ਵੀ ਤੈਨੂੰ ਇੱਕ ਗੱਲ ਦੱਸਣੀ ਹੈ। ਹੈਂ? ਸ਼ਮੂਏਲ ਨੇ ਪੁੱਛਿਆ। ਉਹਨੇ ਉਮੀਦ ਨਾਲ ਉਸ ਵੱਲ ਵੇਖਿਆ। ਹਾਂ, ਮੈਂ ਵਾਪਸ ਬਰਲਿਨ ਜਾ ਰਿਹਾ। ਸ਼ਮੂਏਲ ਦਾ ਮੂੰਹ ਹੈਰਾਨੀ ਨਾਲ ਖੁੱਲ੍ਹਾ ਰਹਿ ਗਿਆ। ਕਦੋਂ? ਉਹਨੇ ਪੁੱਛਿਆ। ਉਹਦੇ ਜੀਭ ਜਿਵੇਂ ਸੰਘ 'ਚ ਅਟਕ ਗਈ ਹੋਵੇ। ਹਾਂ, ਆਉਂਦੇ ਵੀਰਵਾਰ, ਬਰੂਨੋ ਨੇ ਕਿਹਾ, ਤੇ ਅਸੀਂ ਸ਼ਨਿਚਰਵਾਰ ਦੁਪਹਿਰ ਦੇ ਖਾਣੇ ਤੋਂ ਪਿੱਛੋਂ ਚਲੇ ਜਾਵਾਂਗੇ। ਪਰ ਕਿੰਨੀ ਦੇਰ ਲਈ? ਸ਼ਮੂਏਲ ਨੇ ਪੁੱਛਿਆ। ਮੇਰਾ ਖਿਆਲ ਹੈ ਹਮੇਸ਼ਾ ਲਈ, ਬਰੂਨੋ ਨੇ ਕਿਹਾ। ਮਾਂ ਨੂੰ ਆਊਟ ਵਿੱਚ ਚੰਗਾ ਨਹੀਂ ਲੱਗਦਾ। ਉਹ ਕਹਿੰਦੀ ਹੈ ਕਿ ਬੱਚਿਆਂ ਨੂੰ ਵੱਡਾ ਕਰਨ ਲਈ ਚੰਗੀ ਥਾਂ ਨਹੀਂ, ਮਤਲਬ ਸਾਨੂੰ 2 ਬੱਚਿਆਂ ਨੂੰ। ਪਿਤਾ ਜੀ ਇੱਥੇ ਹੀ ਰਹਿਣਗੇ ਕਿਉਂਕਿ ਫਿਊਰੀ ਦੇ ਦਿਮਾਗ 'ਚ ਪਿਤਾ ਜੀ ਲਈ ਕੋਈ ਹੋਰ ਵੱਡੇ ਕੰਮ ਹਨ, ਪਰ ਬਾਕੀ ਅਸੀਂ ਸਾਰੇ ਘਰ ਵਾਪਸ ਜਾ ਰਹੇ ਹਾਂ। ਉਹਨੇ ਘਰ ਸ਼ਬਦ ਕਿਹਾ ਤਾਂ ਫਿਰ ਉਹਨੂੰ ਪੱਕਾ ਪਤਾ ਨਹੀਂ ਸੀ ਕਿ ਘਰ ਹੈ ਕਿੱਥੇ ਸੀ। ਇਹਦਾ ਮਤਲਬ ਹੁਣ ਮੈਂ ਤੈਨੂੰ ਕਦੇ ਵੀ ਨਹੀਂ ਦੇਖ ਸਕਾਂਗਾ? ਸ਼ਮੂਏਲ ਨੇ ਪੁੱਛਿਆ। ਹਾਂ, ਕਿਸੇ ਨਾ ਕਿਸੇ ਦਿਨ, ਬਰੂਨੋ ਨੇ ਕਿਹਾ। ਤੂੰ ਬਰਲਿਨ ਛੁੱਟੀ ਲੈ ਕੇ ਆ ਸਕਦਾ ਹੈ। ਤੂੰ ਅਖੀਰ ਹਮੇਸ਼ਾ ਲਈ ਤਾਂ ਇੱਥੇ ਨਹੀਂ ਨਾ ਰਹਿ ਸਕਦਾ। ਕੀ ਰਹਿ ਸਕਦੇ ਹੋ? ਸ਼ਮੂਏਲ ਨੇ ਆਪਣਾ ਸਿਰ ਹਿਲਾਇਆ। ਮੇਰਾ ਖਿਆਲ ਹੈ ਨਹੀਂ, ਉਹਨੇ ਉਦਾਸੀ ਨਾਲ ਕਿਹਾ। ਤੇਰੇ ਜਾਣ ਪਿੱਛੋਂ ਮੇਰੇ ਨਾਲ ਗੱਲਾਂ ਕਰਨ ਲਈ ਹੋਰ ਕੋਈ ਨਹੀਂ ਹੋਏਗਾ, ਉਹਨੇ ਕਿਹਾ। ਨਹੀਂ, ਬਰੂਨੋ ਨੇ ਕਿਹਾ। ਕੁਝ ਹੋਰ ਕਹਿਣਾ ਵੀ ਨਹੀਂ ਚਾਹੁੰਦਾ। ਤੂੰ ਵੀ ਮੈਨੂੰ ਬਹੁਤ ਯਾਦ ਆਏਗਾ, ਸ਼ਮੂਏਲ। ਉਹਨੇ ਇਹ ਕਹਿ ਕੇ ਭੇਜ ਦਿੱਤਾ, ਪਰ ਉਹਨੂੰ ਕਹਿਣ ਪਿੱਛੋਂ ਬੜੀ ਸ਼ਰਮ ਆਈ ਕਿ ਉਹਨੇ
ਅਜਿਹਾ ਕਿਵੇਂ ਗਿਆ? ਸੋ ਕੱਲ ਆਖਰੀ ਦਿਨ ਹੋਏਗਾ ਜਦੋਂ ਅਸੀਂ ਦੋਵੇਂ ਮਿਲਾਂਗੇ। ਉਹਨੇ ਗੱਲ ਜਾਰੀ ਰੱਖੀ। ਆਪਾਂ ਨੂੰ ਹੁਣ ਇੱਕ ਦੂਜੇ ਨੂੰ ਬਾਏ ਕਹਿਣਾ ਪਏਗਾ ਤੇ ਕੁਝ ਤੇਰੇ ਲਈ ਲੈ ਕੇ ਆਵਾਂਗਾ ਖਾਣ ਲਈ। ਸ਼ਮੂਏਲ ਨੇ ਸਿਰ ਹਿਲਾਇਆ ਪਰ ਉਹ ਆਪਣੀ ਗੱਲ ਕਹਿਣ ਲਈ ਕੋਈ ਸ਼ਬਦ ਨਾ ਲੱਭ ਸਕਿਆ। ਮੇਰਾ ਮਨ ਕਰਦਾ ਆਪਾਂ ਇਕੱਠੇ ਹੋ ਕੇ ਖੇਡੀਏ, ਕਾਫੀ ਚਿਰ ਪਿੱਛੋਂ ਬਰੂਨੋ ਨੇ ਕਿਹਾ। ਸਿਰਫ ਇੱਕ ਵਾਰੀ ਯਾਦ ਰੱਖਣ ਲਈ। ਮੈਂ ਵੀ, ਸ਼ਮੂਏਲ ਨੇ ਕਿਹਾ। ਆਪਾਂ ਇੱਕ ਦੂਜੇ ਨਾਲ ਗੱਲਾਂ ਤਾਂ ਕਰਦੇ ਰਹੇ। ਕੋਈ ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਫਿਰ ਵੀ ਕਦੇ ਇੱਕ ਵਾਰੀ ਅਸੀਂ ਇਕੱਠੇ ਹੋ ਕੇ ਨਹੀਂ ਸੀ ਖੇਡੇ। ਤੇ ਤੈਨੂੰ ਪਤਾ ਹੈ ਹੋਰ ਕੀ? ਉਹਨੇ ਆਪਣੀ ਗੱਲ ਜਾਰੀ ਰੱਖੀ। ਜਿੱਥੇ ਤੂੰ ਰਹਿਣਾ ਹੈ ਮੈਂ ਆਪਣੇ ਕਮਰੇ ਦੀ ਖਿੜਕੀ 'ਚੋਂ ਦੇਖਦਾ ਰਹਿੰਦਾ ਸੀ ਤੇ ਮੈਂ ਕਦੇ ਵੀ ਨਹੀਂ ਦੇਖ ਸਕਿਆ ਕਿ ਇਹ ਕਿਹੋ ਜਿਹਾ ਹੋਏਗਾ। ਮੈਂ ਫਿਰ ਵੀ ਇਹਨੂੰ ਦੇਖਣਾ ਚਾਹੁੰਦਾ, ਬਰੂਨੋ ਨੇ ਕਿਹਾ। ਸ਼ਮੂਏਲ ਕੁਝ ਪਲ ਸੋਚਦਾ ਰਿਹਾ ਤੇ ਉਹਨੇ ਤਾਰਾਂ 'ਚੋਂ ਹੇਠਲੀ ਤਾਰ ਹੇਠਾਂ ਹੱਥ ਪਾ ਕੇ ਉਹਨੂੰ ਉੱਪਰ ਵੱਲ ਚੁੱਕ ਲਿਆ। ਹੁਣ ਉਸ ਤਾਰ ਹੇਠਾਂ ਇੰਨੀ ਕੁ ਥਾਂ ਬਣ ਗਈ ਜਿਸ ਹੇਠੋਂ ਬਰੂਨੋ ਵਰਗਾ ਛੋਟਾ ਮੁੰਡਾ ਗੋਡਿਆਂ ਭਾਰ ਹੋ ਕੇ ਤਾਰ ਦੇ ਦੂਜੇ ਪਾਸੇ ਆ ਸਕਦਾ ਸੀ। ਚੰਗਾ ਤਾਂ ਫਿਰ ਤੂੰ ਕਿਉਂ ਨਹੀਂ ਜਾਂਦਾ? ਸ਼ਮੂਏਲ ਨੇ ਕਿਹਾ। ਬਰੂਨੋ ਨੇ ਅੱਖਾਂ ਝਪਕੀਆਂ ਤੇ ਸੋਚਣ ਲੱਗ ਪਿਆ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਹਦੀ ਆਗਿਆ ਹੈ, ਉਹਨੇ ਸ਼ੱਕ ਨਾਲ ਕਿਹਾ। ਤੈਨੂੰ ਇੱਥੇ ਆ ਕੇ ਮੇਰੇ ਨਾਲ ਗੱਲਾਂ ਕਰਨ ਦੀ ਆਗਿਆ ਵੀ ਨਹੀਂ। ਫਿਰ ਵੀ ਤੂੰ ਮੇਰੇ ਨਾਲ ਹਰ ਰੋਜ਼ ਗੱਲਾਂ ਮਾਰਦਾ ਹੈ, ਸ਼ਮੂਏਲ ਨੇ ਕਿਹਾ। ਜੇ ਮੈਂ ਫੜਿਆ ਗਿਆ ਤਾਂ ਬਹੁਤ ਵੱਡੀ ਮੁਸੀਬਤ ਖੜੀ ਹੋ ਜਾਏਗੀ, ਬਰੂਨੋ ਨੇ ਕਿਹਾ। ਉਹਨੂੰ ਪੱਕਾ ਪਤਾ ਸੀ ਕਿ ਮਾਂ ਤੇ ਪਿਤਾ ਜੀ ਇਹਦੀ ਆਗਿਆ ਨਹੀਂ ਦੇਣਗੇ। ਇਹ ਤਾਂ ਠੀਕ ਹੈ, ਸ਼ਮੂਏਲ ਨੇ ਕਿਹਾ। ਉਹਨੂੰ ਤਾਰ ਹੇਠਾਂ ਕੀਤੀ ਤੇ ਉਹ ਹੇਠਾਂ ਵੱਲ ਦੇਖਣ ਲੱਗ ਪਿਆ। ਉਹਦੀਆਂ ਅੱਖਾਂ 'ਚ ਹੰਝੂ ਸਨ। ਮੇਰਾ ਖਿਆਲ ਹੈ ਕਿ ਹੁਣੇ ਆਪਾਂ ਕੱਲ੍ਹ ਹੀ ਮਿਲਾਂਗੇ। ਉਦੋਂ ਤੀਕ ਬਾਏ। ਦੋਵਾਂ 'ਚੋਂ ਕੁਝ ਦੇਰ ਕੋਈ ਵੀ ਨਾ ਬੋਲਿਆ। ਅਚਾਨਕ ਬਰੂਨੋ ਨੂੰ ਕੁਝ ਯਾਦ ਆਇਆ। ਇਸ ਤੋਂ ਬਿਨਾਂ ਉਹਨੇ ਕਹਿਣਾ ਸ਼ੁਰੂ ਕੀਤਾ, ਪਰ ਇਸ ਬਾਰੇ ਸੋਚਣ ਲੱਗ ਪਿਆ ਤੇ ਆਪਣੇ ਦਿਮਾਗ 'ਚ ਕੋਈ ਸਕੀਮ ਪੂਰੀ ਪੱਕੀ ਕਰਨ ਲੱਗ ਪਿਆ। ਉਹਦਾ ਹੱਥ ਉਹਦੇ ਸਿਰ ਤੇ ਚਲਾ ਗਿਆ ਜਿੱਥੇ ਉਹਦੇ ਲੰਮੇ ਵਾਲ ਹੋਇਆ ਕਰਦੇ ਸਨ, ਪਰ ਹੁਣ ਉੱਥੇ ਬੜੇ ਹੀ ਘੱਟ ਵਾਲ ਸਨ ਤੇ ਹੁਣ ਪਹਿਲਾਂ ਵਾਂਗ ਲੰਮੇ ਨਹੀਂ ਸਨ ਹੋਏ। ਤੈਨੂੰ ਯਾਦ ਨਹੀਂ ਕਿ ਤੂੰ ਕਿਹਾ ਸੀ ਕਿ ਮੈਂ ਤੇਰੇ ਵਰਗਾ ਲੱਗਦਾ? ਉਹਨੇ ਸ਼ਮੂਏਲ ਨੂੰ ਪੁੱਛਿਆ। ਜਦੋਂ ਮੈਂ ਸਿਰ ਮੁੰਨਾਤਾ ਸੀ। ਸਿਰਫ ਮੋਟਾ ਸੀ, ਸ਼ਮੂਏਲ ਨੇ ਕਿਹਾ। ਤਾਂ ਫਿਰ ਜੇ ਮੇਰੇ ਕੋਲ ਕੋਈ ਧਾਰੀਦਾਰ ਪਜਾਮਾ ਹੋਵੇ ਤਾਂ ਮੈਂ ਉਸ ਪਾਸੋਂ ਆ ਸਕਦਾ ਤੇ ਫਿਰ ਮੇਰੇ ਨਾਲੋਂ ਸਿਆਣਾ ਕੌਣ ਹੋਏਗਾ? ਸ਼ਮੂਏਲ ਦਾ ਚਿਹਰਾ ਖਿਲ ਗਿਆ ਤੇ ਉਹਦੇ ਚਿਹਰੇ ਤੇ ਵੱਡੀ ਮੁਸਕਾਨ ਬਿਖਰ ਗਈ। ਤੇਰਾ ਇਹੀ ਵਿਚਾਰ ਹੈ? ਸ਼ਮੂਏਲ ਨੇ ਕਿਹਾ। ਤੂੰ ਕਰੇਂਗਾ? ਬਿਲਕੁਲ, ਬਰੂਨੋ ਨੇ ਕਿਹਾ। ਇੱਕ ਸਾਹਸ ਭਰਿਆ ਕੰਮ ਹੋਏਗਾ ਤੇ ਉਹ ਵੀ ਸਾਡਾ ਸਾਂਝਾ ਸਾਹਸ। ਆਖਰ ਮੈਂ ਕੁਝ ਖੋਜ ਵੀ ਕਰ ਸਕਾਂਗਾ ਤੇ ਤੂੰ ਮੇਰੀ ਮਦਦ ਕਰੇਂਗਾ ਪਾਪਾ ਨੂੰ ਲੱਭਣ 'ਚ? ਸ਼ਮੂਏਲ ਨੇ ਕਿਹਾ। ਕਿਉਂ ਨਹੀਂ, ਬਰੂਨੋ ਨੇ ਕਿਹਾ। ਆਪਾਂ ਇੱਧਰ ਉੱਧਰ ਤੁਰ ਫਿਰ ਕੇ ਦੇਖਾਂਗੇ ਕਿ ਸ਼ਾਇਦ ਆਪਾਂ ਨੂੰ ਕੋਈ ਸਬੂਤ ਮਿਲ ਜਾਏ। ਜਦੋਂ ਤੁਸੀਂ ਖੋਜ ਕਰ ਰਹੇ ਹੋ ਤਾਂ ਇਹੋ ਸਮਝ ਸਹੀ ਹੈ। ਸਿਰਫ ਇੱਕੋ ਸਮੱਸਿਆ ਹੈ, ਉਹ ਹੈ ਧਾਰੀਦਾਰ ਪਜਾਮਾ। ਸ਼ਮੂਏਲ ਨੇ ਆਪਣਾ ਸਿਰ ਹਿਲਾਇਆ। ਇਹ ਠੀਕ ਹੈ, ਉਹਨੇ ਕਿਹਾ। ਇੱਕ ਝੁੱਗੀ ਹੈ ਜਿੱਥੇ ਉਹ ਪਜਾਮੇ ਤੇ ਹੋਰ ਕੱਪੜੇ ਰੱਖਦੇ ਨੇ। ਮੈਂ ਮੇਰੇ ਮੇਚ ਦਾ ਪਜਾਮਾ ਦੇਖ ਕੇ ਕੁਝ ਪਜਾਮੇ ਲਿਆ ਸਕਦਾ ਤੇ ਫਿਰ ਤੂੰ ਉਹ ਪਾ ਕੇ ਆਪਾਂ ਪਾਪਾ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਕਮਾਲ ਹੈ, ਬਰੂਨੋ ਨੇ ਉਸ ਪਲ ਉਤਸ਼ਾਹਿਤ ਹੋ ਕੇ ਕਿਹਾ। ਤਾਂ ਇਹ ਸਕੀਮ ਪੱਕੀ ਹੋ ਗਈ। ਆਪਾਂ ਕੱਲ ਇਸੇ ਸਮੇਂ ਮਿਲਾਂਗੇ। ਕੱਲ ਨੂੰ, ਸ਼ਮੂਏਲ ਨੇ ਕਿਹਾ। ਇਸੇ ਸਮੇਂ ਕੱਲ ਨੂੰ, ਲੇਟ ਨਾ ਹੋ ਜਾਈਂ, ਬਰੂਨੋ ਨੇ ਖੜਾ ਹੋ ਕੇ ਕਿਹਾ ਤੇ ਆਪਣੇ ਕੱਪੜਿਆਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਤੇ ਧਾਰੀਦਾਰ ਪਜਾਮਾ ਲਿਆਉਣਾ ਵੀ ਨਾ ਭੁੱਲੀ। ਦੋਵੇਂ ਮੁੰਡੇ ਆਪੋ ਆਪਣੇ ਘਰਾਂ ਵੱਲ ਮੁੜ ਗਏ। ਉਹ ਬੜੇ ਉਤਸ਼ਾਹਿਤ ਸਨ। ਬਰੂਨੋ ਲਈ ਇਹ ਬੜਾ ਸਾਹਸ ਭਰਿਆ ਕੰਮ ਸੀ ਤੇ ਅਖੀਰ ਉਸ ਲਈ ਇੱਕ ਖਾਸ ਮੌਕਾ ਸੀ ਕਿ ਉਹਨੂੰ ਅਜਿਹਾ ਮੌਕਾ ਮਿਲੇਗਾ ਜਦੋਂ ਦੇਖ ਸਕੇਗਾ ਕਿ ਤਾਰ ਦੇ ਉਸ ਪਾਸੇ ਕੀ ਸੀ। ਇਹ ਤੋਂ ਪਹਿਲਾਂ ਕਿ ਉਹ ਬਰਲਿਨ ਵਾਪਸ ਚਲਾ ਜਾਏਗਾ, ਉਹਨੂੰ ਕਹਿਣ ਦੀ ਲੋੜ ਨਹੀਂ ਸੀ ਕਿ ਉਹਨੂੰ ਖੋਜ ਕਰਨ ਦਾ ਮੌਕਾ ਵੀ ਮਿਲੇਗਾ। ਤੇ ਦੂਜੇ ਪਾਸੇ ਸ਼ਮੂਏਲ ਸੋਚ ਰਿਹਾ ਸੀ ਕਿ ਉਹਨੂੰ ਆਪਣੇ ਪਾਪਾ ਨੂੰ ਲੱਭਣ ਲਈ ਕੋਈ ਮਦਦ ਮਿਲੇਗੀ। ਆਖਰ ਉਹ ਇੱਕ ਸਮਝਦਾਰ ਯੋਜਨਾ ਲੱਗਦੀ ਸੀ ਤੇ ਇੱਕ ਦੂਜੇ ਨੂੰ ਆਖਰੀ ਬਾਏ ਕਹਿਣ ਦਾ ਚੰਗਾ ਮੌਕਾ ਵੀ ਸੀ। ਅੰਗ 19ਵਾਂ। ਅਗਲੇ ਦਿਨ ਕੀ ਹੋਇਆ? ਅਗਲੇ ਦਿਨ ਸ਼ੁੱਕਰਵਾਰ, ਇੱਕ ਦਿਨ ਹੋਰ ਗਿੱਲਾ ਦਿਨ ਸੀ। ਜਦੋਂ ਬਰੂਨੋ ਸਵੇਰੇ ਉੱਠਿਆ ਤੇ ਉਹਨੇ ਕਮਰੇ ਦੀ ਖਿੜਕੀ ਵਿੱਚੋਂ ਬਾਹਰ ਦੇਖਿਆ ਤਾਂ ਮੀਂਹ ਪੈਂਦਾ ਵੇਖ ਕੇ ਉਹ ਨਿਰਾਸ਼ ਹੋ ਗਿਆ। ਜੇ ਸੱਚ ਨਾ ਹੁੰਦਾ ਤਾਂ ਉਹਦਾ ਸ਼ਮੂਏਲ ਨਾਲ ਕੁਝ ਸਮਾਂ ਬਿਤਾਉਣ ਵਾਲਾ ਦਿਨ ਨਾ ਹੁੰਦਾ ਤਾਂ ਹੋਰ ਗੱਲ ਸੀ। ਇਸ 'ਚ ਕੋਈ ਸ਼ੱਕ ਨਹੀਂ ਸੀ ਕਿ ਉਹ ਸਾਹਸ ਵਾਲਾ ਦਿਨ ਸੀ ਤੇ ਉਹ ਅਗਲੇ ਹਫ਼ਤੇ ਤੇ ਪਾਇਆ ਜਾ ਸਕਦਾ ਸੀ ਜਦੋਂ ਉਹਨੇ ਕੋਈ ਖਾਸ ਯੋਜਨਾ ਨਹੀਂ ਸੀ ਬਣਾਈ ਹੋਈ। ਫਿਰ ਵੀ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਸੀ ਤੇ ਘੜੀ ਦੀ ਟਿਕ ਟਿਕ ਬਾਰੇ ਉਹ ਕੁਝ ਵੀ ਨਹੀਂ ਸੀ ਕਰ ਸਕਦਾ। ਫਿਰ ਵੀ ਅਜੇ ਸਵੇਰ ਹੀ ਸੀ ਤੇ ਦੁਪਹਿਰ ਤੋਂ ਪਿੱਛੋਂ ਵਾਲੇ ਸਮੇਂ ਤੱਕ ਅਜੇ ਬੜਾ ਸਮਾਂ ਪਿਆ ਸੀ ਜਦੋਂ ਦੋਹਾਂ ਮੁੰਡਿਆਂ ਨੇ ਮਿਲਣਾ ਸੀ। ਮੀਂਹ ਨੇ ਉਸ ਵੇਲੇ ਤੱਕ ਪੱਕਾ ਰੁਕ ਜਾਣਾ ਸੀ। ਉਹ ਜਦੋਂ ਸਵੇਰ ਵੇਲੇ ਹੇਰ ਲਿਜ਼ਟ ਦੀ ਕਲਾਸ ਚੱਲ ਰਹੀ ਸੀ ਉਦੋਂ ਵੀ ਕਈ ਵਾਰ ਖਿੜਕੀ ਵਿੱਚੋਂ ਬਾਹਰ ਵੇਖ ਚੁੱਕਾ ਸੀ।
ਪਰ ਮੀਂਹ ਸੀ ਕਿ ਹਟਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ। ਉਲਟਾ ਮੀਂਹ ਦੀਆਂ ਕਣੀਆਂ ਖਿੜਕੀ ਤੇ ਹੋਰ ਜ਼ੋਰ ਨਾਲ ਪੈ ਰਹੀਆਂ ਸਨ। ਉਹ ਦੁਪਹਿਰ ਦਾ ਖਾਣਾ ਖਾਣ ਵੇਲੇ ਵੀ ਰਸੋਈ ਦੀ ਖਿੜਕੀ ਵਿੱਚੋਂ ਬਾਹਰ ਵੇਖ ਰਿਹਾ ਸੀ। ਜਦੋਂ ਮੀਂਹ ਥੋੜਾ ਘੱਟ ਰਿਹਾ ਲੱਗਦਾ ਸੀ ਤੇ ਇੱਕ ਕਾਲੇ ਬੱਦਲ ਪਿੱਛੋਂ ਧੁੱਪ ਵੀ ਨਜ਼ਰ ਆਉਣ ਲੱਗੀ ਸੀ। ਉਹਨੇ ਇਤਿਹਾਸ ਤੇ ਭੂਗੋਲ ਦੀ ਪੜ੍ਹਾਈ ਕਰਦਿਆਂ ਦੁਪਹਿਰ ਪਿੱਛੋਂ ਮੀਂਹ ਇੱਕ ਵਾਰੀ ਫਿਰ ਹੋਰ ਤੇਜ਼ ਹੋ ਗਿਆ ਸੀ ਤੇ ਖਿੜਕੀ ਤੇ ਬੜੇ ਜ਼ੋਰ ਨਾਲ ਪੈਣ ਲੱਗ ਪਿਆ ਸੀ। ਖੁਸ਼ਕਿਸਮਤੀ ਨਾਲ ਉਸ ਵੇਲੇ ਮੀਂਹ ਪੈਣਾ ਬੰਦ ਹੋ ਗਿਆ ਸੀ। ਜਦੋਂ ਹੈਲ ਲਜ਼ਟ ਜਾਣ ਲਈ ਤਿਆਰ ਹੋ ਗਏ ਸਨ ਤਾਂ ਉਸ ਵੇਲੇ ਬਰੂਨੋ ਨੇ ਵੱਡੇ ਬੂਟ ਪਾ ਲਏ ਤੇ ਮੀਂਹ ਤੋਂ ਬਚਣ ਲਈ ਵੱਡਾ ਰੇਨਕੋਟ ਵੀ ਲੈ ਲਿਆ ਸੀ। ਉਹਨੇ ਦੇਖਿਆ ਕਿ ਹੁਣ ਮੌਕਾ ਹੈ ਤਾਂ ਉਹ ਘਰੋਂ ਬਾਹਰ ਚਲਾ ਗਿਆ। ਉਹਦੇ ਬੂਟ ਗਾਰੇ 'ਚ ਅਜੀਬ ਜਿਹਾ ਸ਼ੋਰ ਕਰ ਰਹੇ ਸਨ। ਫਿਰ ਉਹ ਬੂਟਾਂ ਨਾਲ ਆਉਂਦੀ ਆਵਾਜ਼ ਉਹਨੂੰ ਚੰਗੀ ਲੱਗਣ ਲੱਗ ਪਈ। ਹਰ ਕਦਮ ਤੇ ਉਹਨੂੰ ਲੱਗਦਾ ਸੀ ਕਿ ਕਿਧਰੇ ਉਹ ਡਿੱਗ ਨਾ ਪਏ, ਪਰ ਉਹ ਡਿੱਗਿਆ ਨਹੀਂ ਤੇ ਉਹਨੇ ਆਪਣਾ ਸੰਤੁਲਨ ਬਣਾਈ ਰੱਖਿਆ। ਇੱਥੋਂ ਤੱਕ ਕਿ ਇੱਕ ਖਾਸ ਥਾਂ ਤੇ ਆ ਕੇ ਜਦੋਂ ਉਹਨੇ ਆਪਣੀ ਖੱਬੀ ਲੱਤ ਉੱਪਰ ਚੁੱਕੀ ਤਾਂ ਉਹਦਾ ਬੂਟ ਗਾਰੇ 'ਚ ਫਸ ਗਿਆ ਸੀ। ਉਹਦਾ ਪੈਰ ਬੂਟ 'ਚੋਂ ਬਾਹਰ ਨਿਕਲ ਆਇਆ ਸੀ। ਉਹਨੇ ਜਦੋਂ ਉੱਪਰ ਆਕਾਸ਼ ਵੱਲ ਦੇਖਿਆ ਤਾਂ ਕਾਲੇ ਬੱਦਲ ਅਜੇ ਵੀ ਸਨ, ਪਰ ਹੁਣ ਤੱਕ ਬਹੁਤ ਮੀਂਹ ਪੈ ਚੁੱਕਾ ਸੀ ਤੇ ਲੱਗਦਾ ਸੀ ਇਸ ਦੁਪਹਿਰ ਤੋਂ ਮਗਰੋਂ ਮੀਂਹ ਨਹੀਂ ਪਏਗਾ। ਇੱਕ ਗੱਲ ਤਾਂ ਸੀ ਕਿ ਉਹਨੂੰ ਇਹਦਾ ਜਵਾਬ ਦੇਣ 'ਚ ਮੁਸ਼ਕਿਲ ਆ ਸਕਦੀ ਸੀ ਕਿ ਉਹਦੇ ਕੱਪੜੇ ਇੰਨੇ ਕਿਉਂ ਗੰਦੇ ਸਨ, ਪਰ ਉਹ ਸੋਚ ਰਿਹਾ ਸੀ ਕਿ ਉਹ ਖਾਸ ਮੁੰਡਾ ਹੈ ਜਿਸ ਬਾਰੇ ਮਾਂ ਵੀ ਕਿਹਾ ਕਰਦੀ ਸੀ ਤੇ ਇੰਜ ਉਹ ਕਿਸੇ ਵੱਡੀ ਮੁਸ਼ਕਿਲ 'ਚ ਨਹੀਂ ਸੀ ਫਸ ਸਕਦਾ। ਸ਼ਮੂਏਲ ਬਰੂਨੋ ਨੂੰ ਉਡੀਕ ਰਿਹਾ ਸੀ। ਜਦੋਂ ਪਹੁੰਚਿਆ ਤੇ ਪਹਿਲੀ ਵਾਰ ਉਸ ਦਿਨ ਹੇਠਾਂ ਧਰਤੀ ਤੇ ਨਹੀਂ ਸੀ ਚੌਂਕੜੀ ਮਾਰ ਕੇ ਬੈਠਾ ਤੇ ਹੇਠਾਂ ਮਿੱਟੀ ਵੱਲ ਨਹੀਂ ਸੀ ਦੇਖ ਰਿਹਾ, ਸਗੋਂ ਤਾਰ ਦੇ ਕੋਲ ਖੜਾ ਸੀ। ਹੈਲੋ ਬਰੂਨੋ, ਉਹਨੇ ਆਪਣੇ ਦੋਸਤ ਨੂੰ ਆਉਂਦੇ ਦੇਖਦਿਆਂ ਕਿਹਾ। ਹੈਲੋ ਸ਼ਮੂਏਲ, ਬਰੂਨੋ ਨੇ ਕਿਹਾ। ਮੈਨੂੰ ਭਰੋਸਾ ਨਹੀਂ ਸੀ ਕਿ ਆਪਾਂ ਇੱਕ ਦੂਜੇ ਨੂੰ ਮਿਲ ਸਕਾਂਗੇ। ਮੇਰਾ ਮਤਲਬ ਹੈ ਕਿ ਮੀਂਹ ਵਗੈਰਾ ਕਰਕੇ, ਸ਼ਮੂਏਲ ਨੇ ਕਿਹਾ। ਮੈਂ ਸੋਚਿਆ ਕਿ ਤੈਨੂੰ ਘਰ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਏਗਾ। ਇਹ ਤਾਂ ਹੱਥ ਲਾ ਕੇ ਮੁੜਨ ਵਾਲੀ ਗੱਲ ਹੋਣੀ ਸੀ, ਬਰੂਨੋ ਨੇ ਕਿਹਾ। ਮੌਸਮ ਤਾਂ ਬਹੁਤ ਖਰਾਬ ਹੋ ਰਿਹਾ ਸੀ। ਸ਼ਮੂਏਲ ਨੇ ਸਿਰ ਹਿਲਾਇਆ ਤੇ ਆਪਣੇ ਦੋਵੇਂ ਹੱਥ ਬਰੂਨੋ ਦੇ ਅੱਗੇ ਕਰ ਦਿੱਤੇ। ਬਰੂਨੋ ਨੇ ਖੁਸ਼ ਤੇ ਹੈਰਾਨ ਜਿਹਾ ਹੋ ਕੇ ਆਪਣਾ ਮੂੰਹ ਖੋਲ੍ਹਿਆ। ਉਸ ਕੋਲ ਧਾਰੀਦਾਰ ਪਜਾਮਾ ਤੇ ਕਮੀਜ਼ ਹੱਥ 'ਚ ਸਨ। ਧਾਰੀਦਾਰ ਪਜਾਮਾ, ਉੱਪਰ ਪਾਉਣ ਵਾਲੀ ਕਮੀਜ਼ ਤੇ ਸਿਰ ਤੇ ਪਾਉਣ ਵਾਲੀ ਧਾਰੀਦਾਰ ਟੋਪੀ ਬਿਲਕੁਲ ਉਹੋ ਜਿਹੀ ਜਿਹੜੀ ਉਹਨੇ ਪਾਈ ਹੋਈ ਸੀ। ਭਾਵੇਂ ਉਹ ਕੱਪੜੇ ਖਾਸ ਸਾਫ਼ ਸੁਥਰੇ ਨਹੀਂ ਸਨ, ਫਿਰ ਵੀ ਉਹ ਭੇਸ ਬਦਲਣ ਵਾਲੇ ਕੱਪੜੇ ਹੀ ਸਨ। ਬਰੂਨੋ ਨੂੰ ਪਤਾ ਸੀ ਕਿ ਚੰਗੇ ਖੋਜੀ ਠੀਕ ਕਿਸਮ ਦੇ ਹੀ ਕੱਪੜੇ ਪਹਿਨਿਆ ਕਰਦੇ ਨੇ। ਤੂੰ ਹਾਲੇ ਵੀ ਮੇਰੇ ਪਾਪਾ ਨੂੰ ਮੇਰੇ ਨਾਲ ਲੱਭਣ 'ਚ ਮਦਦ ਕਰਨੀ ਚਾਹੁੰਦਾ? ਸ਼ਮੂਏਲ ਨੇ ਪੁੱਛਿਆ ਤਾਂ ਬਰੂਨੋ ਨੇ ਝੱਟ ਹਾਂ 'ਚ ਸਿਰ ਹਿਲਾ ਦਿੱਤਾ। ਬਿਲਕੁਲ ਹਾਂ, ਉਹਨੇ ਕਿਹਾ। ਭਾਵੇਂ ਸ਼ਮੂਏਲ ਦੇ ਪਾਪਾ ਨੂੰ ਲੱਭਣ ਬਾਰੇ ਉਹ ਨਹੀਂ ਸੀ ਸੋਚ ਰਿਹਾ, ਜਦਕਿ ਤਾਰ ਦੇ ਦੂਜੇ ਪਾਸੇ ਕੀ ਹੈ ਉਹ ਦੇਖਣਾ ਉਸ ਲਈ ਬਹੁਤ ਜ਼ਰੂਰੀ ਸੀ। ਮੈਂ ਤੈਨੂੰ ਨਾ ਨਹੀਂ ਕਰਾਂਗਾ। ਸ਼ਮੂਏਲ ਨੇ ਹੇਠਲੀ ਤਾਰ ਉੱਪਰ ਚੁੱਕ ਕੇ ਸਾਰੇ ਕੱਪੜੇ ਬਰੂਨੋ ਨੂੰ ਫੜਾ ਦਿੱਤੇ। ਉਹ ਖਾਸ ਇਸ ਬਾਰੇ ਸਤਰਕ ਸੀ ਕਿ ਹੇਠਾਂ ਲੱਗ ਕੇ ਕੱਪੜੇ ਗਾਰੇ ਨਾਲ ਗੰਦੇ ਨਾ ਹੋ ਜਾਣ। ਸ਼ੁਕਰੀਆ, ਬਰੂਨੋ ਨੇ ਕਿਹਾ। ਉਹਨੇ ਗੰਜੇ ਜਿਹੇ ਸਿਰ ਤੇ ਹੱਥ ਫੇਰਦਿਆਂ ਸੋਚਣ ਲੱਗ ਪਿਆ ਕਿ ਆਪਣੇ ਲਾਉਣ ਵਾਲੇ ਕੱਪੜਿਆਂ ਲਈ ਉਹ ਇੱਕ ਵੱਡਾ ਬੈਗ ਲਿਆਉਣਾ ਕਿਉਂ ਭੁੱਲ ਗਿਆ। ਇੱਥੇ ਧਰਤੀ ਗਿੱਲੀ ਹੈ ਕਿ ਇੰਨੀ ਗੰਦੀ ਹੋ ਚੁੱਕੀ ਹੈ, ਜੇ ਉਹਨੇ ਆਪਣੇ ਕੱਪੜੇ ਹੇਠਾਂ ਰੱਖ ਦਿੱਤੇ ਤਾਂ ਗੰਦੇ ਹੋ ਜਾਣਗੇ। ਹੁਣ ਉਸ ਕੋਲ ਕੋਈ ਚਾਰਾ ਨਹੀਂ ਸੀ। ਉਹ ਆਪਣੇ ਕੱਪੜਿਆਂ ਨੂੰ ਇੱਥੇ ਛੱਡਣ ਲਈ ਮਜਬੂਰ ਸੀ, ਭਾਵੇਂ ਉਹਦੇ ਵਾਪਸ ਆਉਣ ਤੱਕ ਉਹ ਗਾਰੇ ਨਾਲ ਗੰਦੇ ਹੋ ਚੁੱਕੇ ਹੋਣਗੇ, ਜਾਂ ਉਹ ਸਾਰੀ ਯੋਜਨਾ ਨੂੰ ਠੱਪ ਕਰ ਸਕਦਾ ਸੀ, ਜਿਹੜਾ ਕਿਸੇ ਵੀ ਖੋਜੀ ਲਈ ਇਹਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਚੰਗਾ, ਫਿਰ ਤੂੰ ਆਪਣਾ ਮੂੰਹ ਦੂਜੇ ਪਾਸੇ ਕਰ ਲੈ। ਬਰੂਨੋ ਨੇ ਜਦੋਂ ਆਪਣੇ ਦੋਸਤ ਨੂੰ ਟੇਢਾ ਜਿਹਾ ਹੋ ਕੇ ਖੜਾ ਦੇਖਿਆ ਤਾਂ ਕਿਹਾ, ਮੈਂ ਨਹੀਂ ਚਾਹੁੰਦਾ ਕਿ ਜਦੋਂ ਮੈਂ ਕੱਪੜੇ ਬਦਲ ਰਿਹਾ ਹੋਵਾਂ ਤੂੰ ਮੈਨੂੰ ਵੇਖੇ। ਸ਼ਮੂਏਲ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ। ਬਰੂਨੋ ਨੇ ਆਪਣਾ ਕੋਟ ਲਾ ਕੇ ਬੜੇ ਸਲੀਕੇ ਨਾਲ ਇੱਕ ਥਾਂ ਰੱਖ ਦਿੱਤਾ। ਫਿਰ ਉਹਨੇ ਆਪਣੀ ਕਮੀਜ਼ ਲਾਈ। ਠੰਡੀ ਹਵਾ ਕਰਕੇ ਥੋੜਾ ਠਿਠਕਿਆ ਤੇ ਕੰਬਿਆ। ਇਹ ਤੋਂ ਪਹਿਲਾਂ ਕਿ ਦੂਜੀ ਕਮੀਜ਼ ਤੇ ਪਜਾਮਾ ਪਾਵੇ, ਜਦੋਂ ਦੂਜੀ ਕਮੀਜ਼ ਪਾ ਰਿਹਾ ਸੀ ਤਾਂ ਉਹਨੇ ਗਲਤੀ ਨਾਲ ਨੱਕ ਰਾਹੀਂ ਸਾਹ ਲੈ ਲਿਆ ਸੀ। ਉਹਨੂੰ ਉਹ ਮੁਸ਼ਕ ਚੰਗਾ ਨਹੀਂ ਸੀ ਲੱਗਾ। ਇਹ ਪਿਛਲੀ ਵਾਰੀ ਕਦੋਂ ਧੋਤੀ ਸੀ? ਉਹਨੇ ਕਿਹਾ ਤਾਂ ਸ਼ਮੂਏਲ ਨੇ ਇਸ ਪਾਸੇ ਮੂੰਹ ਫੇਰ ਲਿਆ। ਇੱਧਰ ਮੁੜ। ਬਰੂਨੋ ਨੇ ਖੱਬੇ ਸੱਜੇ ਦੇਖਿਆ, ਪਰ ਉੱਥੇ ਕੋਈ ਵੀ ਨਹੀਂ ਸੀ। ਤਾਂ ਉਹਨੇ ਔਖਾ ਕੰਮ ਆਪਣੀ ਪੈਂਟ ਲਾਉਣ ਵਾਲਾ ਸ਼ੁਰੂ ਕੀਤਾ ਤੇ ਆਪਣਾ ਇੱਕ ਬੂਟ ਧਰਤੀ ਤੇ ਰੱਖਦਿਆਂ ਦੂਜੇ ਪਾਸੇ ਵਾਲੀ ਪੈਂਟ ਲਾਈ। ਉਹਨੇ ਸੋਚਿਆ ਕਿ ਜੇ ਹੁਣ ਕੋਈ ਉਹਨੂੰ ਵੇਖ ਲਵੇ ਤਾਂ ਉਹ ਕੀ ਸੋਚੇਗਾ, ਪਰ ਅਖੀਰ ਬੜੀ ਮਿਹਨਤ ਨਾਲ ਉਹਨੇ ਉਹ ਕੰਮ ਪੂਰਾ ਕਰ ਲਿਆ। ਹੁਣ ਠੀਕ ਹੈ, ਹੁਣ ਤੂੰ ਮੁੜ ਸਕਦਾ। ਸ਼ਮੂਏਲ ਮੁੜਿਆ। ਉਸ ਵੇਲੇ ਬਰੂਨੋ ਆਪਣੀ ਪੋਸ਼ਾਕ ਨੂੰ ਆਪਣੀਆਂ ਆਖਰੀ ਛੂਹਾਂ ਦੇ ਰਿਹਾ ਸੀ। ਜਦੋਂ ਧਾਰੀਦਾਰ ਟੋਪੀ ਆਪਣੇ ਸਿਰ ਤੇ ਪਾ ਰਿਹਾ ਸੀ, ਸ਼ਮੂਏਲ ਨੇ ਆਪਣੀਆਂ ਅੱਖਾਂ ਝਪਕੀਆਂ ਤੇ ਸਿਰ ਹਿਲਾਇਆ। ਇਹ ਬੜੀ ਅਸਾਧਾਰਨ ਗੱਲ ਸੀ। ਜੇ ਸੱਚ ਨਾ ਹੁੰਦਾ ਕਿ ਬਰੂਨੋ ਤਾਰ ਦੇ ਦੂਜੇ ਪਾਸੇ ਵਾਲੇ ਪਤਲੇ ਹੱਡੀਆਂ ਦੀ ਮੁੱਠ ਮੁੰਡਿਆਂ ਵਰਗਾ ਨਹੀਂ ਸੀ ਤੇ ਨਾ ਹੀ ਉਹਦਾ ਚਿਹਰਾ ਕਮਜ਼ੋਰੀ ਕਰਕੇ ਪੀਲਾ ਪੈ ਗਿਆ ਸੀ। ਜੇ ਕੋਈ ਅਜਿਹੀ ਗੱਲ ਹੁੰਦੀ ਤਾਂ ਬਰੂਨੋ ਨੂੰ ਪਛਾਣਨਾ ਮੁਸ਼ਕਿਲ ਹੋ ਜਾਣਾ ਸੀ। ਇਹ ਤਾਂ ਸ਼ਮੂਏਲ ਨੇ ਸੋਚਿਆ ਜਿਵੇਂ ਉਹ ਸਾਰੇ ਇੱਕੋ ਜਿਹੇ ਲੱਗਣ ਲੱਗ ਪਏ ਸਨ। ਤੈਨੂੰ ਪਤਾ ਹੈ ਕਿ ਇਹ ਮੈਨੂੰ ਕਿਹਦੀ ਯਾਦ ਕਰਵਾ ਰਿਹਾ? ਬਰੂਨੋ ਨੇ ਕਿਹਾ, ਪਰ ਸ਼ਮੂਏਲ ਨੇ ਸਿਰ ਨਾ ਹਿਲਾਇਆ। ਕੀ? ਉਹਨੇ ਪੁੱਛਿਆ।
ਇਸ ਨਾਲ ਮੈਨੂੰ ਮੇਰੀ ਦਾਦੀ ਯਾਦ ਆ ਗਈ। ਉਹਨੇ ਕਿਹਾ, ਤੈਨੂੰ ਯਾਦ ਹੈ ਮੈਂ ਤੈਨੂੰ ਦਾਦੀ ਬਾਰੇ ਦੱਸਿਆ ਸੀ, ਉਹ ਜਿਹੜੀ ਮਰ ਗਈ ਸੀ? ਸ਼ਮੂਏਲ ਨੇ ਹਾਂ 'ਚ ਸਿਰ ਹਿਲਾਇਆ। ਉਹਨੂੰ ਯਾਦ ਸੀ ਕਿ ਬਰੂਨੋ ਨੇ ਪਿਛਲੇ ਸਾਲ ਕਈ ਵਾਰੀ ਉਹਨੂੰ ਦਾਦੀ ਬਾਰੇ ਦੱਸਿਆ ਸੀ, ਕਿਵੇਂ ਆਪਣੀ ਦਾਦੀ ਨੂੰ ਪਿਆਰ ਕਰਦਾ ਸੀ, ਕਿਵੇਂ ਉਹ ਚਾਹੁੰਦਾ ਸੀ ਕਿ ਉਹ ਦਾਦੀ ਨੂੰ ਹੋਰ ਚਿੱਠੀਆਂ ਲਿਖ ਸਕਦਾ ਇਹ ਤੋਂ ਪਹਿਲਾਂ ਕਿ ਉਹ ਗੁਜ਼ਰ ਜਾਂਦੀ। ਇਹ ਮੈਨੂੰ ਉਹਨਾਂ ਦਿਨਾਂ ਦੀ ਯਾਦ ਕਰਾਉਂਦੇ ਆ ਜਦੋਂ ਦਾਦੀ ਗ੍ਰੈਟਲ ਤੇ ਮੈਨੂੰ ਲੈ ਕੇ ਨਾਟਕ ਖਿਡਾਇਆ ਕਰਦੀ ਸੀ, ਬਰੂਨੋ ਨੇ ਕਿਹਾ, ਤੇ ਸ਼ਮੂਏਲ ਤੋਂ ਮੂੰਹ ਮੋੜ ਕੇ ਬਰਲਿਨ 'ਚ ਬਿਤਾਏ ਦਿਨ ਯਾਦ ਕਰਨ ਲੱਗ ਪਿਆ। ਉਹਦੀਆਂ ਯਾਦਾਂ 'ਚੋਂ ਕੁਝ ਕੁ ਯਾਦਾਂ ਬਾਕੀ ਫੇਰ ਰਹਿ ਗਈਆਂ ਸੀ, ਜਿਹੜੀਆਂ ਹੁਣ ਵੀ ਉਹਨੂੰ ਯਾਦ ਸਨ ਤੇ ਉਹ ਧੁੰਦਲੀਆਂ ਨਹੀਂ ਸੀ ਹੋਈਆਂ। ਮੈਨੂੰ ਅੱਜ ਵੀ ਯਾਦ ਹੈ ਕਿ ਹਰ ਵਾਰੀ ਉਹ ਮੇਰੇ ਲਈ ਬੜੀ ਢੁਕਵੀਂ ਪੁਸ਼ਾਕ ਚੁਣਿਆ ਕਰਦੀ ਸੀ। ਜੇ ਤੁਸੀਂ ਢੁਕਵੀਂ ਪੁਸ਼ਾਕ ਪਾਈ ਹੋਵੇ ਤਾਂ ਤੁਸੀਂ ਆਪਣੇ ਆਪ ਨੂੰ ਉਹੋ ਜਿਹਾ ਹੀ ਮਹਿਸੂਸ ਕਰਦੇ ਹੋ ਜਿਹੋ ਜਿਹੀ ਪੁਸ਼ਾਕ ਪਾਈ ਹੋਵੇ। ਮੇਰੇ ਖਿਆਲ 'ਚ ਹੁਣ ਵੀ ਮੈਂ ਉਹੀ ਕੁਝ ਕਰ ਰਿਹਾ, ਜਿਵੇਂ ਮੈਂ ਤਾਰ ਦੇ ਉਸ ਪਾਸੇ ਵਾਲੇ ਲੋਕਾਂ ਵਿੱਚੋਂ ਇੱਕ ਹਾਂ। ਤੇਰਾ ਮਤਲਬ ਯਹੂਦੀ? ਸ਼ਮੂਏਲ ਨੇ ਕਿਹਾ। ਹਾਂ, ਬਰੂਨੋ ਨੇ ਆਪਣਾ ਭਾਰ ਇੱਕ ਲੱਤ ਤੋਂ ਦੂਜੀ ਤੇ ਕਰਦਿਆਂ ਕਿਹਾ। ਇਹ ਠੀਕ ਹੈ। ਸ਼ਮੂਏਲ ਨੇ ਬਰੂਨੋ ਦਾ ਧਿਆਨ ਉਹਦੇ ਵੱਡੇ ਬੂਟਾਂ ਵੱਲ ਦਵਾਇਆ, ਜਿਹੜੇ ਉਹ ਘਰੋਂ ਪਾ ਕੇ ਆਇਆ ਸੀ। ਤੈਨੂੰ ਇਹਨਾਂ ਨੂੰ ਵੀ ਬਾਹਰ ਹੀ ਛੱਡ ਕੇ ਆਉਣਾ ਪਏਗਾ, ਉਹਨੇ ਕਿਹਾ। ਬਰੂਨੋ ਕੁਝ ਹੈਰਾਨ ਹੋ ਗਿਆ। ਪਰ ਚਿੱਕੜ? ਉਹਨੇ ਕਿਹਾ। ਤੂੰ ਨਹੀਂ ਚਾਹੇਂਗਾ ਕਿ ਮੈਂ ਨੰਗੇ ਪੈਰੀ ਅੰਦਰ ਆ ਜਾ? ਨਹੀਂ ਤਾਂ ਤੂੰ ਪਛਾਣਿਆ ਜਾਏਗਾ, ਸ਼ਮੂਏਲ ਨੇ ਕਿਹਾ। ਤੇਰੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ। ਬਰੂਨੋ ਨੇ ਲੰਮਾ ਸਾਹ ਲਿਆ। ਉਹਨੂੰ ਪਤਾ ਸੀ ਕਿ ਉਹਦਾ ਦੋਸਤ ਠੀਕ ਕਹਿ ਰਿਹਾ। ਉਹਨੇ ਆਪਣੇ ਬੂਟ ਤੇ ਜਰਾਬਾਂ ਲਾਏ ਤੇ ਬਾਕੀ ਕੱਪੜਿਆਂ ਦੇ ਢੇਰ ਕੋਲ ਹੀ ਰੱਖ ਦਿੱਤੇ। ਪਹਿਲਾਂ ਤਾਂ ਉਹਨੂੰ ਬੜਾ ਭਿਆਨਕ ਜਿਹਾ ਲੱਗਿਆ ਜਦੋਂ ਉਹਨੇ ਨੰਗੇ ਪੈਰ ਚਿੱਕੜ 'ਚ ਰੱਖੇ, ਕਿਉਂਕਿ ਉਹ ਅਚਾਨਕ ਚਿੱਕੜ 'ਚ ਗਿੱਟਿਆਂ ਤੱਕ ਧੱਸ ਗਏ। ਹਰ ਵਾਰੀ ਜਦੋਂ ਪੈਰ ਚੁੱਕਦਾ ਤਾਂ ਉਹਨੂੰ ਚੰਗਾ ਨਹੀਂ ਸੀ ਲੱਗਦਾ, ਪਰ ਫਿਰ ਉਹਨੂੰ ਚੰਗਾ ਲੱਗਣ ਲੱਗ ਪਿਆ ਸੀ। ਸ਼ਮੂਏਲ ਨੇ ਨੀਵਾਂ ਹੋ ਕੇ ਸਭ ਤੋਂ ਹੇਠਲੀ ਤਾਰ ਉੱਤੇ ਚੁੱਕ ਲਈ, ਪਰ ਉਹ ਸਿਰਫ ਕੁਝ ਉਚਾਈ ਤੱਕ ਹੀ ਚੁੱਕੀ ਗਈ ਕਿ ਬਰੂਨੋ ਨੂੰ ਉਹਦੇ ਹੇਠੋਂ ਹੀ ਲੰਘਣਾ ਪੈਣਾ ਸੀ। ਜਦੋਂ ਉਹ ਲੰਮਾ ਪੈ ਕੇ ਤਾਰ ਹੇਠੋਂ ਅੰਦਰ ਆਇਆ ਤਾਂ ਉਹਦਾ ਪਜਾਮਾ ਸਾਰਾ ਚਿੱਕੜ ਨਾਲ ਗਿੱਲਾ ਹੋ ਚੁੱਕਾ ਸੀ। ਜਦੋਂ ਉਹਨੇ ਆਪਣੇ ਆਪ ਨੂੰ ਇਸ ਹਾਲਤ 'ਚ ਦੇਖਿਆ ਤਾਂ ਉਹਨੂੰ ਆਪਣੇ ਆਪ ਤੇ ਹਾਸਾ ਵੀ ਆਇਆ। ਉਹ ਆਪਣੇ ਪੂਰੇ ਜੀਵਨ 'ਚ ਇੰਨਾ ਗੰਦਾ ਕਦੇ ਨਹੀਂ ਸੀ ਹੋਇਆ, ਪਰ ਇਹ ਸਭ ਕੁਝ ਬੜਾ ਅਜੀਬ ਲੱਗ ਰਿਹਾ ਸੀ। ਸ਼ਮੂਏਲ ਵੀ ਮੁਸਕਰਾ ਰਿਹਾ ਸੀ। ਹੁਣ ਦੋਵੇਂ ਦੋਸਤ ਇੱਕ ਦੂਜੇ ਦੇ ਨੇੜੇ ਖੜੇ ਸਨ। ਪਹਿਲਾਂ ਉਹ ਤਾਰ ਦੇ ਦੋਹੀਂ ਪਾਸੀਂ ਹੋਇਆ ਕਰਦੇ ਸਨ। ਬਰੂਨੋ ਦਾ ਜੀਅ ਕਰਦਾ ਸੀ ਕਿ ਸ਼ਮੂਏਲ ਨੂੰ ਜੱਫੀ ਪਾ ਲਏ ਤਾਂ ਕਿ ਉਹਨੂੰ ਪਤਾ ਲੱਗ ਜਾਏ ਕਿ ਉਹ ਉਹਨੂੰ ਕਿੰਨਾ ਪਿਆਰ ਕਰਦਾ ਸੀ ਤੇ ਪਿਛਲੇ 1 ਸਾਲ ਉਹਨੂੰ ਉਸ ਨਾਲ ਗੱਲਾਂ ਕਰਕੇ ਕਿੰਨਾ ਚੰਗਾ ਲੱਗਦਾ ਸੀ। ਸ਼ਮੂਏਲ ਦੀ ਇੱਛਾ ਵੀ ਸੀ ਕਿ ਉਹ ਬਰੂਨੋ ਨੂੰ ਜੱਫੀ ਪਾ ਲਏ ਤਾਂ ਕਿ ਉਹਦੀ ਦਿਆਲਤਾ ਲਈ ਧੰਨਵਾਦ ਕਰ ਸਕੇ ਤੇ ਜਿਹੜੇ ਤੋਹਫੇ ਵਜੋਂ ਚੀਜ਼ਾਂ ਉਹਨੇ ਉਹਨੂੰ ਖਾਣ ਲਈ ਦਿੱਤੀਆਂ ਸਨ ਤੇ ਸਭ ਤੋਂ ਵੱਧ ਉਹਦੇ ਪਾਪਾ ਨੂੰ ਲੱਭਣ ਲਈ ਉਹਦੀ ਮਦਦ ਕਰ ਰਿਹਾ ਸੀ। ਭਾਵੇਂ ਦੋਹਾਂ 'ਚੋਂ ਕਿਸੇ ਨੇ ਵੀ ਇੱਕ ਦੂਜੇ ਨੂੰ ਜੱਫੀ ਨਹੀਂ ਸੀ ਪਾਈ, ਪਰ ਇਸ ਤੋਂ ਇਲਾਵਾ ਦੋਵੇਂ ਜਣੇ ਤਾਰ ਦੇ ਕੈਂਪ ਵਾਲੇ ਪਾਸੇ ਤੁਰਨ ਲੱਗ ਪਏ ਸਨ। ਉਹ ਚਾਲ ਜਿਹੜੀ ਸ਼ਮੂਏਲ ਪਿਛਲੇ 1 ਸਾਲ ਤੋਂ ਕਰੀ ਜਾ ਰਿਹਾ ਸੀ, ਜਦੋਂ ਕੋਈ ਸਿਪਾਹੀਆਂ ਤੋਂ ਬਚਦਾ ਬਚਾਉਂਦਾ ਰਿਹਾ ਸੀ, ਆਊਟ ਵਿਦ ਦਾ ਉਹ ਪਾਸਾ ਸਿਪਾਹੀਆਂ ਦੀ ਗਸ਼ਤ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਿਆ ਰਿਹਾ ਸੀ ਤੇ ਉਹ ਖੁਸ਼ਕਿਸਮਤ ਸੀ ਜਦੋਂ ਬਰੂਨੋ ਵਰਗੇ ਦੋਸਤ ਨੂੰ ਮਿਲਣ ਆਉਂਦਾ ਸੀ। ਉਹਨਾਂ ਨੂੰ ਬਹੁਤੀ ਦੇਰ ਨਹੀਂ ਸੀ ਲੱਗੀ ਜਿੱਥੇ ਉਹ ਜਾਣਾ ਚਾਹੁੰਦੇ ਸਨ। ਬਰੂਨੋ ਨੇ ਜੋ ਵੀ ਦੇਖਿਆ ਉਹਨੇ ਹੈਰਾਨੀ ਨਾਲ ਉਹਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਹਨੇ ਸੋਚਿਆ ਸੀ ਝੌਂਪੜੀਆਂ ਵਿੱਚ ਸਾਰੇ ਪਰਿਵਾਰ ਖੁਸ਼ੀ-ਖੁਸ਼ੀ ਰਹਿੰਦੇ ਹੋਣਗੇ। ਉਹਨਾਂ 'ਚੋਂ ਕੁਝ ਬਾਹਰ ਆਰਾਮ ਕੁਰਸੀਆਂ 'ਤੇ ਸ਼ਾਮ ਵੇਲੇ ਬੈਠੇ ਹੋਣਗੇ ਤੇ ਆਪੋ ਵਿੱਚ ਕੁਝ ਕਹਾਣੀਆਂ ਸਾਂਝੀਆਂ ਕਰਦੇ ਹੋਣਗੇ ਕਿ ਉਹ ਇੱਥੇ ਆਉਣ ਤੋਂ ਪਹਿਲਾਂ ਆਪੋ ਆਪਣੇ ਘਰਾਂ 'ਚ ਕਿੰਨੇ ਖੁਸ਼ ਸਨ, ਖਾਸ ਕਰ ਜਦੋਂ ਬੱਚੇ ਸਨ ਤਾਂ ਵੱਡਿਆਂ ਦੀ ਕਿੰਨੀ ਇੱਜ਼ਤ ਕਰਿਆ ਕਰਦੇ ਸਨ। ਉਹਨੇ ਸੋਚਿਆ ਸੀ ਮੁੰਡੇ ਤੇ ਕੁੜੀਆਂ ਅਲੱਗ-ਅਲੱਗ ਝੁੰਡਾਂ 'ਚ ਰਹਿੰਦੇ ਹੋਣਗੇ ਤੇ ਉਹ ਟੈਨਿਸ ਜਾਂ ਫੁੱਟਬਾਲ ਖੇਡਦੇ ਹੋਣਗੇ, ਰੱਸੀਆਂ ਟੱਪਦੇ ਹੋਣਗੇ, ਜਾਂ ਉਹ ਹੇਠਾਂ ਫਰਸ਼ 'ਤੇ ਲੀਕਾਂ ਮਾਰ ਕੇ ਸਟਾਪੂ ਖੇਡਦੇ ਹੋਣਗੇ, ਜਾਂ ਕੋਈ ਹੋਰ ਅਜਿਹੀਆਂ ਖੇਡਾਂ ਖੇਡਦੇ ਹੋਣਗੇ। ਉਹਨੇ ਸੋਚਿਆ ਸੀ ਕਿ ਵਿਚਕਾਰ ਕੋਈ ਦੁਕਾਨ ਹੋਏਗੀ ਤੇ ਇੱਕ ਛੋਟਾ ਜਿਹਾ ਕੈਫੇ ਹੋਏਗਾ, ਜਿਹੋ ਜਿਹਾ ਉਹ ਬਰਲਿਨ 'ਚ ਵੇਖਿਆ ਕਰਦਾ ਸੀ। ਉਹ ਹੈਰਾਨ ਸੀ ਕਿ ਉੱਥੇ ਕੋਈ ਫਲਾਂ ਜਾਂ ਸਬਜ਼ੀਆਂ ਦੀ ਦੁਕਾਨ ਵੀ ਨਹੀਂ ਸੀ ਤੇ ਹੋਇਆ ਕੀ ਕਿ ਜੋ ਕੁਝ ਵੀ ਉਹਨੇ ਸੋਚ ਰੱਖਿਆ ਸੀ ਉਹਨਾਂ ਵਿੱਚੋਂ ਕੁਝ ਵੀ ਨਹੀਂ ਸੀ। ਕੋਈ ਵੀ ਵੱਡਾ ਬੰਦਾ ਆਪਣੇ ਬਰਾਂਡੇ 'ਚ ਆਰਾਮ ਕੁਰਸੀ 'ਤੇ ਨਹੀਂ ਸੀ ਬੈਠਾ ਹੋਇਆ, ਨਾ ਹੀ ਕਿਧਰੇ ਕੋਈ ਬੱਚੇ ਝੁੰਡਾਂ 'ਚ ਇਕੱਠੇ ਹੋ ਕੇ ਖੇਡ ਰਹੇ ਸਨ ਤੇ ਨਾ ਸਿਰਫ ਉੱਥੇ ਕੋਈ ਫਲਾਂ ਤੇ ਸਬਜ਼ੀਆਂ ਵਾਲੀ ਦੁਕਾਨ ਸੀ, ਇੱਥੋਂ ਤੱਕ ਕਿ ਉੱਥੇ ਕੋਈ ਕੈਫੇ ਵੀ ਨਹੀਂ ਸੀ ਜਿਹੋ ਜਿਹਾ ਬਰਲਿਨ 'ਚ ਹੁੰਦਾ ਸੀ। ਸਗੋਂ ਉੱਥੇ ਲੋਕਾਂ ਦੇ ਝੁੰਡ ਸਨ ਜਿਹੜੇ ਇਕੱਠੇ ਹੋ ਕੇ ਹੇਠਾਂ ਧਰਤੀ ਵੱਲ ਦੇਖ ਰਹੇ ਸਨ ਤੇ ਬਹੁਤ ਹੀ ਉਦਾਸ ਲੱਗਦੇ ਸਨ। ਹਾਂ, ਉਹਨਾਂ ਸਾਰਿਆਂ 'ਚ ਇੱਕ ਚੀਜ਼ ਆਮ ਸੀ ਜਿਹੜੇ ਉਹਨਾਂ ਨੂੰ ਸਾਫ਼ ਨਜ਼ਰ ਆਈ, ਉਹ ਸੀ ਉਹ ਸਾਰੇ ਬਹੁਤ ਹੀ ਕਮਜ਼ੋਰ ਹੋਏ ਸਨ। ਉਹਨਾਂ ਦੀਆਂ ਅੱਖਾਂ ਡੂੰਘੀਆਂ ਧੱਸ ਚੁੱਕੀਆਂ ਸਨ। ਉਹਨਾਂ ਸਾਰਿਆਂ ਦੇ ਸਿਰ ਮੁੰਨੇ ਹੋਏ ਸਨ। ਬਰੂਨੋ ਨੇ ਇਹਦਾ ਕਾਰਨ ਸੋਚਿਆ ਕਿ ਇੱਥੇ ਵੀ ਸਾਰੇ ਲੋਕਾਂ ਦੇ ਜੂਆਂ ਪੈ ਗਈਆਂ ਹੋਣਗੀਆਂ। ਬਰੂਨੋ ਨੇ ਦੇਖਿਆ ਕਿ ਇੱਕ ਕੋਨੇ ਵਿੱਚ 3 ਸਿਪਾਹੀ ਇੱਕ ਝੁੰਡ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉੱਥੇ ਕੋਈ 20 ਕੁ ਲੋਕ ਹੋਣਗੇ। ਉਹਨਾਂ ਤੇ ਉੱਚੀ-ਉੱਚੀ ਧਮਕੀਆਂ ਭਰੇ ਲਹਿਜੇ ਨਾਲ ਕੁਝ ਕਹਿ ਰਹੇ ਸਨ ਤੇ ਉਹ ਲੋਕ ਗੋਡਿਆਂ ਭਾਰ ਹੋ ਕੇ ਆਪਣੇ ਸਿਰਾਂ ਨੂੰ ਹੱਥਾਂ 'ਚ ਫੜ ਕੇ ਚੁੱਪ ਸਨ।
ਕਿਸੇ ਦੂਜੇ ਕੋਨੇ 'ਚ ਉਹਨੇ ਦੇਖਿਆ ਕਿ ਕੁਝ ਸਿਪਾਹੀ ਇਕੱਠੇ ਹੋ ਕੇ ਆਪਸ 'ਚ ਹੱਸ ਖੇਡ ਰਹੇ ਸਨ ਤੇ ਆਪਣੀਆਂ ਬੰਦੂਕਾਂ ਦੀਆਂ ਨਾਲੀਆਂ ਵੱਲ ਵੇਖ ਰਹੇ ਸਨ, ਜਿਹੜੀਆਂ ਬਾਰ-ਬਾਰ ਇੱਧਰ-ਉੱਧਰ ਘੁਮਾ ਕੇ ਨਿਸ਼ਾਨਾ ਲਾਉਣ ਵਾਂਗ ਕਰ ਰਹੇ ਸਨ, ਪਰ ਉਹਨਾਂ 'ਚੋਂ ਗੋਲੀ ਕੋਈ ਨਹੀਂ ਸੀ ਚਲਾ ਰਿਹਾ। ਅਸਲ 'ਚ ਜਿੱਧਰ ਵੀ ਉਹ ਦੇਖਦਾ ਸੀ ਉਹਨੂੰ ਦੋ ਕਿਸਮ ਦੇ ਲੋਕ ਹੀ ਨਜ਼ਰ ਆ ਰਹੇ ਸਨ। ਜਾਂ ਤਾਂ ਉਹ ਸਿਪਾਹੀ ਜਿਹੜੇ ਖੁਸ਼ ਸਨ ਤੇ ਹੱਸ ਰਹੇ ਸਨ, ਉਹਨਾਂ ਨੇ ਬੜੀਆਂ ਸੋਹਣੀਆਂ ਵਰਦੀਆਂ ਪਾਈਆਂ ਸਨ, ਜਾਂ ਉੱਥੇ ਨਾ ਖੁਸ਼ ਤੇ ਰੋਂਦੇ ਲੋਕ ਆਪਣੇ ਧਾਰੀਦਾਰ ਗੰਦੇ ਕੱਪੜੇ ਪਾਈ ਆਕਾਸ਼ ਵੱਲ ਵੇਖ ਰਹੇ ਸਨ, ਜਿਵੇਂ ਉਹ ਸੁੱਤੇ ਪਏ ਹੋਣ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇੱਥੇ ਬਹੁਤ ਚੰਗਾ ਲੱਗ ਰਿਹਾ, ਕੁਝ ਦੇਰ ਪਿੱਛੋਂ ਬਰੂਨੋ ਨੇ ਕਿਹਾ। ਮੈਨੂੰ ਵੀ, ਸ਼ਮੂਏਲ ਨੇ ਕਿਹਾ। ਮੈਨੂੰ ਲੱਗਦਾ ਮੈਨੂੰ ਘਰ ਚਲੇ ਜਾਣਾ ਚਾਹੀਦਾ, ਬਰੂਨੋ ਨੇ ਕਿਹਾ। ਸ਼ਮੂਏਲ ਖੜਾ ਹੋ ਗਿਆ। ਉਸ ਵੱਲ ਉਹਨੇ ਦੇਖਿਆ। ਪਰ ਪਾਪਾ, ਉਹਨੇ ਕਿਹਾ, ਤੂੰ ਕਿਹਾ ਸੀ ਕਿ ਤੂੰ ਉਹਨਾਂ ਨੂੰ ਲੱਭਣ ਲਈ ਮਦਦ ਕਰੇਗਾ। ਬਰੂਨੋ ਨੇ ਉਸ ਬਾਰੇ ਸੋਚਿਆ। ਉਹਨੇ ਆਪਣੇ ਦੋਸਤ ਨੂੰ ਕਿਹਾ ਸੀ ਕਿ ਉਹ ਅਜਿਹਾ ਮੁੰਡਾ ਨਹੀਂ ਜਿਹੜਾ ਵਾਅਦਾ ਕਰਕੇ ਮੁੱਕਰ ਜਾਏ, ਖਾਸ ਕਰਕੇ ਉਸ ਵੇਲੇ ਜਦੋਂ ਆਖਰੀ ਵਾਰ ਇਕੱਠੇ ਮਿਲ ਰਹੇ ਹੋਣ। ਠੀਕ ਹੈ, ਉਹਨੇ ਕਿਹਾ। ਭਾਵੇਂ ਅੱਗੇ ਨਾਲੋਂ ਉਹਨੂੰ ਘੱਟ ਵਿਸ਼ਵਾਸ ਸੀ, ਪਰ ਆਪਾਂ ਕਿੱਥੇ ਲੱਭੀਏ? ਤੂੰ ਕਿਹਾ ਸੀ ਕਿ ਤੈਨੂੰ ਸਬੂਤ ਚਾਹੀਦਾ, ਸ਼ਮੂਏਲ ਨੇ ਕਿਹਾ। ਉਹ ਕੁਝ ਘਬਰਾ ਗਿਆ ਸੀ ਤੇ ਸੋਚ ਰਿਹਾ ਸੀ ਕਿ ਜੇ ਬਰੂਨੋ ਦੀ ਮਦਦ ਨਹੀਂ ਕਰੇਗਾ ਤਾਂ ਹੋਰ ਕੌਣ ਕਰੇਗਾ। ਸਬੂਤ? ਹਾਂ, ਬਰੂਨੋ ਨੇ ਕਿਹਾ। ਉਹਨੇ ਹਾਂ ਸਿਰ ਹਿਲਾਇਆ। ਤੂੰ ਠੀਕ ਕਿਹਾ, ਆਪਾਂ ਹੁਣ ਲੱਭਣਾ ਸ਼ੁਰੂ ਕਰੀਏ। ਬਰੂਨੋ ਨੇ ਆਪਣਾ ਵਾਅਦਾ ਨਿਭਾਇਆ। ਉਹਨਾਂ ਦੋਹਾਂ ਨੇ ਕੋਈ 1.5 ਘੰਟਾ ਕੈਂਪ 'ਚ ਫਿਰ ਤੁਰ ਕੇ ਲੱਭਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਅਸਲ 'ਚ ਪਤਾ ਨਹੀਂ ਸੀ ਕਿ ਉਹ ਲੱਭ ਕੀ ਰਹੇ ਹਨ। ਭਾਵੇਂ ਉਹਨਾਂ ਨੂੰ ਅਸਲ 'ਚ ਪਤਾ ਨਹੀਂ ਸੀ ਕਿ ਉਹ ਕੀ ਖੋਜ ਰਹੇ ਹੈ, ਪਰ ਬਰੂਨੋ ਬਾਰ-ਬਾਰ ਕਹਿ ਰਿਹਾ ਸੀ ਕਿ ਇੱਕ ਚੰਗੇ ਖੋਜੀ ਨੂੰ ਪਤਾ ਸੀ ਕਿ ਜਦੋਂ ਲੱਭ ਲਏਗਾ ਤੇ ਉਹਨੂੰ ਪਤਾ ਲੱਗ ਜਾਏਗਾ। ਪਰ ਉਹਨਾਂ ਨੂੰ ਅਜਿਹਾ ਕੁਝ ਵੀ ਨਾ ਲੱਭਾ ਜਿਹੜਾ ਉਹਨਾਂ ਨੂੰ ਕੋਈ ਅਜਿਹਾ ਸੰਕੇਤ ਦਿੰਦਾ ਜਿਹੜਾ ਸ਼ਮੂਏਲ ਦੇ ਪਾਪਾ ਦੇ ਗੁੰਮ ਹੋਣ ਬਾਰੇ ਜਾਣਕਾਰੀ ਦੇ ਸਕਦਾ ਸੀ। ਉੱਪਰੋਂ ਹਨੇਰਾ ਹੋਣਾ ਸ਼ੁਰੂ ਹੋ ਗਿਆ ਸੀ। ਬਰੂਨੋ ਨੇ ਆਕਾਸ਼ ਵੱਲ ਦੇਖਿਆ। ਉਹਨੂੰ ਲੱਗਾ ਕਿ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਸ਼ਮੂਏਲ, ਮੈਨੂੰ ਅਫਸੋਸ ਹੈ ਕਿ ਆਪਾਂ ਨੂੰ ਕੋਈ ਸਬੂਤ ਨਹੀਂ ਮਿਲ ਸਕਿਆ, ਅਖੀਰ 'ਚ ਉਹਨੇ ਕਿਹਾ। ਸ਼ਮੂਏਲ ਨੇ ਉਦਾਸ ਹੋ ਕੇ ਆਪਣਾ ਸਿਰ ਹਿਲਾਇਆ। ਅਸਲ 'ਚ ਉਹਨੂੰ ਕੋਈ ਹੈਰਾਨੀ ਨਹੀਂ ਸੀ ਹੋ ਰਹੀ। ਉਹਨੂੰ ਸੱਚਮੁੱਚ ਕੋਈ ਉਮੀਦ ਨਹੀਂ ਸੀ। ਪਰ ਇੱਕ ਗੱਲ ਚੰਗੀ ਸੀ ਕਿ ਉਹਦਾ ਦੋਸਤ ਉਹਨੂੰ ਮਿਲਣ ਆਇਆ ਤੇ ਦੇਖਣ ਆਇਆ ਸੀ ਕਿ ਉਹ ਇੱਥੇ ਕਿਵੇਂ ਰਹਿ ਰਿਹਾ। ਮੇਰਾ ਖਿਆਲ ਹੈ ਹੁਣ ਮੈਨੂੰ ਘਰ ਚਲੇ ਜਾਣਾ ਚਾਹੀਦਾ, ਬਰੂਨੋ ਨੇ ਕਿਹਾ। ਕਿ ਤੂੰ ਤਾਰ ਤੱਕ ਮੇਰੇ ਨਾਲ ਚੱਲੇਗਾ? ਸ਼ਮੂਏਲ ਨੇ ਕੁਝ ਕਹਿਣ ਲਈ ਆਪਣਾ ਮੂੰਹ ਅਜੇ ਖੋਲ੍ਹਿਆ ਹੀ ਸੀ ਤੇ ਠੀਕ ਉਸੇ ਸਮੇਂ ਇੱਕ ਉੱਚੀ ਸੀਟੀ ਵੱਜੀ ਤੇ ਕੋਈ 10 ਸਿਪਾਹੀ ਜਾਂ ਉਸ ਤੋਂ ਵੀ ਵੱਧ, ਬਰੂਨੋ ਨੇ ਕਦੇ ਵੀ ਇੰਨੇ ਸਿਪਾਹੀ ਇਕੱਠੇ ਨਹੀਂ ਸੀ ਵੇਖੇ, ਇੱਕ ਥਾਂ ਇਕੱਠੇ ਹੋ ਗਏ ਸਨ। ਉਹਨਾਂ ਨੇ ਕੈਂਪ ਦੇ ਇੱਕ ਏਰੀਏ ਨੂੰ ਘੇਰਾ ਪਾਇਆ ਸੀ। ਇਹ ਉਹ ਥਾਂ ਸੀ ਜਿੱਥੇ ਬਰੂਨੋ ਤੇ ਸ਼ਮੂਏਲ ਖੜੇ ਸਨ। ਇਹ ਕੀ ਹੋ ਰਿਹਾ? ਬਰੂਨੋ ਨੇ ਹੌਲੀ ਜਿਹੀ ਕਿਹਾ। ਇਹ ਕੀ ਹੋ ਰਿਹਾ? ਇਦਾਂ ਕਦੇ-ਕਦੇ ਹੁੰਦਾ, ਸ਼ਮੂਏਲ ਨੇ ਕਿਹਾ। ਉਹ ਲੋਕਾਂ ਨੂੰ ਮਾਰਚ ਕਰਨ ਲਈ ਇਕੱਠੇ ਕਰ ਲੈਂਦੇ। ਮਾਰਚ? ਬਰੂਨੋ ਹੈਰਾਨ ਸੀ। ਮੈਂ ਤਾਂ ਮਾਰਚ ਤੇ ਨਹੀਂ ਜਾ ਸਕਦਾ। ਮੈਂ ਤਾਂ ਸ਼ਾਮ ਦੇ ਖਾਣੇ ਲਈ ਘਰ ਜਾਣਾ। ਅੱਜ ਤਾਂ ਭੁੰਨਿਆ ਹੋਇਆ ਬੀਫ ਮਿਲੇਗਾ। ਸ਼ਮੂਏਲ ਨੇ ਆਪਣੇ ਬੁੱਲ੍ਹਾਂ ਤੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਕੁਝ ਵੀ ਨਹੀਂ ਕਹਿਣਾ, ਨਹੀਂ ਤਾਂ ਗੁੱਸੇ ਹੋ ਜਾਣਗੇ। ਬਰੂਨੋ ਨੂੰ ਕੁਝ ਡਰ ਜਿਹਾ ਲੱਗਾ, ਪਰ ਉਹਨੂੰ ਤਸੱਲੀ ਹੋਈ ਕਿ ਉਸ ਏਰੀਏ ਵਿੱਚੋਂ ਸਾਰੇ ਲੋਕ ਇੱਥੇ ਇਕੱਠੇ ਹੋ ਰਹੇ ਸਨ। ਬਹੁਤਿਆਂ ਨੂੰ ਸਿਪਾਹੀ ਜ਼ਬਰਦਸਤੀ ਇਕੱਠੇ ਕਰ ਰਹੇ ਸਨ। ਉਹਨੇ ਦੇਖਿਆ ਕਿ ਸਾਰੇ ਲੋਕ ਧਾਰੀਦਾਰ ਪਜਾਮਿਆਂ ਵਾਲੇ ਲੋਕ ਸਨ। ਸਿਪਾਹੀ ਲੋਕਾਂ ਨੂੰ ਇੰਜ ਇਕੱਠੇ ਕਰ ਰਹੇ ਸਨ ਕਿ ਬਰੂਨੋ ਤੇ ਸ਼ਮੂਏਲ ਉਸ ਭੀੜ ਦੇ ਕੇਂਦਰ ਵਿੱਚ ਘਿਰ ਗਏ। ਬਰੂਨੋ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਸਾਰੇ ਲੋਕ ਇੰਨੇ ਡਰੇ ਹੋਏ ਕਿਉਂ ਸਨ। ਆਖਰ ਮਾਰਚ ਕੋਈ ਇੰਨੀ ਬੁਰੀ ਭਿਆਨਕ ਚੀਜ਼ ਤਾਂ ਨਹੀਂ ਸੀ। ਉਹ ਸਾਰਿਆਂ ਨੂੰ ਕੰਨ 'ਚ ਇਹ ਕਹਿਣਾ ਚਾਹੁੰਦਾ ਸੀ ਸਭ ਕੁਝ ਠੀਕ ਠਾਕ ਸੀ। ਉਹਦਾ ਪਿਤਾ ਇੱਥੋਂ ਦਾ ਕਮਾਂਡੈਂਟ ਸੀ ਤੇ ਜੋ ਚਾਹੁੰਦਾ ਲੋਕ ਇੱਥੇ ਮਾਰਚ ਕਰਨ ਤਾਂ ਇਹ ਜ਼ਰੂਰ ਹੀ ਕੋਈ ਠੀਕ ਗੱਲ ਹੋਣੀ ਸੀ। ਸੀਟੀ ਦੁਬਾਰਾ ਵੱਜੀ। ਇਸ ਵਾਰੀ ਉਹ ਲੋਕ ਜਿਹੜੇ ਕੋਈ ਗਿਣਤੀ 'ਚ 100 ਕੁ ਹੋਣਗੇ ਇਕੱਠਿਆਂ ਨੇ ਮਾਰਚ ਕਰਨਾ ਸ਼ੁਰੂ ਕੀਤਾ। ਬਰੂਨੋ ਤੇ ਸ਼ਮੂਏਲ ਉਹਨਾਂ ਦੇ ਕੇਂਦਰ ਵਿੱਚ ਸਨ। ਪਿਛਲੇ ਪਾਸੇ ਭੀੜ 'ਚ ਕੁਝ ਗੜਬੜ ਹੋਈ। ਕੁਝ ਲੋਕ ਮਾਰਚ ਨਹੀਂ ਸਨ ਕਰਨਾ ਚਾਹੁੰਦੇ, ਪਰ ਬਰੂਨੋ ਅਜੇ ਛੋਟਾ ਹੀ ਸੀ। ਉਹ ਦੇਖ ਸਕਦਾ ਸੀ ਕਿ ਕੀ ਹੋ ਰਿਹਾ। ਉਹਨੇ ਕੁਝ ਸ਼ੋਰ ਸੁਣਿਆ, ਜਿਵੇਂ ਗੋਲੀ ਚੱਲਣ ਦੀ ਆਵਾਜ਼ ਹੋਵੇ, ਪਰ ਉਹਨੂੰ ਪਤਾ ਨਾ ਲੱਗਾ ਕਿ ਕੀ ਹੋ ਰਿਹਾ। ਇਹ ਮਾਰਚ ਲੰਮਾ ਸਮਾਂ ਚੱਲੇਗਾ। ਉਹਨੇ ਜਿਵੇਂ ਕੰਨ 'ਚ ਕਿਹਾ ਹੋਵੇ। ਉਹਨੂੰ ਹੁਣ ਬਹੁਤ ਭੁੱਖ ਲੱਗ ਚੁੱਕੀ ਸੀ। ਮੈਨੂੰ ਨਹੀਂ ਲੱਗਦਾ, ਸ਼ਮੂਏਲ ਨੇ ਕਿਹਾ। ਮਾਰਚ ਤੋਂ ਪਿੱਛੋਂ ਮੈਨੂੰ ਉਹ ਲੋਕ ਨਹੀਂ ਦਿਸੇ, ਪਰ ਮੈਂ ਅੰਦਾਜ਼ਾ ਨਹੀਂ ਲਗਾਵਾਂਗਾ। ਬਰੂਨੋ ਪਰੇਸ਼ਾਨ ਸੀ। ਉਹਨੇ ਉੱਪਰ ਆਕਾਸ਼ ਵੱਲ ਦੇਖਿਆ ਤਾਂ ਉਸ ਵੇਲੇ ਇੱਕ ਹੋਰ ਵੱਡੇ ਧਮਾਕੇ ਦੀ ਆਵਾਜ਼ ਆਈ। ਇਸ ਵਾਰੀ ਉੱਥੋਂ ਬੱਦਲ ਗਰਜਣ ਦੀ ਆਵਾਜ਼ ਆਈ ਤੇ ਜਿਵੇਂ ਆਕਾਸ਼ 'ਚ ਹਨੇਰਾ ਛਾ ਗਿਆ ਹੋਵੇ ਤੇ ਉਸ ਵੇਲੇ ਬੜੇ ਜ਼ੋਰ ਨਾਲ ਮੀਂਹ ਪੈਣ ਲੱਗ ਪਿਆ। ਇਹ ਤਾਂ ਦਿਨ ਵੇਲੇ ਮੀਂਹ ਨਾਲੋਂ ਵੀ ਬਹੁਤਾ ਜ਼ੋਰਦਾਰ ਸੀ। ਬਰੂਨੋ ਨੇ ਅੱਖਾਂ ਮੀਟੀਆਂ ਤੇ ਉਹਨੂੰ ਮਹਿਸੂਸ ਹੋਇਆ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਭਿੱਜ ਗਿਆ ਸੀ। ਤੇ ਜਦੋਂ ਉਹਨੇ ਦੁਬਾਰਾ ਅੱਖਾਂ ਖੋਲ੍ਹੀਆਂ ਤਾਂ ਉਹਨੂੰ ਲੱਗਾ ਕਿ ਉਹ ਮਾਰਚ ਨਹੀਂ ਸੀ ਕਰ ਰਿਹਾ, ਸਗੋਂ ਲੋਕਾਂ ਦੀ ਭੀੜ ਹੀ ਉਹਨੂੰ ਚੁੱਕ ਕੇ ਲਈ ਜਾ ਰਹੀ ਸੀ। ਉਹਨੂੰ ਲੱਗਿਆ ਕਿ ਉਹਦੇ ਸਾਰੇ ਸਰੀਰ ਤੇ ਚਿੱਕੜ ਹੀ ਚਿੱਕੜ ਸੀ ਤੇ ਉਹਦਾ ਪਜਾਮਾ ਤੇ ਬਾਕੀ ਕੱਪੜੇ ਸਰੀਰ ਨਾਲ ਚਿਪਕ ਗਏ ਸਨ। ਉਹ ਸੋਚ ਰਿਹਾ ਸੀ ਕਿ ਉਹਨੂੰ ਇਸ ਵੇਲੇ ਘਰ ਹੋਣਾ ਚਾਹੀਦਾ ਸੀ। ਉਹ ਇਹ ਸਾਰਾ ਕੁਝ ਜਿਵੇਂ ਦੂਰ ਖੜਾ ਦੇਖ ਰਿਹਾ ਹੋਵੇ, ਪਰ ਉਹ ਲੋਕਾਂ ਦੀ ਵੱਡੀ ਭੀੜ ਦੇ ਵਿਚਕਾਰ ਹੀ ਸੀ।
ਇਹ ਠੀਕ ਹੈ, ਉਹਨੇ ਸ਼ਮੋਇਲ ਨੂੰ ਕਿਹਾ। ਹੁਣ ਮੈਨੂੰ ਠੰਡ ਲੱਗ ਜਾਏਗੀ, ਮੈਂ ਘਰ ਜਾਣਾ ਚਾਹੁੰਦਾ। ਪਰ ਜਿਉਂ ਹੀ ਉਹਨੇ ਕਿਹਾ, ਉਹਨੂੰ ਮਹਿਸੂਸ ਹੋਇਆ ਕਿ ਜਿਵੇਂ ਉਹਦੇ ਪੈਰਾਂ ਹੇਠ ਕੋਈ ਪੌੜੀਆਂ ਹੋਣ, ਤੇ ਜਦੋਂ ਅੱਗੇ ਤੁਰਨ ਲੱਗਾ ਤੇ ਪੌੜੀਆਂ ਚੜ੍ਹਨ ਲੱਗਾ ਤਾਂ ਮੀਂਹ ਜਿਵੇਂ ਬੰਦ ਹੋ ਗਿਆ ਹੋਵੇ। ਹੁਣ ਉਹ ਸਾਰੇ ਇੱਕ ਵੱਡੇ ਕਮਰੇ 'ਚ ਜਾ ਰਹੇ ਸਨ ਤੇ ਉਹ ਵੱਡਾ ਕਮਰਾ ਅੰਦਰੋਂ ਬਹੁਤ ਨਿੱਘਾ ਸੀ। ਲੱਗਦਾ ਸੀ ਉਹ ਮਜ਼ਬੂਤੀ ਨਾਲ ਬਣਾਇਆ ਗਿਆ ਹੋਵੇਗਾ, ਕਿਉਂਕਿ ਅੰਦਰ ਮੀਂਹ ਦੀ ਇੱਕ ਬੂੰਦ ਵੀ ਨਹੀਂ ਸੀ। ਅਸਲ 'ਚ ਉਹ ਇੱਕ ਹਵਾਬੰਦ ਹਾਲ ਹੀ ਮਹਿਸੂਸ ਹੋ ਰਿਹਾ ਸੀ, ਜਿੱਥੇ ਹਵਾ ਨਾ ਅੰਦਰ ਆ ਸਕਦੀ ਸੀ ਨਾ ਬਾਹਰ ਜਾ ਸਕਦੀ ਸੀ। ਹਾਂ, ਇਹ ਹੋਈ ਨਾ ਗੱਲ, ਉਹਨੇ ਕਿਹਾ। ਉਹ ਖੁਸ਼ ਸੀ ਕਿ ਬਾਹਰ ਝੱਖੜ ਤੋਂ ਬਚ ਕੇ ਕੁਝ ਸਮਾਂ ਤਾਂ ਰਾਹਤ ਮਿਲੀ। ਮੈਨੂੰ ਲੱਗਦਾ ਆਪਾਂ ਨੂੰ ਕੁਝ ਦੇਰ ਇੱਥੇ ਉਡੀਕਣਾ ਪਏਗਾ ਤੇ ਜਦੋਂ ਝੱਖੜ ਰੁਕਿਆ ਤਾਂ ਮੈਂ ਘਰ ਚਲਾ ਜਾਵਾਂਗਾ। ਸ਼ਮੋਇਲ ਨੇ ਆਪਣੇ ਆਪ ਨੂੰ ਬਰੂਨੋ ਦੇ ਬਹੁਤ ਨੇੜੇ ਕਰ ਲਿਆ ਸੀ ਤੇ ਉਹਨੇ ਡਰ ਨਾਲ ਉਸ ਵੱਲ ਵੇਖਿਆ। ਮੈਨੂੰ ਅਫਸੋਸ ਹੈ ਕਿ ਆਪਾਂ ਤੇਰੇ ਪਾਪਾ ਨੂੰ ਨਾ ਲੱਭ ਸਕੇ, ਬਰੂਨੋ ਨੇ ਕਿਹਾ। ਕੋਈ ਗੱਲ ਨਹੀਂ, ਸ਼ਮੋਇਲ ਨੇ ਕਿਹਾ। ਤੇ ਮੈਨੂੰ ਹੋਰ ਵੀ ਅਫਸੋਸ ਹੈ ਕਿ ਆਪਾਂ ਇਕੱਠੇ ਹੋ ਕੇ ਖੇਡ ਨਹੀਂ ਸਕੇ, ਪਰ ਜਦੋਂ ਤੂੰ ਬਰਲਿਨ ਆਇਆ ਤਾਂ ਆਪਾਂ ਖੇਡਾਂਗੇ। ਤੇ ਮੈਂ ਤੇਰੀ ਜਾਣ ਪਛਾਣ, ਓਹੋ, ਉਹਨਾਂ ਦੇ ਨਾਂ ਕੀ ਸੀ? ਜਿਵੇਂ ਉਹਨੇ ਆਪਣੇ ਆਪ ਨੂੰ ਪੁੱਛਿਆ ਹੋਵੇ, ਕਿਉਂਕਿ ਉਹ ਤਿੰਨੇ ਉਹਦੇ ਜੀਵਨ ਭਰ ਦੇ ਪੱਕੇ ਦੋਸਤ ਸਨ ਤੇ ਹੁਣ ਉਹਦੀ ਯਾਦਦਾਸ਼ਤ ਵਿੱਚ ਉਹ ਗਾਇਬ ਹੋ ਚੁੱਕੇ ਸਨ। ਉਹਨਾਂ 'ਚੋਂ ਹੁਣ ਉਹਨੂੰ ਕਿਸੇ ਦਾ ਵੀ ਨਾਮ ਯਾਦ ਨਹੀਂ ਸੀ ਆ ਰਿਹਾ ਤੇ ਨਾ ਹੀ ਉਹਨਾਂ 'ਚੋਂ ਕਿਸੇ ਦਾ ਚਿਹਰਾ ਹੀ ਯਾਦ ਆ ਰਿਹਾ ਸੀ। ਅਸਲ 'ਚ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਯਾਦ ਹੈ ਕਿ ਨਹੀਂ, ਉਹ ਹੁਣ ਮੇਰੇ ਸਭ ਤੋਂ ਚੰਗੇ ਦੋਸਤ ਤਾਂ ਰਹੇ ਨਹੀਂ, ਉਹਨੇ ਸ਼ਮੋਇਲ ਵੱਲ ਦੇਖਦਿਆਂ ਕਿਹਾ। ਉਸ ਵੇਲੇ ਉਸਨੇ ਕੁਝ ਅਜਿਹੀ ਗੱਲ ਕੀਤੀ ਜਿਹੜੀ ਉਹਦੇ ਕਿਰਦਾਰ ਦੇ ਉਲਟ ਸੀ। ਉਹਨੇ ਸ਼ਮੋਇਲ ਦਾ ਨਿੱਕਾ ਜਿਹਾ ਹੱਥ ਆਪਣੇ ਹੱਥਾਂ 'ਚ ਫੜ ਲਿਆ ਤੇ ਉਹਨੂੰ ਪਿਆਰ ਨਾਲ ਚੰਗੀ ਤਰ੍ਹਾਂ ਘੁੱਟਿਆ। ਸ਼ਮੋਇਲ, ਤੂੰ ਮੇਰਾ ਸਭ ਤੋਂ ਚੰਗਾ ਦੋਸਤ ਹੈ, ਮੇਰਾ ਜੀਵਨ ਭਰ ਦਾ ਸਭ ਤੋਂ ਚੰਗਾ ਦੋਸਤ। ਸ਼ਮੋਇਲ ਨੇ ਕੁਝ ਕਹਿਣ ਲਈ ਸ਼ਾਇਦ ਆਪਣਾ ਮੂੰਹ ਖੋਲ੍ਹਿਆ ਹੋਏਗਾ, ਪਰ ਬਰੂਨੋ ਨੇ ਕੁਝ ਵੀ ਨਹੀਂ ਸੁਣਿਆ, ਕਿਉਂਕਿ ਉਸ ਵੇਲੇ ਲੋਕਾਂ ਦੇ ਮੂੰਹ 'ਚੋਂ ਇੱਕੋ ਵਾਰ ਇੱਕ ਆਵਾਜ਼ ਨਿਕਲੀ ਜਿਹਨੇ ਵੱਡੇ ਕਮਰੇ ਨੂੰ ਜਿਵੇਂ ਭਰ ਦਿੱਤਾ ਹੋਵੇ, ਤੇ ਉਸੇ ਵੇਲੇ ਇੱਕ ਭਾਰੀ ਲੋਹੇ ਦੀ ਆਵਾਜ਼ ਆਈ ਜਿਸ ਨਾਲ ਬਾਹਰ ਵਾਲਾ ਵੱਡਾ ਬੂਹਾ ਬੰਦ ਹੋ ਗਿਆ। ਬਰੂਨੋ ਨੇ ਆਪਣੀ ਸਹੇਲੀ ਉੱਪਰ ਚੁੱਕੀ। ਉਹਨੂੰ ਇਹ ਸਭ ਕੁਝ ਸਮਝ ਨਹੀਂ ਸੀ ਆ ਰਿਹਾ, ਪਰ ਉਹਨੇ ਸੋਚਿਆ ਕਿ ਸਾਰਾ ਬੰਦੋਬਸਤ ਮੀਂਹ ਤੋਂ ਬਚਣ ਲਈ ਹੋ ਰਿਹਾ ਤਾਂ ਕਿ ਲੋਕਾਂ ਨੂੰ ਕਿਧਰੇ ਠੰਡ ਨਾ ਲੱਗ ਜਾਏ। ਫਿਰ ਕਮਰੇ 'ਚ ਘੁੱਪ ਹਨੇਰਾ ਹੋ ਗਿਆ। ਉਸ ਪਿੱਛੋਂ ਲੋਕਾਂ 'ਚ ਚੀਕ ਚਿਹਾੜਾ ਪੈ ਗਿਆ, ਪਰ ਬਰੂਨੋ ਨੇ ਉਸ ਵੇਲੇ ਵੀ ਸ਼ਮੋਇਲ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ, ਜਿਵੇਂ ਦੁਨੀਆ 'ਚ ਕੁਝ ਵੀ ਉਹਨੂੰ ਛੱਡਣ ਲਈ ਮਜਬੂਰ ਨਹੀਂ ਸੀ ਕਰ ਸਕਦਾ। ਆਖਰੀ ਅਧਿਆਇ 20ਵਾਂ। ਉਸ ਤੋਂ ਪਿੱਛੋਂ ਕਿਸੇ ਨੇ ਵੀ ਬਰੂਨੋ ਬਾਰੇ ਨਹੀਂ ਸੀ ਸੁਣਿਆ। ਕਈ ਦਿਨਾਂ ਪਿੱਛੋਂ ਜਦੋਂ ਸਿਪਾਹੀਆਂ ਨੇ ਘਰ ਦਾ ਹਰ ਕੋਨਾ ਛਾਣ ਮਾਰਿਆ ਸੀ ਤੇ ਉਹਨਾਂ ਨੇ ਆਸੇ-ਪਾਸੇ ਦੇ ਛੋਟੇ ਵੱਡੇ ਸ਼ਹਿਰ ਵੀ ਚੰਗੀ ਤਰ੍ਹਾਂ ਖੋਜ ਲਏ ਸਨ। ਪਿੰਡਾਂ ਵਿੱਚ ਵੀ ਉਹ ਮੁੰਡੇ ਦੀ ਤਸਵੀਰ ਲੈ ਕੇ ਗਏ ਸਨ, ਪਰ ਉਹਨਾਂ 'ਚੋਂ ਇੱਕ ਨੇ ਕੱਪੜਿਆਂ ਦੇ ਢੇਰ ਨੇੜੇ ਤਾਰ ਕੋਲ ਇੱਕ ਬੂਟਾਂ ਦਾ ਜੋੜਾ ਵੀ ਲੱਭ ਲਿਆ ਸੀ ਜਿਹੜਾ ਬਰੂਨੋ ਨੇ ਉੱਥੇ ਛੱਡਿਆ ਸੀ। ਉਹਨੇ ਉਹਨਾਂ ਕੱਪੜਿਆਂ ਤੇ ਬੂਟਾਂ ਨੂੰ ਛੇੜਿਆ ਨਹੀਂ ਸੀ ਤੇ ਇੱਕ ਕਮਾਂਡੈਂਟ ਨੂੰ ਦੱਸਣ ਚਲਾ ਗਿਆ ਸੀ। ਉਹਨੇ ਆ ਕੇ ਸਾਰੀ ਥਾਂ ਚੰਗੀ ਤਰ੍ਹਾਂ ਵੇਖੀ ਸੀ। ਉੱਥੇ ਖੜ ਕੇ ਖੱਬੇ ਸੱਜੇ ਦੇਖਿਆ ਸੀ ਜਿਵੇਂ ਬਰੂਨੋ ਨੇ ਦੇਖਿਆ ਸੀ, ਪਰ ਉਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਉਹਦੇ ਪੁੱਤਰ ਨਾਲ ਕੀ ਬੀਤੀ ਸੀ। ਲੱਗਦਾ ਸੀ ਕਿ ਧਰਤੀ ਤੋਂ ਗਾਇਬ ਹੋ ਗਿਆ ਸੀ ਤੇ ਆਪਣੇ ਕੱਪੜੇ ਪਿੱਛੇ ਛੱਡ ਗਿਆ ਸੀ। ਮਾਂ ਜਿੰਨਾ ਜਲਦੀ ਸੋਚ ਰਹੀ ਸੀ ਉਹ ਬਰਲਿਨ ਵਾਪਸ ਨਹੀਂ ਸੀ ਜਾ ਸਕੀ। ਉਹ ਕਈ ਮਹੀਨਿਆਂ ਤੱਕ ਆਊਟਵਿਦ 'ਚ ਰਹਿੰਦੀ ਰਹੀ ਕਿ ਬਰੂਨੋ ਦੀ ਕੋਈ ਖਬਰ ਆਏਗੀ, ਪਰ ਅਚਾਨਕ ਉਹਨੂੰ ਖਿਆਲ ਆਇਆ ਕਿ ਉਹਨੇ ਅਚਾਨਕ ਪੁਰਾਣੀ ਬਰਲਿਨ ਵਾਲੇ ਘਰ ਜਾਣ ਲਈ ਸੋਚਿਆ ਹੋਵੇਗਾ ਤੇ ਉਹ ਇਕੱਲਾ ਹੀ ਚਲਾ ਗਿਆ ਹੋਵੇਗਾ। ਸੋ ਮਾਂ ਛੇਤੀ ਨਾਲ ਆਪਣੇ ਪੁਰਾਣੇ ਘਰ ਪਹੁੰਚ ਗਈ। ਉਹਨੂੰ ਕੁਝ ਉਮੀਦ ਸੀ ਕਿ ਉਹ ਬਰੂਨੋ ਨੂੰ ਘਰ ਦੀਆਂ ਪੌੜੀਆਂ ਉੱਤੇ ਬੈਠਾ ਦੇਖੇਗੀ, ਪਰ ਉਹ ਉੱਥੇ ਨਹੀਂ ਸੀ। ਗ੍ਰੈਟਲ ਵੀ ਮਾਂ ਨਾਲ ਵਾਪਸ ਬਰਲਿਨ ਚਲੀ ਗਈ ਸੀ ਤੇ ਉਹ ਦਿਨ ਦਾ ਬਹੁਤਾ ਸਮਾਂ ਆਪਣੇ ਕਮਰੇ 'ਚ ਬੈਠੀ ਰੋਂਦੀ ਰਹਿੰਦੀ ਸੀ। ਉਹਦੇ ਰੋਣ ਦਾ ਕਾਰਨ ਇਹ ਨਹੀਂ ਸੀ ਕਿ ਉਹਨੇ ਆਪਣੀਆਂ ਸਾਰੀਆਂ ਗੁੱਡੀਆਂ ਕਿਧਰੇ ਸੁੱਟ ਦਿੱਤੀਆਂ ਸਨ। ਉਹਦੇ ਸਾਰੇ ਨਕਸ਼ੇ ਪਿੱਛੇ ਆਊਟਵਿਦ 'ਚ ਹੀ ਰਹਿ ਗਏ ਸਨ, ਸਗੋਂ ਕਾਰਨ ਇਹ ਸੀ ਕਿ ਉਹਨੂੰ ਬਰੂਨੋ ਯਾਦ ਬਹੁਤ ਆਉਂਦਾ ਸੀ। ਪਿਤਾ ਜੀ ਲਗਭਗ 1 ਸਾਲ ਤੱਕ ਆਊਟਵਿਦ ਰਹੇ, ਜਿਸ ਪਿੱਛੋਂ ਸਿਪਾਹੀਆਂ ਵਿੱਚ ਉਹਦੀ ਬਦਨਾਮੀ ਹੋਣੀ ਸ਼ੁਰੂ ਹੋ ਗਈ। ਸਿਪਾਹੀ ਉਹਨੂੰ ਪਸੰਦ ਨਹੀਂ ਸੀ ਕਰਦੇ, ਜਿਨ੍ਹਾਂ ਨੂੰ ਉਹ ਬੇਰਹਿਮੀ ਨਾਲ ਹੁਕਮ ਕਰਕੇ ਕੰਮ ਕਰਵਾਉਂਦੇ ਸਨ। ਉਹ ਹਰ ਰੋਜ਼ ਰਾਤ ਨੂੰ ਬਰੂਨੋ ਬਾਰੇ ਸੋਚਦੇ ਹੀ ਸੌਂ ਜਾਇਆ ਕਰਦੇ ਸਨ ਤੇ ਸਵੇਰੇ ਉੱਠਣ ਵੇਲੇ ਵੀ ਉਸ ਬਾਰੇ ਹੀ ਸੋਚਦੇ ਰਹਿੰਦੇ ਸਨ। ਤੇ ਇੱਕ ਦਿਨ ਉਹਨਾਂ ਨੇ ਸਕੀਮ ਬਣਾਈ ਕਿ ਕਿਵੇਂ ਕੀ ਹੋ ਗਿਆ ਹੋਵੇਗਾ, ਤਾਂ ਉਸ ਥਾਂ ਤਾਰ ਦੇ ਨੇੜੇ ਪਹੁੰਚ ਗਏ ਜਿੱਥੇ 1 ਸਾਲ ਪਹਿਲਾਂ ਕੱਪੜਿਆਂ ਦਾ ਢੇਰ ਲੱਭਿਆ ਸੀ। ਉਸ ਥਾਂ ਬਾਰੇ ਅਜਿਹੀ ਕੋਈ ਗੱਲ ਨਹੀਂ ਸੀ ਜਿਹੜੀ ਵੱਖਰੀ ਹੋਏ ਜਾਂ ਅਲੱਗ ਹੋਏ, ਪਰ ਉਹਨਾਂ ਨੇ ਆਪਣੇ ਤਰੀਕੇ ਨਾਲ ਕੁਝ ਖੋਜ ਕੀਤੀ ਤੇ ਉਹਨਾਂ ਨੇ ਦੇਖਿਆ ਕਿ ਉਸ ਥਾਂ ਤੇ ਹੇਠਲੀ ਤਾਰ ਧਰਤੀ 'ਚ ਚੰਗੀ ਤਰ੍ਹਾਂ ਨਹੀਂ ਸੀ ਗੱਡੀ ਹੋਈ, ਜਿਵੇਂ ਦੂਜੀਆਂ ਥਾਵਾਂ ਤੇ ਤਾਰ ਗੱਡੀ ਸੀ। ਜਦੋਂ ਹੇਠਲੀ ਤਾਰ ਨੂੰ ਉੱਪਰ ਚੁੱਕ ਕੇ ਦੇਖਿਆ ਗਿਆ ਤਾਂ ਇਹ ਦੇਖਿਆ ਗਿਆ ਕਿ ਉਹਦੇ ਹੇਠੋਂ ਕੋਈ ਛੋਟਾ ਬੱਚਾ ਲੰਮਾ ਪੈ ਕੇ ਜਾ ਸਕਦਾ ਸੀ। ਉਹਨਾਂ ਨੇ ਦੂਰ ਨਿਗਾਹ ਮਾਰੀ ਤੇ ਕਦਮ ਕਰਕੇ ਤੁਰ ਕੇ ਵੇਖਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਲੱਤਾਂ ਇੱਕ ਥਾਂ ਜਾ ਕੇ ਰੁਕ ਜਾਇਆ ਕਰਦੀਆਂ ਸਨ।
ਉਹਦੀਆਂ ਲੱਤਾਂ ਉਸ ਥਾਂ ਜਾ ਕੇ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਸਨ ਕਿ ਉਹਦੇ ਸਰੀਰ ਦਾ ਭਾਰ ਨਹੀਂ ਸੀ ਸਹਿ ਸਕਦੀਆਂ, ਤਾਂ ਉਸੇ ਤਰ੍ਹਾਂ ਬੈਠ ਗਏ ਜਿਵੇਂ ਬਰੂਨੋ 1 ਸਾਲ ਤੱਕ ਉਸ ਥਾਂ ਆ ਕੇ ਬਹਿੰਦਾ ਰਿਹਾ ਸੀ, ਭਾਵੇਂ ਉਹਨਾਂ ਨੇ ਆਪਣੀਆਂ ਲੱਤਾਂ ਇਕੱਠੀਆਂ ਕਰਕੇ ਚੌਂਕੜੀ ਨਹੀਂ ਸੀ ਮਾਰੀ। ਕੁਝ ਮਹੀਨਿਆਂ ਪਿੱਛੋਂ ਕੁਝ ਹੋਰ ਸਿਪਾਹੀ ਆਊਟਵਿਦ ਪਹੁੰਚ ਗਏ ਤੇ ਪਿਤਾ ਜੀ ਨੂੰ ਉਹਨਾਂ ਨਾਲ ਜਾਣ ਦਾ ਹੁਕਮ ਹੋ ਗਿਆ ਸੀ ਤੇ ਬਿਨਾਂ ਕੋਈ ਸ਼ਿਕਾਇਤ ਕੀਤਿਆਂ ਉਹ ਖੁਸ਼ੀ ਨਾਲ ਉਹਨਾਂ ਨਾਲ ਚੱਲ ਪਏ ਸਨ, ਕਿਉਂਕਿ ਉਹਨਾਂ ਨਾਲ ਉਹ ਕੁਝ ਨਹੀਂ ਸੀ ਕੀਤਾ ਜੋ ਸ਼ਾਇਦ ਪਹਿਲਾਂ ਕਰਿਆ ਕਰਦੇ ਸਨ। ਤੇ ਇਹ ਬਰੂਨੋ ਤੇ ਉਹਦੇ ਪਰਿਵਾਰ ਦੀ ਕਹਾਣੀ ਦਾ ਅੰਤ ਹੈ, ਕਿਉਂਕਿ ਇਹ ਬਹੁਤ ਚਿਰ ਪਹਿਲਾਂ ਹੋ ਚੁੱਕਾ ਸੀ ਤੇ ਅਜਿਹਾ ਕੁਝ ਫੇਰ ਨਹੀਂ ਸੀ ਹੋ ਸਕਦਾ, ਨਾ ਹੀ ਇਸ ਸਮੇਂ ਵਿੱਚ ਤੇ ਨਾ ਹੀ ਉਸ ਯੁੱਗ ਵਿੱਚ। ਧੰਨਵਾਦ।